आप फायदा उठा सकते हैं हमारे 23 ऑनलाइन चर्चेस का, जो कि भारत की सारी प्रमुख भाषाओं में उपलब्ध हैं। और इसके अलावा हमारे पास 3 विशेष चर्च हैं। एक टीनेजर्स के लिए जिसका नाम है तूफानी योग यानी 3, बच्चों के लिए हमारे पास ऑनलाइन चर्च है, और गूंगे और बहरों के लिए भी हमारे पास चर्च है, साइन लैंग्वेज का चर्च। उसके अलावा आप हमारे ऑनलाइन चर्चेस को देख सकते हैं उड़िया में, तेलुगु में, तमिल में, गुजराती में, कन्नड़ा में, तुलु में, इंग्लिश में, हिंदी में, छत्तीसगढ़ी में, राठौरी बरेली में, आसामीज में, मराठी में, पंजाबी में, नेपाली में, कोंकणी, मलयालम, सिंधी, भोजपुरी, बंगाली और मालवानी में। इनका फायदा उठाइए और पूरे भारत में लोगों को सुसमाचार सुनाइए। गॉड ब्लेस यू। हालेलुया। ओ प्रभु, तू सर्वशक्तिमान है और तेरी प्रेम और दया सबसे महान है। हालेलुया। प्रभु तू सर्वशक्तिमान, तेरी प्रेम और दया सबसे महान। तू है करुणा निदान, तेरा स्थान है सबसे पवित्र स्थान। हाँ प्रभु तू सर्वशक्तिमान, तेरी प्रेम और दया सबसे महान। तू है करुणा निदान, तेरा स्थान है सबसे पवित्र स्थान। इस स्थान में मैं रहूं सदा, इस स्थान में मैं रहूं सदा, इस स्थान में मैं रहूं सदा, इस स्थान में मैं रहूं। तेरी स्तुति करे सारा जहां, सारी धरती सारा आसमां, तेरे जैसा कोई कहाँ, तू महान है सबसे महान। तेरी स्तुति करे सारा जहां, सारी धरती सारा आसमां, तेरे जैसा कोई कहाँ, तू महान है सबसे महान। तेरी स्तुति करे सारा जहां, तेरी स्तुति करे सारा जहां, तेरी स्तुति करे सारा जहां, तेरी स्तुति करे सारा। तेरे विचार है मूल्यवान और केवल तुझ में और सारा ज्ञान दुनिया में सामर्थ्य भर दिया देकर पवित्र आत्मा का दान। हाँ, तेरे विचार है मूल्यवान, तुझ में सारी बुद्धि और ज्ञान, सामर्थ्य भर दिया हमें देकर पवित्र आत्मा का दान। इस स्थान में मैं रहूं सदा, इस स्थान में मैं रहूं सदा, इस स्थान में मैं रहूं सदा, इस स्थान में मैं रहूं सदा। हाँ प्रभु तू सर्वशक्तिमान, तेरी प्रेम और दया सबसे महान। तू है करुणा निदान, तेरा स्थान है सबसे पवित्र स्थान। हाँ प्रभु तू सर्वशक्तिमान, तेरी प्रेम और दया सबसे महान। तू है करुणा निदान, तेरा स्थान है सबसे पवित्र स्थान। इस स्थान में मैं रहूं सदा, इस स्थान में मैं रहूं सदा, इस स्थान में मैं रहूं सदा, इस स्थान में मैं रहूं सदा। हालेलुया! प्रेज़ द लॉर्ड! प्रेज़ द लॉर्ड। ਅਸੀਂ ਤੁਹਾਨੂੰ ਸਭ ਨੂੰ ਸਵਾਗਤ ਹੈ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਅਤੇ ਅੱਜ ਦੇ ਸੁੰਦਰ ਐਤਵਾਰ ਦੇ ਸਭਾ ਵਿੱਚ। ਮੈਨੂੰ ਨੀਆਂ ਚੰਦ ਤੁਸੀਂ ਸਾਰੇ
ਪੂਰੀ ਤਿਆਰੀ ਦੇ ਨਾਲ ਬੈਠੇ ਆਪਣੇ ਦੋਸਤਾਂ ਦੇ ਨਾਲ ਅਤੇ ਆਪਣੇ ਪਰਿਵਾਰ ਦੇ ਨਾਲ ਅਤੇ ਸਮਾਂ ਹਨ ਪ੍ਰਾਰਥਨਾ ਦਾ ਤੁਸੀਂ ਜਿੱਥੇ ਕਿਤੇ ਖੜੇ ਹੁੰਦੇ ਹਨ ਅਤੇ ਆਪਣੇ ਅੱਖਾਂ ਨੂੰ ਬੰਦ ਕਰਕੇ ਆਪਣੇ ਪਵਿੱਤਰ ਹੱਥਾਂ ਨੂੰ ਸਵਰਗ ਦਾ ਉਠਾਣੇ ਅਸੀਂ ਪਰਮੇਸ਼ਵਰ ਨੂੰ ਧੰਨਵਾਦ ਦੇਣੇ ਸਾਰੇ ਆਸ਼ੀਸ਼ਾਂ ਦੇ ਲਈ ਧੰਨਵਾਦ ਦੇ ਲਈ ਗਸਾਕ ਟਾਂਟ ਰੜੀ ਸ਼ਲਮਾਂਗ ਰਬਾਲਾ ਬਾਹੋਸਾ ਕੋਲ ਕੋ ਪ੍ਰੇਸ਼ਲੀ ਗਸਾਕ ਟਾਂਟ ਰੜੀ ਓ ਸ਼ਲਮਾਂਗ ਰਬਾਲਾ ਬਾਹੋਸਾ ਕੋਲ ਕੋ ਪ੍ਰੇਸ਼ਲੀ ਗਸਾਕ ਟਾਂਟ ਰੜੀ ਸ਼ਲਮਾਂਗ ਰਬਾਲਾ ਬਾਹੋਸਾ ਕੋਲ ਕੋ ਪ੍ਰੇਸ਼ਲੀ ਗਸਾਕ ਟਾਂਟ ਰੜੀ ਅਤੇ ਆਪਣੇ ਮੂੰਹ ਤੋਂ ਖੋਲ ਕੇ ਪਰਾਇਆ ਭਾਸ਼ਾ ਵਿੱਚ ਬੋਲਦੇ ਅਸੀਂ ਆਪਣੀ ਰੂਹ ਨੂੰ ਤਿਆਰ ਕਰਦੇ ਲਈ ਗਸਾਕ ਟਾਂਟ ਰੜੀ ਓ ਸ਼ਲਮਾਂਗ ਰਬਾਲਾ ਬਾਹੋਸਾ ਕੋਲ ਕੋ ਪ੍ਰੇਸ਼ਲੀ ਗਸਾਕ ਟਾਂਟ ਰੜੀ ਸ਼ਲਮਾਂਗ ਰਬਾ ਰਡੂਸ ਲਬਾਹੋਸਾ ਕੋਲ ਕੋ ਪ੍ਰੇਸ਼ਲੀ ਗਸਾਕ ਟਾਂਟ ਰੜੀ ਸ਼ਲਮਾਂਗ ਰਬਾ ਰਡੂਸ ਲਬਾਹੋਸਾ ਕੋਲ ਕੋ ਪ੍ਰੇਸ਼ਲੀ ਗਸਾਕ ਟਾਂਟ ਰੜੀ ਸ਼ਲਮਾਂਗ ਰਬਾ ਲਬਾਹੋਸਾ ਕੋਲ ਕੋ ਪ੍ਰੇਸ਼ਲੀ ਗਸਾਕ ਟਾਂਟ ਰੜੀ ਉਹ ਧੰਨਵਾਦ ਦੇ ਤਾਂ ਪਰਮੇਸ਼ਵਰ ਤੁਹਾਡੇ ਵਰਗਾ ਕੋਈ ਨਹੀਂ ਸੀ ਤਾਂ ਪਰਮੇਸ਼ਵਰ ਤੁਸੀਂ ਮਹਾਨ ਸਰਵ ਸ਼ਕਤੀਮਾਨ ਪਰਮੇਸ਼ਵਰ ਸੀ ਤੁਹਾਡੇ ਨਾਮ ਨੂੰ ਉੱਚਾ ਉਠਾਉਂਦੇ ਤੁਹਾਡੇ ਨਾਮ ਨੂੰ ਮਹਿਮਾ ਦੇਣੇ ਧੰਨਵਾਦ ਕਰੇ ਤਾਂ ਪਰਮੇਸ਼ਵਰ ਗਸਾਕ ਟਾਂਟ ਰੜੀ ਉਹ ਸ਼ਲਮਾਂਗ ਰਬਾ ਲਬਾਹੋਸਾ ਕੋਲ ਕੋ ਪ੍ਰੇਸ਼ਲੀ ਗਸਾਕ ਟਾਂਟ ਰੜੀ ਸ਼ਲਮਾਂਗ ਰਬਾ ਰਡੂਸ ਲਬਾਹੋਸਾ ਕੋਲ ਕੋ ਪ੍ਰੇਸ਼ਲੀ ਗਸਾਕ ਟਾਂਟ ਰੜੀ ਉਹ ਸ਼ਲਮਾਂਗ ਰਬਾ ਰਡੂਸ ਲਬਾਹੋਸਾ ਕੋਲ ਕੋ ਪ੍ਰੇਸ਼ਲੀ ਗਸਾਕ ਟਾਂਟ ਰੜੀ ਸ਼ਲਮਾਂਗ ਰਬਾ ਰਡੂਸ ਲਬਾਹੋਸਾ ਕੋਲ ਕੋ ਪ੍ਰੇਸ਼ਲੀ ਗਸਾਕ ਟਾਂਟ ਰੜੀ ਉਹ ਧੰਨਵਾਦ ਦੇ ਤਾਂ ਪਰਮੇਸ਼ਵਰ ਧੰਨਵਾਦ ਦੇ ਤੁਸੀਂ ਆਦਿ ਅਤੇ ਅੰਤ ਧੰਨਵਾਦ ਕਰ ਪਰਮੇਸ਼ਵਰ ਪਵਿੱਤਰ ਆਤਮਾ ਦੇ ਉਪਾਅ ਦੇ ਲਈ ਧੰਨਵਾਦ ਕਰ ਲਈ ਗਸਾਕ ਟਾਂਟ ਰੜੀ ਸ਼ਲਮਾਂਗ ਰਬਾ ਲਬਾਹੋਸਾ ਕੋਲ ਕੋ ਪ੍ਰੇਸ਼ਲੀ ਗਸਾਕ ਟਾਂਟ ਰੜੀ ਉਹ ਸ਼ਲਮਾਂਗ ਰਬਾ ਲਬਾਹੋਸਾ ਕੋਲ ਕੋ ਪ੍ਰੇਸ਼ਲੀ ਗਸਾਕ ਟਾਂਟ ਰੜੀ ਸ਼ਲਮਾਂਗ ਰਬਾ ਲਬਾਹੋਸਾ ਕੋਲ ਕੋ ਪ੍ਰੇਸ਼ਲੀ ਗਸਾਕ ਟਾਂਟ ਰੜੀ ਸ਼ਲਮਾਂਗ ਰਬਾ ਰਡੂਸ ਲਬਾਹੋਸਾ ਕੋਲ ਕੋ ਪ੍ਰੇਸ਼ਲੀ ਗਸਾਕ ਟਾਂਟ ਰੜੀ ਆਖਰੜੀ ਕਰਾ ਲਿਗਾ ਬਾ ਹੋਂਗੇ ਬਰਵਸਾ ਲਿਗਾ ਬਰਵਸਾ ਨੰਗਸਾਨੇ ਨੇ ਰਬੋਨਾ ਵਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾ ਰਡੂਸ ਲਬਾਹੋਸਾ ਕੋਲ ਕੋ ਪ੍ਰੇਸ਼ਲੀ ਗਸਾਕ ਟਾਂਟ ਰੜੀ ਧੰਨਵਾਦ ਦੇ ਤਾਂ ਪਰਮੇਸ਼ਵਰ ਤੁਹਾਡੇ ਅਨੰਤ ਪ੍ਰੇਮ ਦੇ ਲਈ ਤੁਹਾਡੀ ਭਲਾਈ ਦੇ ਲਈ ਤੁਹਾਡੀ ਕਿਰਪਾ ਦੇ ਲਈ ਧੰਨਵਾਦ ਕਰਦੇ ਤੇ ਸਾਰੀ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੇਨ ਹਾਲੇਲੂਇਆ ਪ੍ਰੇਜ਼ ਦ ਲਾਰਡ ਅਤੇ ਅੱਜ ਦੀ ਪਹਿਲੀ ਪ੍ਰਾਰਥਨਾ ਦੀ ਅਸੀਂ ਪ੍ਰਾਰਥਨਾ ਕਰਦੇ ਹਾਂ ਅਸੀਂ ਪ੍ਰਾਰਥਨਾ ਕਰਦੇ ਹਾਂ ਬਾਈਬਲ ਦੇ ਅਧਿਐਨ ਇਫਿਸੀਅਰ 3 ਅਧਿਆਇ ਤੇ 16 ਤੇ 19 ਆਇਤ ਕਹਿੰਦਾ ਹੈ ਤਾਂ ਜੋ ਕਿ ਉਹ ਤੁਹਾਨੂੰ ਆਪਣੀ ਮਹਿਮਾ ਦੇ ਦਨ ਦੇ ਅਨੁਸਾਰ ਅੰਦਰੂਨੀ ਮਨੁੱਖ ਵਿੱਚ ਆਪਣੀ ਆਤਮਾ ਦੇ ਦੁਆਰਾ ਸਾਮਰਥ ਨਾਲ ਮਜ਼ਬੂਤ ਬਣਾਉਣ ਦੇ ਲਈ ਪ੍ਰਦਾਨ ਕਰਦੇ ਤਾਂ ਜੋ ਮਸੀਹ ਵਿਸ਼ਵਾਸ ਦੁਆਰਾ ਤੁਹਾਡੇ ਦਿਲਾਂ ਵਿੱਚ ਵਸੇ ਕਿ ਤੁਸੀਂ ਪਿਆਰ ਵਿੱਚ ਜੜ ਫੜ ਕੇ ਅਤੇ ਨਿਹ ਰੱਖ ਕੇ ਸਾਰੇ ਸੰਤਾਂ ਨਾਲ ਚੰਗੀ ਤਰ੍ਹਾਂ ਸਮਝਣ ਦੀ ਸਾਮਰਥ ਲਵੋ ਇਸ ਦੀ ਚੌੜਾਈ ਲੰਬਾਈ ਉਚਾਈ ਅਤੇ ਡੂੰਘਾਈ ਕੀ ਹੈ ਅਤੇ ਮਸੀਹ ਦੇ ਪਿਆਰ ਨੂੰ ਜਾਣੋ ਕਿ ਜੋ ਗਿਆਨ ਤੋਂ ਪਰੇ ਹਾਂ ਤਾਂ ਜੋ ਤੁਸੀਂ ਪਰਮੇਸ਼ਵਰ ਦੀ ਸਾਰੀ ਸੰਪੂਰਨਤਾ ਦੇ ਨਾਲ ਭਰ ਜਾਓ ਹਾਲੇਲੂਇਆ ਅਸੀਂ ਪ੍ਰਾਰਥਨਾ ਕਰੇ ਆਪਣੇ ਸਾਰੇ ਬਰਾਵਾ ਦੇ ਲਈ ਉਪਰੇਖਿਤ ਆਇਤਾਂ ਦੇ ਅਨੁਸਾਰ ਦਿਲੋਂ ਵਿੱਚ ਪ੍ਰਾਰਥਨਾ ਕਰਾਂਗੇ ਕਿ ਉਹ ਹਮੇਸ਼ਾ ਆਤਮਾ ਨਾਲ ਭਰੇ ਰਹਿਣ ਦੀ ਇੱਛਾ ਰੱਖਣਗੇ ਕਿਉਂਕਿ ਉਹ ਆਪਣੇ ਅੰਦਰੂਨੀ ਮਨੁੱਖ ਵਿੱਚ ਪਵਿੱਤਰ ਆਤਮਾ ਦੁਆਰਾ ਮਜ਼ਬੂਤ ਹੋਣਗੇ ਹਾਲੇਲੂਇਆ ਅਸੀਂ ਪ੍ਰਾਰਥਨਾ ਕਰਦੇ ਰੂਹ ਵਿੱਚ ਪ੍ਰਾਰਥਨਾ ਕਰਾਂਗੇ ਲਿਗਾ ਸਾਕ ਟਾਂਟ ਰੜੀ ਉਹ ਸ਼ਲਮਾਂਗ ਰਬਾਲਾ ਬਾਹੋਸਾ ਕੋਲ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾਲਾ ਬਾਹੋਸਾ ਕੋਲ ਕੋ ਪ੍ਰੇਸ਼ ਅਸੀਂ ਸਾਰੇ ਬਰਾਵਾ ਦੇ ਲਈ ਪ੍ਰਾਰਥਨਾ ਕਰਾਂਗੇ ਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾਲਾ ਬਾਹੋਸਾ ਕੋਲ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਉਹ ਸ਼ਲਮਾਂਗ ਰਬਾਲਾ ਬਾਹੋਸਾ ਕੋਲ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾਲਾ ਬਾਹੋਸਾ ਕੋਲ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਉਹ ਸ਼ਲਮਾਂਗ ਰਬਾਲਾ ਬਾਹੋਸਾ ਕੋਲ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾਲਾ ਬਾਹੋਸਾ ਕੋਲ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਉਹ ਸ਼ਲਮਾਂਗ ਰਬਾਲਾ ਬਾਹੋਸਾ ਕੋਲ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾਲਾ ਬਾਹੋਸਾ ਕੋਲ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਆਕਰੜੀ ਕਰਾ ਲਿਗਾ ਬਾਲੇਗਾ ਬਾ ਹੋਂਗੇ ਬਰਬਸਾ ਲਿਗਾ ਬਰਬਸਾ ਨਗਸਾਨੇ ਨੇ ਰਬੋਨਾ ਬਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾ ਰਡੂਸ ਲਬਾਹੋਸਾ ਕੋਲ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਸ਼ਲਮਾਂਗ ਰਬਾਲਾ ਬਾਹੋਸਾ ਕੋਲ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੀ ਅਸੀਂ ਪਰਮੇਸ਼ਵਰ ਨੂੰ ਧੰਨਵਾਦ ਦੇ ਅਸੀਂ ਪ੍ਰਾਰਥਨਾ ਕਰਾਂਗੇ ਸਾਰੇ ਬਰਾਵਾ ਦੇ ਲਈ ਕਿ ਉਹਨਾਂ ਦੇ ਅੰਦਰੂਨੀ ਮਨੁੱਖ ਵਿੱਚ ਮਜ਼ਬੂਤ ਨਰੇਸ਼ ਮਸੀਹ ਦੇ ਨਾਮ ਵਿੱਚ ਧੰਨਵਾਦ ਕਰਨ ਲਈ ਸਾਕ ਟਾਂਟ ਰੜੇ ਅਤੇ 24 ਘੰਟੇ ਹਾਂ ਤਾਂ ਪਰਮੇਸ਼ਵਰ ਪਵਿੱਤਰ ਆਤਮਾ ਦੇ ਨਾਲ ਭਰ ਜਾਂਦੇ ਇਸ ਮਸੀਹ ਦੇ ਨਾਮ ਵਿੱਚ ਲਿਗਾ ਸਾਕ ਟਾਂਟ ਰੜੇ ਉਹ ਸ਼ਲਮਾਂਗ ਰਬਾਲਾ ਬਾਹੋਸਾ ਕੋਲ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੇ ਸ਼ਲਮਾਂਗ ਰਬਾਲਾ ਬਾਹੋਸਾ ਕੋਲ ਕੋ ਪ੍ਰੇਸ਼ ਉਹ ਪ੍ਰਗੜਾ ਬਜ਼ੋ ਪੜੀ ਕਲਿਗਾ ਸਾਕ ਟਾਂਟ ਰੜੇ ਸ਼ਲਮਾਂਗ ਰਬਾਲਾ ਬਾਹੋਸਾ ਕੋਲ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੇ ਸ਼ਲਮਾਂਗ ਰਬਾ ਰਡੂਸ ਲਬਾਹੋਸਾ ਕੋਲ ਕੋ ਪ੍ਰੇਸ਼ ਲਿਗਾ ਸਾਕ ਟਾਂਟ ਰੜੇ ਸ਼ਲਮਾਂਗ ਰਬਾਲਾ ਬਾਹੋਸਾ
सकल को प्रैश लिगा सांग टाट रे ओ शलमांग रबाला बाओ सकल को प्रैश लिगा सांग टाट रे शलमांग रबाला बाओ सकल को प्रैश लिगा सांग टाट रे शलमांग रबा रेडुस लबाहो सकल को प्रैश लिगा सांग टाट रे शलमांग रबाला बाओ सकल को प्रैश लिगा सांग टाट रे आक्रडी क्रा लेगा बा होंगे बरबसा लेगा बरबलिगा सांग टाट रे शलमांग रबाला बाओ सकल को प्रैश ओ प्रकट बजो पड़ी कलिगा सांग टाट रे शलमांग रबाला बाओ सकल को प्रैश ओ धन्यवाद कर परमेश्वर धन्यवाद कर सारी प्रार्थना प्रभु यीशु मसीह ਦੇ ਨਾਮ ਵਿੱਚ ਮੰਗਦੇ ਹਨ ਆਮੇਨ ਹਾਲੇਲੂਇਆ ਪ੍ਰੇਜ਼ ਦ ਲਾਰਡ ਅਤੇ ਅੱਜ ਦੀ ਦੂਜੀ ਪ੍ਰਾਰਥਨਾ ਦੀ ਅਸੀਂ ਪ੍ਰਾਰਥਨਾ ਕਰਾਂਗੇ ਬਾਈਬਲ ਦੇ ਅਧਿਐਨ ਜ਼ਬੂਰ ਦੀ ਪੋਥੀ 33 ਅਧਿਆਇ ਤੇ 5 ਆਇਤ ਕਹਿੰਦਾ ਹੈ ਉਹ ਸਤਿਨਿਸ਼ਟ ਅਤੇ ਨਿਆਂ ਨੂੰ ਪਿਆਰ ਕਰਦਾ ਹੈ ਧਰਤੀ ਯਹੋਵਾ ਦੀ ਦਇਆ ਨਾਲ ਭਰੀ ਹੋਈ ਹੈ ਅਸੀਂ ਪ੍ਰਾਰਥਨਾ ਕਰਾਂਗੇ ਦੁਨੀਆ ਦੇ ਸਾਰੇ ਦੇਸ਼ਾਂ ਖਾਸ ਕਰਕੇ ਭਾਰਤ ਵਿੱਚ ਕੁਧਰਮੀ ਲੋਕਾਂ ਦੇ ਕਰਮਾਂ ਦੇ ਵਿਰੋਧ ਵਿੱਚ ਪ੍ਰਾਰਥਨਾ ਕਰਾਂਗੇ ਹਾਲੇਲੂਇਆ ਅਸੀਂ ਪ੍ਰਾਰਥਨਾ ਕਰਾਂਗੇ ਦੁਸ਼ਟ ਲੋਕਾਂ ਦੇ ਲਈ ਪ੍ਰਾਰਥਨਾ ਕਰੋ ਜਿਨ੍ਹਾਂ ਨੇ ਸੰਸਾਰ ਨੂੰ ਗਰੀਬੀ ਹਿੰਸਾ ਅਤੇ ਮੌਤ ਨਾਲ ਭਰ ਦਿੱਤਾ ਹਾਂ ਤਾਂ ਜੋ ਲੋਕ ਪਰਮੇਸ਼ਵਰ ਦੀ ਚੰਗਾਈ ਦਾ ਅਨੁਭਵ ਨਾ ਕਰ ਸਕਣ जिस नाल धरती भरी हुई है हालेलुया असी प्रार्थना करांगे लिगा साक टाट रे शलबांग रबालाबा हो सकल को प्रैश लिगा साक टाट रे ओ शलमांग रबालाबा हो सकल को प्रैश लिगा साक टाट रे शलमांग रबालाबा हो सकल को प्रैश लिगा साक टाट रे शलमांग रबा रेडुस ओ लबा हो सकल को प्रैश लिगा साक टाट रे शलमांग रबालाबा हो सकल को प्रैश लिगा साक टाट रे ओ शलमांग रबालाबा हो सकल को प्रैश लिगा साक टाट रे शलमांग रबालाबा सकल को प्रैश लिगा साक टाट रे ਅਸੀਂ ਪ੍ਰਾਰਥਨਾ ਕਰਦੇ ਦੁਨੀਆ ਦੇ ਸਾਰੇ ਦੇਸ਼ਾਂ ਦੇ ਲਈ ਪ੍ਰਾਰਥਨਾ ਕਰਾਂਗੇ ਲਿਗਾ ਸਾਕ ਟਾਟ ਰੇ ਸ਼ਲਮਾਂਗ ਰਬਾਲਾਬਾਓ ਸਕਲ ਕੋ ਪ੍ਰੈਸ਼ਠਾ ਉਹ ਪ੍ਰਗਟ ਬਸ ਪੜੀ ਕਲਿਗਾ ਸਾਕ ਟਾਟ ਰੇ ਸ਼ਲਮਾਂਗ ਰਬਾਲਾਬਾਓ ਸਕਲ ਕੋ ਪ੍ਰੈਸ਼ ਲਿਗਾ ਸਾਕ ਟਾਟ ਰੇ ਸ਼ਲਮਾਂਗ ਰਬਾ ਰਡੁਸ ਉਹ ਲਬਾ ਹੋ ਸਕਲ ਕੋ ਪ੍ਰੈਸ਼ ਲਿਗਾ ਸਾਕ ਟਾਟ ਰੇ ਸ਼ਲਮਾਂਗ ਰਬਾਲਾਬਾਓ ਸਕਲ ਕੋ ਪ੍ਰੈਸ਼ ਲਿਗਾ ਸਾਕ ਟਾਟ ਰੇ ओ शलमांग रबालाबाओ सकल को प्रैश लिगा सांग टाट रे शलमांग रबालाबाओ सकल को प्रैश लिगा सांग टाट रे ओ धन्यवाद कर परमेश्वर भारत देश विच केवल तुहाड़ी सत्यनिष्ठा राज कर धन्यवाद कर लिगा साक टाट रे शलमांग रबालाबाओ सकल को प्रैश लिगा साक टाट रे ओ शलमांग रबालाबाओ सकल को प्रैश लिगा साक टाट रे शलमांग रबालाबाओ सकल को प्रैश ओ प्रकट बजो पड़ी कलिगा साक टाट रे शलमांग रबालाबाओ सकल को प्रैश लिगा साक टाट रे शलमांग रबा रेडुस ओ लबा हो सकल को प्रैश लिगा साक टाट रे शलमांग रबालाबाओ सकल को प्रैश लिगा साक टाट रे ओ शलमांग रबालाबाओ सकल को प्रैश लिगा साक टाट रे शलमांग रबालाबाओ सकल को प्रैश लिगा साक टाट रे आक्रडी क्रा लिगा बा होंगे बरबसा नगसा ने निर्बो नबलिगा साक टाट रे ओ शलमांग रबालाबाओ सकल को प्रैश लिगा साक टाट रे शलमांग रबालाबाओ सकल को प्रैश लिगा साक टाट रे ओ धन्यवाद दे परमेश्वर धन्यवाद कर परमेश्वर तुहाड़े वर्ग कोई नहीं परमेश्वर धन्यवाद कर परमेश्वर केवल तुहाड़ी सत्यनिष्ठा राज कर धन्यवाद कर लिगा साक टाट रे शलमांग रबालाबाओ सकल को प्रैश लिगा साक टाट रे ओ शलमांग रबालाबाओ सकल को प्रैश लिगा साक टाट रे शलमांग रबालाबाओ सकल को प्रैश लिगा साक टाट रे ओ शलमांग रबालाबाओ सकल को प्रैश लिगा साक टाट रे शलमांग रबालाबाओ सकल को प्रैश लिगा साक टाट रे आक्रडी क्रा लेगा बा होंगे बरबसा नगसा ने निर्बो नबलिगा साक टाट रे ओ शलमांग रबालाबाओ सकल को प्रैश लिगा साक टाट रे ओ धन्यवाद कर परमेश्वर केवल तुहाड़ी सिद्ध इच्छा पूरी होने धन्यवाद करें ਅਸੀਂ ਸਾਰੀ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੇਨ ਹਾਲੇਲੂਇਆ प्रेज द लॉर्ड ਅਤੇ आज ਦੀ ਤੀਜੀ ਪ੍ਰਾਰਥਨਾ ਬਿੰਦੀ ਅਸੀਂ ਪ੍ਰਾਰਥਨਾ ਕਰਦੇ ਹਾਂ ਬਾਈਬਲ ਦੇ ਅਧਿਐਨ ਪਹਿਲਾ ਤਿਮੋਥਿਉਸ ਦੂਸਰਾ ਅਧਿਆਇ ਤੇ ਚੌਥਾ ਆਇਤ ਕਹਿੰਦਾ ਹੈ ਜੋ ਚਾਹੁੰਦਾ ਹੈ ਕਿ ਸਾਰੇ ਮਨੁੱਖ ਬਚਾਏ ਜਾਣ ਅਤੇ ਸਾਰੇ ਸੱਚਾਈ ਨੂੰ ਜਾਣ ਸਕਣ ਹਾਲੇਲੂਇਆ ਅਸੀਂ ਪ੍ਰਾਰਥਨਾ ਕਰਾਂਗੇ ਆਪਣੇ ਪਰਿਵਾਰ ਦੇ ਲਈ ਅਤੇ ਆਪਣੇ ਗੁਆਂਢੀ ਦੇ ਲਈ ਅਤੇ ਆਪਣੇ ਦੋਸਤਾਂ ਦੇ ਲਈ ਪ੍ਰਾਰਥਨਾ ਕਰੋ ਜੋ ਬਚਾਏ ਨਹੀਂ ਗਏ ਹਨ ਕਿ ਉਹ ਮੁਕਤੀ ਪ੍ਰਾਪਤ ਕਰ ਰਹੇ ਹਨ ਅਤੇ ਯਿਸੂ ਦੇ ਨਾਮ ਵਿੱਚ ਸੱਚਾਈ ਦੇ ਗਿਆਨ ਵਿੱਚ ਆ ਰਹੇ ਹਨ ਅਸੀਂ ਪ੍ਰਾਰਥਨਾ ਕਰਾਂ ਕਿ ਉਹ ਯਿਸੂ ਨੂੰ ਆਪਣੇ ਪ੍ਰਭੂ ਅਤੇ ਮੁਕਤੀਦਾਤਾ ਵਜੋਂ ਪ੍ਰਾਪਤ ਕਰ ਰਹੇ ਹਨ ਹਾਲੇਲੂਇਆ ਪ੍ਰੇਜ਼ ਦ ਲਾਰਡ ਅਸੀਂ ਪ੍ਰਾਰਥਨਾ ਕਰਾਂਗੇ
रूह विच प्रार्थना कर अपने परिवार दे लिए, अपने गुआंढी दे लिए, अपने दोस्तां दे लिए प्रार्थना कर लीगा सांग टांट रे शलमांग रबाला बाहो सकल को प्रेश लीगा सांग टांट रे ओ शलमांग रबाला बाहो सकल को प्रेश लीगा सांग टांट रे शलमांग रबान दुस लबा हो सकल को प्रेश ओ लीगा सांग टांट रे शलमांग रबाला बाहो सकल को प्रेश लीगा सांग टांट रे ओ शलमांग रबान दुस लबा हो सकल को प्रेश लीगा सांग टांट रे शलमांग रबान दुस Labaho sakolo praise liga sak tat dish lamang rabalabao sakolo praise liga sak tat dish lamang rabalabao sakolo praise o bragada bazo padi kaliga sak tat dish lamang rabalabao sakolo praise धन्यवाद कर परमेश्वर मनुका दे दिला विच हाँ तो परमेश्वर खुले तो परमेश्वर खुशखबरी दे ले धन्यवाद करे तो परमेश्वर सच्चाई दे ज्ञान विच आने यीशु मसीह दे नाम विच धन्यवाद करे लिगा sak tat dish lamang rabalabao sakolo praise liga sak tat dish lamang rabal dus ola ba ho sakolo ko praise liga sak tat rish lamang rabala ba ho sakolo ko praise liga sak tat rish lamang rabal dus ola ba ho sakolo ko praise liga sak tat rish lamang rabala ba ho sakolo ko praise धन्यवाद कर पर हर एक रूह तुआड़े राज विच जुड़े धन्यवाद कर लिगा sak tat रे ओ शलमांग रबाला ba ho sakolo ko praise liga sak tat rish lamang rabala ba ho sakolo ko praise liga sak tat रे ओ शलमांग rabal dus la ba ho sakolo ko praise liga sak tat rish lamang rabal dus la ba ho sakolo ko praise o bragada bazo padi kaliga sak tat rish lamang rabal dus la ba ho sakolo ko praise liga sak tat rish lamang rabal dus o la ba ho sakolo ko praise liga sak tat rish lamang rabal dus la ba ho sakolo ko praise liga sak tat re o bragada bazo padi kaliga sak tat rish lamang rabal ba ho sakolo ko praise liga sak tat rish lamang rabal ba ho sakolo ko praise o bragada bazo padi kaliga sak tat rish lamang rabal ba ho sakolo ko praise o धन्यवाद कर परमेश्वर धन्यवाद कर ਅਸੀਂ ਸਾਰੀ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੇਨ ਹਾਲੇਲੂਇਆ ਪ੍ਰੇਜ਼ ਦ ਲਾਰਡ ਅਤੇ ਸਮਹਨ ਵਰਸ਼ਿਪ ਟੀਮ ਨੂੰ ਸਵਾਗਤ ਕਰਦੇ ਹਾਂ तू मेरी चाह तेरे सिवा और कुछ ना मैं चाह क्योंकि तू मेरा आनंद आनंद हाँ तू मेरी चाह और कुछ ना मैं चाहूँ तू मेरा आनंद तुझको मैं गाऊं हालेलुया तू मेरी चाहत तू मेरी चाहत तेरे सिवा और कुछ ना मैं चाहूं ओ यीशु तू है मेरा आनंद आनंद तुझको मैं गाऊं हालेलुया तू मेरी चाहत और कुछ ना मैं चाहूं तू मेरा आनंद तुझको मैं गाऊं हालेलुया विश्व से भी बढ़कर है तू मेरे लिए विश्व से भी बढ़कर है तू मेरे लिए विश्व से भी तू विश्व से बढ़कर मेरे लिए हाँ सारी चीजों से बढ़कर सारी चीजों से बढ़कर से भी बढ़कर है तू तू मेरी चाहत
कुछ नहीं मेरा आनंद आनंद तुझको मैं गाऊं हालेलुया तू मेरी चाहत तू मेरी चाहत और कुछ ना मैं चाहूं तेरे सिवा तू मेरा आनंद तुझको मैं गाऊं हालेलुया सारे विश्व से बढ़कर है तू सारे विश्व से हाँ हाँ है तू मेरे लिए गाइए विश्व से बढ़कर हाँ सारे पैसों से बढ़कर मेरे जॉब से बढ़कर हाँ विश्व की हर एक चीज से बढ़कर हर एक रिश्ते से बढ़कर मेरे परिवार से बढ़कर मेरे करियर से बढ़कर ओ यीशु गाइए 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 मेरे लिए विश्व से भी बढ़कर विश्व से मेरे लिए तू है तू बढ़ इस विश्व से मेरे लिए तू है यीशु विश्व से बढ़कर सबसे बढ़कर मेरे लिए Hallelujah. Praise the Lord. Praise the Lord. At a summer hun Vasikta Sangrada at the Arch the Ait Pastor Chris Yossian at the Arch the Ait the title hun Asi Akri Dina which ha Hallelujah at the Arch the Ait Pela Kurantia 15 अध्याय ते 51 ਅਤੇ 52 ਆਇਤ ਵਿੱਚ ਲਿਆ ਗਿਆ ਹਨ ਵੇਖੋ ਮੈਂ ਤੁਹਾਨੂੰ ਇੱਕ ਭੇਟ ਦੱਸਦਾ ਹਾਂ ਜੋ ਅਸੀਂ ਸਾਰੇ ਨਹੀਂ ਸੁਆਂਗੇ ਪਰ ਸਾਰੇ ਪਲ ਭਰ ਵਿੱਚ आग दी जमक विच आखरी तूरी फूकदियां सार बदल जावेंगे तूरी फूकी जावेगी ऐते मुर्दे अविनाशी हो के जी उठेंगे ऐते असी बदल जावेंगे हालेलुया जड़ो तुसी बाइबल विच अंतले दिनां बारे पढ़दे हो तां तुहानू इस नू पहला संदर्भ ਅਤੇ ਫਿਰ ਲੇਖਕ ਦੇ ਸੰਦੇਸ਼ ਦੀ ਦ੍ਰਿਸ਼ਟੀਕੋਣ ਤੇ ਸਮਝਦਾ ਪੈਂਦਾ ਹਾਂ ਹਾਲੇਲੂਇਆ ਬਾਈਬਲ ਵਿੱਚ ਅਕਸਰ ਜ਼ਿਕਰ ਕੀਤੇ ਗਏ ਅੰਤ ਦੇ ਦਿਨ 1000 ਸਾਲ ਦੇ ਰਾਜ ਤੋਂ ਪਹਿਲਾਂ ਦੇ ਦਿਨਾਂ ਨੂੰ ਦਰਸਾਉਂਦੇ ਹਨ ਹੁਣ ਜਿਨ੍ਹਾਂ ਨਬੀਆਂ ਨੇ ਖਾਸ ਤੌਰ ਤੇ ਉਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਸੀ ਉਹਨਾਂ ਵਿੱਚ ਕਲੀਸਿਆ ਦਾ ਯੋਗ ਸ਼ਾਮਲ ਨਹੀਂ ਸੀ ਹਾਲੇਲੂਇਆ ਇਸ ਲਈ ਜਦੋਂ ਅਸੀਂ ਆਖਰੀ ਦਿਨ ਕਹਿੰਦੇ ਹਾਂ ਅਸੀਂ ਨਬੀਆਂ ਦੇ ਦੁਆਰਾ ਪ੍ਰਦਾਨ ਕੀਤੇ ਗਏ ਯਹੂਦੀ ਕੈਲੰਡਰ ਦੇ ਸੰਬੰਧ ਵਿੱਚ ਆਖਰੀ ਦਿਨਾਂ ਬਾਰੇ ਗੱਲ ਨਹੀਂ ਕਰ ਰਹੇ ਹਾਂ ਇੱਥੇ ਬਹੁਤ ਸਾਰੇ ਚਿੰਨ੍ਹ ਹਨ ਜੋ ਤੁਹਾਨੂੰ ਇਹ ਦਰਸ਼ਨ ਦੇਣਗੇ ਕਿ ਅਸੀਂ ਕਿੱਥੇ ਹਾਂ ਅਤੇ ਕੌਮਾਂ ਦੇ
ਨਿਰਣੇ ਸ਼ੁਰੂ ਹੋਣ ਤੋਂ ਪਹਿਲਾਂ ਸੰਸਾਰ ਕੋਲ ਕਿੰਨਾ ਸਮਾਂ ਹਾਂ। ਹਾਲੇਲੂਇਆ। ਇਸ ਲਈ ਭਾਵੇਂ ਤੁਸੀਂ ਅੱਜ ਜਿੱਥੇ ਵੀ ਹੋ, ਮੈਂ ਚਾਹੁੰਦਾ ਹੈ ਕਿ ਤੁਸੀਂ ਇਹ ਜਾਣੋ ਕਿ ਯਿਸੂ ਜਲਦੀ ਹੀ ਆ ਰਿਹਾ ਹਾਂ। ਹਾਲੇਲੂਇਆ। ਇੱਥੇ ਉਹ ਲੋਕ ਹਨ ਜੋ ਇਸ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਉਸ ਦੀ ਉਡੀਕ ਕਰ ਰਹੇ ਹਨ, ਔਰ ਵੀ ਕਈ ਲੋਕ ਹਨ ਜੋ ਇਹ ਨਹੀਂ ਸੋਚਦੇ ਕਿ ਉਹ ਆ ਰਿਹਾ ਹੈ ਅਤੇ ਇਸ ਲਈ ਉਹ ਉਸ ਦੀ ਉਮੀਦ ਨਹੀਂ ਕਰ ਰਹੇ ਹਨ, ਪਰ ਉਹ ਆ ਰਿਹਾ ਹੈ ਅਤੇ ਉਹ ਉਹਨਾਂ ਲਈ ਆ ਰਿਹਾ ਹੈ ਜੋ ਉਸ ਦੇ ਪ੍ਰਗਟ ਹੋਣ ਨੂੰ ਪਿਆਰ ਕਰਦੇ ਹਨ। ਹਾਲੇਲੂਇਆ। ਪਹਿਲਾ 2 ਤਿਮੋਥਿਉਸ ਅਤੇ 14 ਅਧਿਆਇ ਅਤੇ 8 ਆਇਤ, ਜਿਹੜੇ ਉਸ ਦੀ ਉਡੀਕ ਕਰ ਰਹੇ ਹਨ। ਬਾਈਬਲ ਕਹਿੰਦੀ ਹੈ ਕਿ ਧਨ ਹਨ ਉਹ ਜਿਹੜੇ ਉਸ ਦੀ ਵਾਪਸੀ ਦੀ ਉਡੀਕ ਕਰ ਰਹੇ ਹਨ। ਲੂਕਾ 12 ਅਧਿਆਇ ਅਤੇ 37 ਆਇਤ, ਜਿਹੜੇ ਇਸੇ ਤਰ੍ਹਾਂ ਕਹਿ ਰਹੇ ਹਨ, ਆਓ ਪ੍ਰਭੂ ਯਿਸੂ ਹਾਲੇਲੂਇਆ ਆਪਣੀ ਜ਼ਿੰਦਗੀ ਉਸ ਮਨੁੱਖ ਵਾਂਗ ਜਿਓ ਜੋ ਉਸ ਦੀ ਉਡੀਕ ਕਰ ਰਹੇ ਹਾਂ। ਇੱਕ ਮਨੁੱਖ ਦੇ ਰੂਪ ਵਿੱਚ ਜੋ ਉਸ ਦੀ ਉਡੀਕ ਕਰ ਰਿਹਾ ਹਾਂ। ਯਾਦ ਰੱਖੋ ਲਗਭਗ 2000 ਸਾਲ ਹੋ ਗਏ ਹਨ ਜਦੋਂ ਉਹ ਇਸ ਸੰਸਾਰ ਤੋਂ ਅਲਵਿਦਾ ਹੈ। ਹਾਲੇਲੂਇਆ। ਉਸ ਦੇ ਆਉਣ ਬਾਰੇ ਨਬੀਆਂ ਦੇ ਬਚਨ ਸਾਡੀਆਂ ਅੱਖਾਂ ਸਾਹਮਣੇ ਪੂਰੇ ਹੋ ਰਹੇ ਹਨ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਸਨੇ ਆਪਣੇ ਆਪ ਕੀਆ ਅਤੇ ਬਾਈਬਲ ਦੇ ਅਧਿਐਨ ਪ੍ਰਕਾਸ਼ ਦੀ ਪੋਥੀ 22 ਅਧਿਐਨ ਅਤੇ 20 ਆਇਤ ਕਹਿੰਦਾ ਹੈ, ਯਕੀਨਨ ਮੈਂ ਜਲਦੀ ਆ ਰਿਹਾ ਹਾਂ। ਹਾਲੇਲੂਇਆ। ਉਹ ਆਪਣੀ ਕਲੀਸਿਆ ਦੇ ਲਈ ਆ ਰਿਹਾ ਹਾਂ ਕਿ ਤੁਸੀਂ ਉਸ ਦੇ ਕਲੀਸਿਆ ਦੇ ਸੰਦੇਸ਼ ਹੋ। ਹਾਲੇਲੂਇਆ। ਉਸ ਦਿਨ ਇਹ ਕੁਝ ਹੌਲੀ ਪ੍ਰਕਿਰਿਆ ਵਿੱਚ ਨਹੀਂ ਹੋਣ ਵਾਲਾ ਹੈ। ਇਹ ਇੱਕ ਪਲ ਵਿੱਚ ਇੱਕ ਅੱਖ ਦੇ ਝਪਕਦੇ ਵਿੱਚ ਹੋਵੇਗਾ। ਅਸੀਂ ਹਵਾ ਵਿੱਚ ਪ੍ਰਭੂ ਨੂੰ ਮਿਲਣ ਇਸ ਲਈ ਸੰਸਾਰ ਤੋਂ ਬਾਹਰ ਆ ਜਾਵੇਗਾ। ਹਾਲੇਲੂਇਆ। ਅਣਜਾਣਪੁਣੇ ਨੂੰ ਪਕੜੇ ਨਾ ਰਹੋ। ਹਾਲੇਲੂਇਆ। ਮਸੀਹ ਵਿੱਚ ਸਤਿਨਿਸ਼ਟ ਵਿੱਚ ਰਹੋ ਅਤੇ ਉਸ ਦੇ ਲਈ ਜਿਉਂਦੇ ਰਹੋ। ਹਾਲੇਲੂਇਆ। ਪ੍ਰੇਜ਼ ਦ ਲਾਰਡ। ਅਤੇ ਸਮਾਂ ਹਨ ਪ੍ਰਾਰਥਨਾ ਦਾ। ਐਸੇ ਤੁਸੀਂ ਆਪਣੇ ਅੱਖਾਂ ਨੂੰ ਬੰਦ ਕਰਕੇ ਆਪਣੇ ਪਵਿੱਤਰ ਹੱਥਾਂ ਨੂੰ ਸਵਰਗ ਦੇ ਉਠਾਣੇ ਤੇ ਇਸ ਪ੍ਰਾਰਥਨਾ ਨੂੰ ਮੇਰੇ ਪਿੱਛੇ ਕਹਿ ਸਕਦੇ ਹਾਂ। ਪਿਆਰੇ ਪਿਤਾ ਜੀ, ਮੇਰੇ ਜੀਵਨ ਵਿੱਚ ਪਵਿੱਤਰ ਆਤਮਾ ਦੀ ਆਸ਼ੀਸ਼ ਅਤੇ ਸੇਵਕਾਈ ਦੇ ਲਈ ਤੁਹਾਡਾ ਧੰਨਵਾਦ, ਜੋ ਮੈਨੂੰ ਤੁਹਾਡੀ ਸ਼ਾਨਦਾਰ ਵਾਪਸੀ ਦੀ ਉਡੀਕ ਕਰਦੇ ਹੋਏ ਸਤਿਨਿਸ਼ਠਾ ਦੇ ਮਾਰਗ ਅਤੇ ਮਾਰਗਦਰਸ਼ਨ ਅਤੇ ਰੱਖਦਾ ਹੈ। ਮੈਂ ਹੁਣ ਵੀ ਉਹਨਾਂ ਲਈ ਪ੍ਰਾਰਥਨਾ ਕਰਦਾ ਹਾਂ ਜਿਨ੍ਹਾਂ ਨੇ ਅਜੇ ਤੱਕ ਇੰਜਿਲ ਨੂੰ ਪ੍ਰਾਪਤ ਕਰਨਾ ਹੈ, ਕਿ ਉਹ ਮਸੀਹ ਦੀ ਮੁਕਤੀ ਦੀ ਕਿਰਪਾ ਦੇ ਸੰਦੇਸ਼ ਦੁਆਰਾ ਆਪਣੇ ਦਿਲਾਂ ਵਿੱਚ ਕਾਇਲ ਹੋ ਜਾਣ ਅਤੇ ਯਿਸੂ ਦੇ ਨਾਮ ਵਿੱਚ ਇਸ ਸ਼ਾਨਦਾਰ ਇੰਜਿਲ ਨੂੰ ਪ੍ਰਾਪਤ ਕਰਨ ਨਾਲ ਮਿਲਣ ਵਾਲੀ ਸ਼ਾਂਤੀ ਅਤੇ ਭਰੋਸਾ ਦਾ ਅਨੁਭਵ ਕਰਨ। ਆਮੇਨ। ਹਾਲੇਲੂਇਆ। ਪ੍ਰੇਜ਼ ਦ ਲਾਰਡ। ਅਤੇ ਤੁਸੀਂ ਔਰ ਅਧਿਐਨ ਪੜ੍ਹ ਸਕਦੇ ਹੋ 2 ਪਤਰਸ 3 ਅਧਿਆਇ 3 ਤੇ 5 NLT ਅਨੁਵਾਦ ਵਿੱਚ ਅਤੇ ਪਹਿਲਾ ਤੁਸਲੋਨੀਕੀਆਂ 4 ਅਧਿਆਇ 16 ਤੇ 18 ਆਇਤ। ਹਾਲੇਲੂਇਆ। ਪ੍ਰੇਜ਼ ਦ ਲਾਰਡ। हालेलुया। प्रेज द लॉर्ड। मैं सबसे पहले परमेश्वर का धन्यवाद देती हूँ और धन्यवाद देती अपने पास्टर सर का। अब मेरी गवाही है, एक भाई है आजमगढ़ में और वो भाई बहुत बीमार थे, उनको पानी नहीं पचता था, तो उनको ऑपरेशन हुआ, फिर भी वो भाई सही नहीं हुए। तो जैसे वो भाई ऑपरेशन के बाद भी बहुत ज़्यादा सीरियस हो गए। तो भाई मेरे हस्बैंड से काम करते हैं,
तो भाई को याद आया कि मेरे आदमी उनको बोले भी थे कि चलो प्रार्थना में, तो बोले मेरे भाई तो गांव में रहते हैं, ठीक है मेरे भाई के लिए प्रार्थना मैं करा लेता हूँ। तो जैसे जब वो उनके भाई के लिए प्रार्थना किए यीशु के नाम में, तो उनके भाई अच्छे हो गए। जैसे जो आईसीयू में थे वो जनरल में आ गए, और इस समय एकदम उनके भाई पूरी तरह से चंगे हैं। और जैसे अच्छे हुए फिर मुझे फ़ोन किए कि भाई मेरे भाई बहुत अच्छे हैं, इसलिए मैं परमेश्वर को धन्यवाद देती हूँ, और परमेश्वर के राज में मैं भी कुछ बीज बोना चाहता हूँ। वो भाई उत्साहित हैं, उनके भाई अच्छे हैं, इसलिए मैं परमेश्वर को धन्यवाद देती हूँ, और धन्यवाद देती हूँ अपने पास्टर सर का। थैंक यू पास्टर। मत सोचिएगा कि आपने कोई गलती कर दी या आपने कुछ इतना बड़ा काम कर दिया कि परमेश्वर का प्रेम आपके लिए खत्म हो गया, और कभी मत होने दीजिएगा कि आप अपने आप को बेकार समझें। जब आप 24 घंटे प्रेम में चल रहे हो तो आप 24 घंटे किस में चल रहे हो? परमेश्वर की भरपूरी में। प्रेज द लॉर्ड, हालेलुया। अगर आपको उद्धार में चलना है तो आपको प्रेम करना पड़ेगा। प्रेज द लॉर्ड। तो प्रेम केवल मुंह का नहीं है, प्रेम में आप एक कदम उठाते हो। जैसे परमेश्वर ने जब हमसे प्रेम किया तो उसने कुछ किया। जो सम्मान परमेश्वर ने यीशु मसीह को दिया, जो मौका परमेश्वर ने यीशु मसीह को दिया, वही मौका उसने मुझे और आपको दिया। हालेलुया। उसने हमें उसके पास बुला लिया। हालेलुया। उसने हमारा उसके बीच का जो संबंध टूट गया था उसको क्या कर दिया? जोड़ दिया। ग्लोरी। किसकी वजह से? प्रेम की वजह से। हालेलुया। मैं आदेश देता हूं बीमारी को उनके शरीरों से जाने का यीशु मसीह के नाम। मैं उन अशुद्ध आत्माओं को, उन दुर्बलता की आत्माओं को, उन बीमारी फैलाने वाली आत्माओं को आदेश देता हूं उनके शरीरों से जाने का और वापस नहीं आने का यीशु मसीह के नाम। ओ यीशु, तू ही है, हाँ केवल तू ही है, तेरे सिवा और कोई भी नहीं। तू मार्ग है, सत्य और जीवन है। तू ही मार्ग है, तू ही सत्य है, तू ही जीवन है मेरे प्रभु। तू ही मार्ग है, तू ही सत्य है, तू ही जीवन है मेरे प्रभु। तेरा सजदा करूं, सजदा करूं, सजदा करूं। यीशुआ तेरा सजदा करूं, सजदा करूं, सजदा सजदा करूं। तू ज्योति है, जीवन की रोटी है, मेरा हमरा ही मेरा प्रभु। तू ही ज्योति है, तू ही ज्योति है, जीवन की रोटी, जीवन की रोटी, मेरा हमरा ही मेरा प्रभु। सजदा करूं, उसका सजदा कीजिए सजदा करूं, पूरे दिल के साथ। सजदा करूं, आराधना कीजिए। सजदा करूं, सजदा करूं, सजदा करूं। मेरी चाहत तू, मेरी आरज़ू, मेरा हौसला मेरा प्रभु। ओ यीशु, मेरी चाहत तू, मेरी मेरी आरज़ू, मेरा हौसला, मेरा हौसला मेरा प्रभु। सजदा करूं, सजदा करूं, सजदा करूं। सजदा करूं, सजदा
सजदा करूं यीशु तेरा मैं सजदा करूं सजदा करूं सजदा करूं सजदा करूं सजदा करूं सजदा करूं यीशु तू ही है तेरे सिवा कोई नहीं 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 मैं सजदा करूं सजदा करूं सजदा करूं यीशु सजदा करूं सजदा करूं सजदा मैं तेरा सजदा करूं तेरा सजदा करूं तेरा सजदा करूं ओ यीशुआ क्योंकि तू महान है महान है महान है Lindra la satolo le tere li baha. Lindra gadare le setele indra langra gabrabante le he baha. Libra gadare le sheshetele hindra langra gabrabodro lo shatili hi la baha. Lindra gadare le sheshetele hindra langra gabrabantre le shetele baha. Lidro gadare le sheshetele indra langra gabraboso le hotala baha. Lidro gamandro le shetele inkra gadare le shetele idra langra gabrabante. Lidra gadare lisha tolo kodombre gadare libra baha. Lindra gadare le setele indra langra gabrabandre le shetele baha. ਹਾਲੇਲੂਇਆ। ਅਸੀਂ ਪ੍ਰਾਰਥਨਾ ਕਰਨ ਵਾਲੇ ਹਾਂ ਆਪਣੇ ਸਾਰੇ ਚਰਚ ਮੈਂਬਰ ਵਾਲੇ ਵਾਸਤੇ, ਹਰ ਚਰਚ ਮੈਂਬਰ ਵਾਸਤੇ ਜੋ ਕਿਸੇ ਵੀ ਬਿਮਾਰੀ ਵਾਸਤੇ ਪਰੇਸ਼ਾਨ ਹੈ ਕਿ ਉਹ ਚੰਗਿਆਈ ਨੂੰ ਗ੍ਰਹਿਣ ਕਰੇ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਅਗਰ ਉਹਨਾਂ ਦੇ ਸਰੀਰਾਂ ਵਿੱਚ ਕੋਈ ਦੁਰਬਲਤਾ ਹੈ ਤਾਂ ਉਹ ਜਾ ਰਹੀ ਹੈ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਸ਼ੈਤਾਨ ਦਾ ਕੋਈ ਵੀ ਕੰਮ ਉਹਨਾਂ ਦੇ ਸਰੀਰਾਂ ਵਿੱਚ ਕੰਮ ਨਹੀਂ ਕਰ ਪਾਏਗਾ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਅਸੀਂ ਬਿਮਾਰੀ ਫੈਲਾਉਣ ਵਾਲੇ ਸ਼ੈਤਾਨਾਂ ਦੇ ਹੱਥਾਂ ਨੂੰ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਕੱਟਦੇ ਹਾਂ। Ran setele brabaha. Lindra gadare le setele indra la brabaha. Le treke dere lisa lo satele he kadibaha. Lindra gadare le setele hidra la gaba. Lidra gadare lisa to lo godobe baha. Lindra gadare le setele hidra la angra gabrabandre le ke sika dura kadire le baha. ਜੋ ਸਾਡੇ ਅੰਦਰ ਹੈ ਉਹ ਮਹਾਨ ਹੈ ਜੋ ਇਸ ਸੰਸਾਰ ਦੇ ਵਿੱਚ ਹੈ। Ondre le preke dere le setele ke ding. ਸੱਚਾਈ ਦੀ ਸਮਝ ਉਹਨਾਂ ਅੰਦਰ ਗਹਿਰੀ ਹੋ ਰਹੀ ਆ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਉਹਨਾਂ ਦੇ ਅੰਦਰ ਸੱਚਾਈ ਦੀ ਸਮਝ ਗਹਿਰੀ ਹੋ ਰਹੀ ਆ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਉਹਨਾਂ ਦੇ ਸਰੀਰਾਂ ਵਿੱਚ ਅਸੀਂ ਜੀਵਨ ਬੋਲਦੇ ਆ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਪਰਮੇਸ਼ਵਰ ਦੀ ਸਾਮਰਥ ਨੂੰ ਅਸੀਂ ਉਹਨਾਂ ਦੇ ਸਰੀਰਾਂ ਦੇ ਵਿੱਚ ਅਗਰਸਰ ਕਰਦੇ ਆ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਉਹਨਾਂ ਸ਼ੈਤਾਨ ਦੇ ਹੱਥਾਂ ਨੂੰ ਅਸੀਂ ਆਪਣੇ ਚਰਚ ਮੈਂਬਰਾਂ ਦੇ ਜੀਵਨ ਦੇ ਵਿੱਚੋਂ ਕੱਟਦੇ ਆ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਓ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡਾ ਧੰਨਵਾਦ ਕਰਦੇ ਹਾਂ ਔਰ ਇਸ ਪ੍ਰਾਰਥਨਾ ਨੂੰ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ। ਆਮੀਨ ਹਾਲੇਲੂਇਆ। ਪਿਤਾ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਦਇਆ ਵਾਸਤੇ, ਕਰੁਣਾ ਵਾਸਤੇ। ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ ਸਾਨੂੰ ਪ੍ਰਾਰਥਨਾ ਕਰਨ ਦਾ ਸਨਮਾਨ ਦੇਣ ਵਾਸਤੇ, ਜਿਹਦੇ ਦੁਆਰਾ ਅਸੀਂ ਵਿਸ਼ਵ ਦੇ ਵਿੱਚ ਬਦਲਾਵਾਂ ਨੂੰ ਲੈ ਕੇ ਆ ਰਹੇ ਹਾਂ। ਪ੍ਰਾਰਥਨਾ ਦੇ ਵਿਸ਼ੇ ਵਿੱਚ ਐਕਸਾਈਟਿੰਗ ਚੀਜ਼ ਇਹ ਹੈ ਪ੍ਰਭੂ ਜੀ ਕਿ ਤੁਸੀਂ ਉਹਦਾ ਉੱਤਰ ਦਿੰਦੇ ਹੋ। ਤੁਹਾਡਾ ਧੰਨਵਾਦ ਕਰਦੇ ਹਾਂ ਆਪਣੇ ਆਤਮਾ ਦੇ ਦੁਆਰਾ ਸਾਨੂੰ ਨਿਰਦੇਸ਼ਿਤ ਕਰਨ ਵਾਸਤੇ। ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਇਸ ਸਮੇਂ ਵਾਸਤੇ ਜੋ ਇਸ ਸਮਾਂ ਤੁਸੀਂ ਸਾਨੂੰ ਦਿੱਤਾ ਕਿ ਅਸੀਂ ਸਿੱਖੀਏ
ਚੱਲੀਏ ਔਰ ਅੱਗੇ ਵਧੀਏ। ਅਸੀਂ ਕਹਿੰਦੇ ਹਾਂ ਕਿ ਸਾਡੀ ਆਤਮਾ ਔਰ ਸਾਡੇ ਮਸਤਿਸ਼ਕ ਖੁੱਲੇ ਆ ਪ੍ਰਭੂ ਤੁਹਾਡੇ ਵਚਨ ਨੂੰ ਸੁਣਨ ਵਾਸਤੇ ਔਰ ਗ੍ਰਹਿਣ ਕਰਨ ਵਾਸਤੇ, ਔਰ ਇਸ ਪ੍ਰਾਰਥਨਾ ਨੂੰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ। ਤੁਸੀਂ ਬੈਠ ਸਕਦੇ ਹੋ ਔਰ ਜ਼ੋਰ ਨਾਲ ਯੀਸ਼ੂ ਮਸੀਹ ਵਾਸਤੇ ਤਾਲੀ ਵਜਾ ਸਕਦੇ ਹੋ। ਹਾਲੇਲੂਇਆ। ਇੱਕ ਗਾਣਾ ਹੈ ਜੋ ਮੇਰੀ ਆਤਮਾ ਵਿੱਚ ਆ ਰਿਹਾ ਵਾ ਔਰ ਮੈਂ ਚਾਹਨਾ ਹਾਂ ਕਿ ਆਪਾਂ ਸਭ ਜਣ ਗਾਈਏ, ਸਾਨੂੰ ਪਤਾ ਵੀ ਹੋਏਗਾ। ਪ੍ਰੇਜ਼ ਦ ਲਾਰਡ। ਚਰਚ ਅੱਗੇ ਵਧ ਰਿਹਾ, ਚਰਚ ਅੱਗੇ ਵਧ ਰਿਹਾ, ਨਰਕ ਦੇ ਫਾਟਕ ਪ੍ਰਬਲ ਨਹੀਂ ਹੋਂਗੇ ਕਿ ਚਰਚ ਅੱਗੇ ਵਧ ਰਿਹਾ, ਚਰਚ ਅੱਗੇ ਵਧ ਰਿਹਾ, ਚਰਚ ਅੱਗੇ ਵਧ ਰਿਹਾ, ਨਰਕ ਦੇ ਫਾਟਕ ਪ੍ਰਬਲ ਨਹੀਂ ਹੋਂਗੇ ਕਿ ਚਰਚ ਅੱਗੇ ਵਧ ਰਿਹਾ। ਕੁਛ ਲੋਕ ਨਹੀਂ ਗਾ ਰਹੇ, ਸਭ ਲੋਕ ਗਾ ਸਕਦੇ ਆ। ਚਰਚ ਅੱਗੇ ਵਧ ਰਿਹਾ, ਚਰਚ ਅੱਗੇ ਵਧ ਰਿਹਾ, ਨਰਕ ਦੇ ਫਾਟਕ ਪ੍ਰਬਲ ਨਹੀਂ ਹੋਂਗੇ ਕਿ ਚਰਚ ਅੱਗੇ ਵਧ ਰਿਹਾ। ਮੈਂ ਅੱਗੇ ਵਧ ਰਿਹਾ, ਮੈਂ ਅੱਗੇ ਵਧ ਰਿਹਾ, ਮੈਂ ਅੱਗੇ ਵਧ ਰਿਹਾ, ਨਰਕ ਦੇ ਫਾਟਕ ਪ੍ਰਬਲ ਨਹੀਂ ਹੋਂਗੇ ਕਿ ਮੈਂ ਅੱਗੇ ਵਧ ਰਿਹਾ। ਇੱਕ ਵਾਰ ਹੋਰ, ਮੈਂ ਅੱਗੇ ਵਧ ਰਿਹਾ, ਮੈਂ ਅੱਗੇ ਵਧ ਰਿਹਾ, ਨਰਕ ਦੇ ਫਾਟਕ ਪ੍ਰਬਲ ਨਹੀਂ ਹੋਂਗੇ ਕਿ ਮੈਂ ਅੱਗੇ ਵਧ ਰਿਹਾ। ਹਾਲੇਲੂਇਆ। ਜ਼ੋਰ ਨਾਲ ਤਾਲੀ ਵਜਾਵਾਂਗੇ ਯੀਸ਼ੂ ਮਸੀਹ ਦੇ ਵਾਸਤੇ। ਆਪਣੇ ਪੜੋਸੀ ਨੂੰ ਬੋਲ ਸਕਦੇ ਹੋ ਤੁਸੀਂ ਕਿ ਖੁਸ਼ੀ ਹੋਈ ਤੁਹਾਨੂੰ ਦੇਖ ਕੇ ਔਰ ਸੰਡੇ ਚਰਚ ਵਿੱਚ ਤੁਹਾਡਾ ਸਵਾਗਤ ਹੈ। ਹਾਲੇਲੂਇਆ। ਇਹ ਸਾਡਾ ਪਹਿਲਾ ਸੰਡੇ ਆ ਔਰ ਇਹ ਮਹੀਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਪ੍ਰੇਜ਼ ਦ ਲਾਰਡ। ਇਹ ਕਿਹੜਾ ਮਹੀਨਾ ਵਾ? ਇਹ ਕ੍ਰਿਸਮਸ ਦਾ ਮਹੀਨਾ ਵਾ। ਗਲੋਰੀ। ਔਰ ਪਾਸਟਰ ਨੇ ਬੋਲਿਆ ਕਿ ਇਹ ਵਿਸ਼ਵ ਦਾ ਸਭ ਤੋਂ ਵੱਡਾ ਕ੍ਰਿਸਮਸ ਦਾ ਮਹੀਨਾ ਹੋਣ ਵਾਲਾ। ਹਾਲੇਲੂਇਆ। ਔਰ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਉਤਸ਼ਾਹਿਤ ਹੋ। ਆਪਣੇ ਉਤਸ਼ਾਹ ਨੂੰ ਬਣਾਏ ਰੱਖੋ। ਤੁਹਾਡੇ ਆਸ-ਪਾਸ ਕੁਝ ਵੀ ਕਿਉਂ ਨਾ ਹੋ, ਤੁਸੀਂ ਕੋਈ ਵੀ ਖਬਰ ਕਿਉਂ ਨਾ ਸੁਣੋ, ਉਸ ਨਾਲ ਤੁਸੀਂ ਵਿਚਲਿਤ ਨਹੀਂ ਹੋਣਾ। ਬਾਈਬਲ ਕਹਿੰਦੀ ਆ ਕਿ ਪਰਮੇਸ਼ਵਰ ਦਾ ਆਨੰਦ ਸਾਡੀ ਸਾਮਰਥ ਹੈ। ਪ੍ਰੇਜ਼ ਦ ਲਾਰਡ। ਕਿਹਦਾ ਆਨੰਦ? ਪ੍ਰਭੂ ਦਾ ਆਨੰਦ। ਜਿੰਨੀ ਦੇਰ ਤੱਕ ਤੁਸੀਂ ਆਨੰਦਿਤ ਹੋ, ਤੁਹਾਨੂੰ ਕੋਈ ਨਹੀਂ ਹਰਾ ਸਕਦਾ। ਪ੍ਰੇਜ਼ ਦ ਲਾਰਡ। ਇਹ ਉਸ ਤਰੀਕੇ ਨਾਲ ਹੈ ਕਿ ਜਦੋਂ ਇਨਸਾਨ ਬਿਮਾਰ ਹੁੰਦਾ, ਉਹਦੀ ਭੁੱਖ ਚਲੀ ਜਾਂਦੀ ਆ ਔਰ ਅਗਰ ਉਹ ਖਾਣਾ ਖਾਂਦਾ ਰਹੇ ਤਾਂ ਉਹ ਬਿਮਾਰ ਨਹੀਂ ਹੋਏਗਾ। ਉੱਦਾਂ ਹੀ ਮਸੀਹ ਦੇ ਰੂਪ ਵਿੱਚ ਜਦੋਂ ਤੁਸੀਂ ਆਪਣਾ ਆਨੰਦ ਬਣਾ ਕੇ ਰੱਖੋਗੇ, ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਬਹੁਤ ਜ਼ਰੂਰੀ ਹੈ ਕਿ ਤੁਸੀਂ ਇਹਨੂੰ ਜਾਣੋ। ਇਹ ਆਨੰਦ ਮਨਾਉਣ ਦਾ ਮਹੀਨਾ ਹੈ ਔਰ ਆਪਾਂ ਕ੍ਰਿਸਮਸ ਮਨਾ ਰਹੇ ਹਾਂ ਔਰ ਤੁਸੀਂ ਸਾਡੇ ਨਾਲ ਕ੍ਰਿਸਮਸ ਮਨਾ ਰਹੇ ਹੋ। ਮੇਰੇ ਕੋਲ ਅੱਜ ਤੁਹਾਡੇ ਵਾਸਤੇ ਟੌਪਿਕ ਹੈ, ਅੱਜ ਸਵੇਰ ਜੋ ਸਾਡੇ ਸਾਰਿਆਂ ਦੀ ਮਦਦ ਕਰੇਗਾ। ਔਰ ਟੌਪਿਕ ਹੈ ਆਤਮਾਵਾਂ ਨੂੰ ਜਿੱਤਣਾ, ਹਰ ਮਸੀਹ ਦੀ ਸੇਵਕਾਈ। ਪ੍ਰੇਜ਼ ਦ ਲਾਰਡ। ਕੀ ਹੈ ਟੌਪਿਕ? ਤੁਸੀਂ ਬੋਲ ਸਕਦੇ ਹੋ, ਆਤਮਾਵਾਂ ਜਿੱਤਣਾ, ਹਰ ਮਸੀਹ ਦੀ ਸੇਵਕਾਈ। ਤੁਸੀਂ ਜਾਣਦੇ ਹੋ ਇਹ ਉਹ ਸੰਦੇਸ਼ ਹੈ ਜੋ ਬਹੁਤ ਘੱਟ ਮਸੀਹ ਲੋਕ ਸੁਣਦੇ ਆ। ਇਹ ਸੰਦੇਸ਼ ਉਹ ਬਾਰ-ਬਾਰ ਸੁਣਦੇ ਆ ਕਿ ਜੋ ਕੁਝ ਤੁਸੀਂ ਮੰਗੋਗੇ ਉਹ ਤੁਹਾਨੂੰ ਮਿਲੇਗਾ। ਪ੍ਰੇਜ਼ ਦ ਲਾਰਡ। ਔਰ ਇਹ ਸੰਦੇਸ਼ ਕਿ ਆਤਮਾਵਾਂ ਜਿੱਤਣਾ ਹਰੇਕ ਮਸੀਹ ਦੀ ਸੇਵਕਾਈ ਆ। ਪ੍ਰੇਜ਼ ਦ ਲਾਰਡ। ਇਹ ਅੱਛਾ ਹੈ ਕਿ ਸਾਨੂੰ ਸਾਡੇ ਅਧਿਕਾਰ ਪਤਾ ਹੈ। ਇਹ ਚੰਗਾ ਹੈ ਕਿ ਸਾਨੂੰ ਪਤਾ ਹੈ ਕਿ ਪਰਮੇਸ਼ਰ ਨੇ ਸਾਨੂੰ ਕੀ ਦੇ ਦਿੱਤਾ। ਔਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਪਰਮੇਸ਼ਰ ਨੇ ਸਾਨੂੰ ਇੱਕ ਸੇਵਕਾਈ ਵੀ ਦਿੱਤੀ ਹੈ। ਬੋਲ ਸਕਦੇ ਹੋ ਕਿ ਪਰਮੇਸ਼ਰ ਨੇ ਸਾਨੂੰ ਸੇਵਕਾਈ ਵੀ ਦਿੱਤੀ ਆ। ਤੁਸੀਂ ਖੁਸ਼ੀ ਨਾਲ ਬੋਲ ਸਕਦੇ ਹੋ ਕਿ ਪਰਮੇਸ਼ਰ ਨੇ ਸਾਨੂੰ ਸੇਵਕਾਈ ਵੀ ਦਿੱਤੀ ਹੈ। ਪਰ ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਪਰਮੇਸ਼ਰ ਦੀ ਸੇਵਾ ਕਰਨਾ ਸਭ ਤੋਂ ਸਨਮਾਨਨੀय ਕੰਮ ਹੈ। ਕਮ ਔਨ, ਤੁਸੀਂ ਸੋਚ ਕੇ ਤਾਂ ਦੇਖੋ, ਅਗਰ ਤੁਹਾਨੂੰ ਨੌਕਰੀ ਮਿਲ ਜਾਏ ਮਾਨਨੀय ਮੋਦੀ ਜੀ ਦੇ ਦਫ਼ਤਰ ਵਿੱਚ, ਤਾਂ ਤੁਸੀਂ ਕਿੰਨੇ ਖੁਸ਼ ਹੋਵੋਗੇ।
ਕਿ ਮੈਂ ਪ੍ਰਧਾਨ ਮੰਤਰੀ ਦੇ ਆਫਿਸ ਵਿੱਚ ਕੰਮ ਕਰ ਰਿਹਾ, ਔਰ ਉਸ ਤੋਂ ਵੱਡੀ ਨੌਕਰੀ ਕੀ ਆ ਕਿ ਜਿਹਨੇ ਸਾਰਿਆਂ ਨੂੰ ਬਣਾਇਆ ਤੁਸੀਂ ਉਹਦੇ ਨਾਲ ਕੰਮ ਕਰ ਰਹੇ ਹੋ। ਹਾਲੇਲੂਇਆ। ਸੋ ਇਟਸ ਵੈਰੀ ਵੈਰੀ ਇੰਪੋਰਟੈਂਟ ਕਿ ਅਸੀਂ ਇਸ ਸੰਦੇਸ਼ ਨੂੰ ਸਮਝੀਏ ਔਰ ਅਸੀਂ ਇਸ ਸੰਦੇਸ਼ ਨੂੰ ਲਗਾ ਪਾਈਏ। ਵਚਨ ਦਾ ਸਾਡੀ ਚੇਤਨਾ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜਾ ਵਚਨ ਸਾਡੀ ਚੇਤਨਾ ਵਿੱਚ ਹੁੰਦਾ ਹੈ ਅਸੀਂ ਉਸੇ ਤਰ੍ਹਾਂ ਬਿਹੇਵ ਕਰਦੇ ਹਾਂ। ਤੁਸੀਂ ਜਾਣਦੇ ਹੋ ਕਿ ਹੁਣ ਤਾਂ ਤੁਸੀਂ ਚਰਚ ਵਿੱਚ ਹੋ, ਔਰ ਇਹ ਤੁਹਾਡੀ ਚੇਤਨਾ ਹੈ ਕਿ ਤੁਸੀਂ ਕਿੱਥੇ ਹੋ। ਤੁਸੀਂ ਚਰਚ ਵਿੱਚ ਹੋ, ਤੁਸੀਂ ਸਹੀ ਢੰਗ ਨਾਲ ਬੈਠੇ ਹੋਏ ਹੋ, ਤੁਸੀਂ ਅੱਛੇ ਕੱਪੜੇ ਪਾ ਕੇ ਆਏ ਹੋ ਔਰ ਤੁਸੀਂ ਇਸ ਸੰਦੇਸ਼ ਨੂੰ ਸੁਣ ਰਹੇ ਹੋ। ਲੇਕਿਨ ਅਗਰ ਤੁਸੀਂ ਘਰ ਵਿੱਚ ਹੁੰਨੇ ਔਰ ਆਨਲਾਈਨ ਦੇਖ ਰਹੇ ਹੁੰਨੇ, ਸ਼ਾਇਦ ਤੁਸੀਂ ਲੇਟੇ ਹੁੰਦੇ ਜਾਂ ਆਪਣੀ ਬਨਿਆਨ ਦੇ ਵਿੱਚ ਹੁੰਨੇ, ਤਾਂ ਕੀ ਹੋਇਆ ਕਿ ਉਹਦੀ ਚੇਤਨਾ ਨੇ ਤੁਹਾਡੇ ਕੰਮ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਕੀਤਾ ਹੁੰਦਾ। ਔਰ ਤੁਸੀਂ ਚਰਚ ਵਿੱਚ ਹੋ, ਤੁਹਾਡਾ ਕੰਮ ਕਰਨ ਦਾ ਤਰੀਕਾ ਅਲੱਗ ਹੈ, ਸੰਦੇਸ਼ ਉਹੀ ਆ, ਲੇਕਿਨ ਜਦੋਂ ਲਾਕਡਾਊਨ ਸੀ ਅਸੀਂ ਘਰ ਵਿੱਚ ਸੁਣ ਰਹੇ ਸੀ ਔਰ ਮੈਨੂੰ ਨਹੀਂ ਪਤਾ ਤੁਸੀਂ ਕਿਸ ਤਰ੍ਹਾਂ ਸੁਣ ਰਹੇ ਹੋ। ਔਰ ਸ਼ਾਇਦ ਬਹੁਤ ਘੱਟ ਲੋਕ ਹੋਣਗੇ ਜੋ ਸਵੇਰ ਨਹਾ ਧੋ ਕੇ ਤਿਆਰ ਹੋ ਕੇ ਮੇਕਅਪ ਲਗਾ ਕੇ ਆਪਣੀ ਸੀਟ ਤੇ ਬੈਠ ਗਏ। ਔਰ ਮੈਂ ਨਹੀਂ ਜਾਣਦਾ ਕਿ ਇਹ ਕੰਮ ਕਿੰਨੇ ਕਰ ਰਹੇ ਆ। ਹੋ ਸਕਦਾ ਕਿੰਨੇ ਜਣੇ ਉੱਠ ਕੇ 3 ਵਜੇ ਨਹਾਉਂਦੇ ਹੋਣ ਔਰ ਸੋਚ ਰਹੇ ਹੋਣ ਕਿ ਚਲੋ ਆਪਾਂ ਸਵੇਰ ਦਾ ਚਰਚ ਅਟੈਂਡ ਕਰੀਏ। ਸੋ ਮੈਂ ਤੁਹਾਨੂੰ ਕੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਜੋ ਚੇਤਨਾ ਹੈ ਉਹ ਨਿਰਧਾਰਿਤ ਕਰਦੀ ਹੈ ਕਿ ਅਸੀਂ ਕਿਸ ਤਰ੍ਹਾਂ ਬਿਹੇਵ ਕਰੀਏ। ਇਹੀ ਕਾਰਨ ਹੈ ਕਿ ਵਚਨ ਕਹਿੰਦਾ ਹੈ ਕਿ ਮਸੀਹ ਦੇ ਵਚਨ ਨੂੰ ਆਪਣੇ ਅੰਦਰ ਅਧਿਕਾਈ ਦੇ ਨਾਲ ਵਸਣ ਦਿਓ। ਜਦੋਂ ਪਰਮੇਸ਼ਰ ਦਾ ਵਚਨ ਤੁਹਾਡੇ ਅੰਦਰ ਅਧਿਕਾਈ ਦੇ ਨਾਲ ਵਸਿਆ ਹੁੰਦਾ ਹੈ, ਬਹੁਤ ਜ਼ਿਆਦਾ ਵਸਿਆ ਹੁੰਦਾ ਹੈ, ਉਹ ਤੁਹਾਡੇ ਦਿਮਾਗ ਦੇ ਵਿੱਚ ਰਹਿੰਦਾ ਹੈ, ਉਹ ਵਚਨ ਉਬਲਦਾ ਰਹਿੰਦਾ ਹੈ। ਇਹ ਇਸ ਤਰ੍ਹਾਂ ਹੈ ਕਿ ਅਗਰ ਤੁਸੀਂ ਜ਼ਿਆਦਾ ਫੈਟੀ ਖਾਣਾ ਖਾ ਲਿਆ ਤਾਂ ਤੁਹਾਨੂੰ ਐਸਿਡਿਟੀ ਹੋ ਗਈ, ਤਾਂ ਪੂਰਾ ਤੁਹਾਡਾ ਦਿਮਾਗ, ਤੁਹਾਡਾ ਧਿਆਨ ਆਪਣੀ ਐਸਿਡਿਟੀ ਵੱਲ ਰਹਿੰਦਾ ਹੈ। ਤੁਸੀਂ ਜ਼ਿਆਦਾ ਖਾ ਲਿਆ, ਤੁਹਾਡੇ ਦਿਮਾਗ ਦੇ ਵਿੱਚੋਂ ਇਹ ਗੱਲ ਨਿਕਲਦੀ ਨਹੀਂ ਹੈ ਕਿ ਜਿੰਨੀ ਦੇਰ ਤੱਕ ਉਹ ਐਸਿਡਿਟੀ ਨਾ ਚਲੀ ਜਾਏ। ਕਿੰਨੇ ਜਣੇ ਮੇਰੀ ਗੱਲ ਨੂੰ ਸਮਝ ਰਹੇ ਆ? ਔਰ ਜਿੰਨੀ ਦੇਰ ਤੱਕ ਉਹ ਐਸਿਡਿਟੀ ਰਹਿੰਦੀ ਆ, ਵੈਸੇ ਤਾਂ ਐਸਿਡਿਟੀ ਨਹੀਂ ਹੋਣੀ ਚਾਹੀਦੀ, ਲੇਕਿਨ ਤੁਹਾਡਾ ਜਿਹੜਾ ਮੂੰਹ ਹੈ ਉਹ ਬਣਿਆ ਰਹਿੰਦਾ ਹੈ। ਤੁਸੀਂ ਜਿੱਥੇ ਵੀ ਬੈਠੇ ਹੋ ਆਪਣਾ ਪੇਟ ਪਕੜ ਕੇ ਬੈਠੇ ਹੋ, ਔਰ ਐਸਿਡਿਟੀ ਕੀ ਕਰੇਗੀ ਕਿ ਤੁਹਾਡੇ ਸਾਰੇ ਐਕਸ਼ਨ ਨੂੰ ਕੰਟਰੋਲ ਕਰੇਗੀ। ਇਸੇ ਤਰ੍ਹਾਂ ਹੀ ਜਦੋਂ ਵਚਨ ਤੁਹਾਡੀ ਚੇਤਨਾ ਵਿੱਚ ਹੁੰਦਾ ਹੈ, ਕਿੱਥੇ ਹੁੰਦਾ ਹੈ? ਕਿੱਥੇ ਹੁੰਦਾ ਹੈ? ਕਿ ਤੁਸੀਂ ਵਚਨ ਨੂੰ ਸੁਣਿਆ ਔਰ ਚਲੇ ਗਏ। ਜਦੋਂ ਵਚਨ ਤੁਹਾਡੀ ਚੇਤਨਾ ਵਿੱਚ ਹੁੰਦਾ ਹੈ ਤਾਂ ਤੁਸੀਂ ਵਚਨ ਦੇ ਅਨੁਸਾਰ ਕੰਮ ਕਰਦੇ ਹੋ। ਵਚਨ ਤੁਹਾਡੀ ਚੇਤਨਾ ਵਿੱਚ ਕਦੋਂ ਹੋਏਗਾ? ਜਦੋਂ ਤੁਸੀਂ ਵਚਨ ਤੇ ਮਨਨ ਕੀਤਾ ਹੋਵੇਗਾ, ਜਦੋਂ ਵਚਨ ਤੁਹਾਡੇ ਵਿੱਚ ਅਧਿਕਾਈ ਦੇ ਨਾਲ ਵਸਿਆ ਹੋਇਆ ਹੈ, ਜਦੋਂ ਵਚਨ ਗਹਿਰਾਈ ਦੇ ਨਾਲ ਵਸਿਆ ਹੋਇਆ ਹੈ, ਤਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਵਚਨ ਨੂੰ ਆਪਣੀ ਚੇਤਨਾ ਵਿੱਚ ਰੱਖਣਾ ਸਿੱਖੋ। ਇਹੀ ਕਾਰਨ ਹੈ ਕਿ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਰੋਜ਼ ਰੈਪਸੋਡੀ ਪੜ੍ਹੋ, ਸਮੇਂ-ਸਮੇਂ ਤੇ ਪ੍ਰਾਰਥਨਾ ਕਰੋ ਔਰ ਸਮੇਂ-ਸਮੇਂ ਦੇ ਨਾਲ ਵਚਨਾਂ ਦੀ ਘੋਸ਼ਣਾ ਕਰੋ। ਉਹਦੇ ਨਾਲ ਕੀ ਹੋ ਰਿਹਾ ਵਾ ਕਿ ਤੁਹਾਡੀ ਚੇਤਨਾ ਵਿੱਚ ਲਗਾਤਾਰ ਵਚਨ ਚੱਲ ਰਿਹਾ ਹੈ। ਹਾਲੇਲੂਇਆ। ਔਰ ਅਗਰ ਤੁਸੀਂ ਖਬਰ ਸੁਣੀ ਕਿ ਕੋਈ ਵਾਇਰਸ ਆ ਗਿਆ ਹੈ, ਦਿਓ ਕਿ ਤੁਹਾਡੀ ਚੇਤਨਾ ਵਿੱਚ ਕੀ ਆ ਕਿ ਪਰਮੇਸ਼ਵਰ ਦਾ ਜੀਵਨ ਹੈ। ਤੁਹਾਡੇ ਮੂੰਹ ਦੇ ਵਿੱਚੋਂ ਆਟੋਮੈਟਿਕਲੀ ਨਿਕਲੇਗਾ ਕਿ ਤੁਹਾਡੇ ਅੰਦਰ ਪਰਮੇਸ਼ਵਰ ਦਾ ਜੀਵਨ ਹੈ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਇਸੇ ਤਰ੍ਹਾਂ ਇਹ ਵਚਨ ਹੈ ਕਿ ਜੋ ਆਤਮਾਵਾਂ ਜਿਤਨਾ ਮਸੀਹ ਦੀ ਸੇਵਕਾਈ ਹੈ, ਇਹ ਤੁਹਾਡੇ ਦਿਮਾਗ ਦੇ ਵਿੱਚ 24 ਘੰਟੇ ਰਹਿਣਾ ਚਾਹੀਦਾ ਹੈ ਕਿ ਇੱਕ ਮਸੀਹ ਦੇ ਰੂਪ ਵਿੱਚ ਪਰਮੇਸ਼ਵਰ ਨੇ ਮੈਨੂੰ ਧਰਤੀ ਤੇ ਕਿਉਂ ਰੱਖਿਆ ਹੈ, ਤਾਂ ਕਿ ਮੈਂ ਕੀ ਕਰ ਸਕਾਂ, ਮੈਂ ਆਤਮਾਵਾਂ ਨੂੰ ਜਿੱਤ ਸਕਾਂ। ਬਹੁਤ ਸਾਰੇ ਨਹੀਂ ਜਾਣਦੇ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਧਰਤੀ ਤੇ ਕਿਉਂ ਰੱਖਿਆ ਹੈ। ਉਹ ਆਪਣੀ ਬੁਲਾਹਟ ਨੂੰ ਲੱਭ ਰਹੇ ਆ। ਪਹਿਲਾਂ ਜੋ ਬੁਲਾਹਟ ਸ਼ਬਦ ਸੀਗਾ ਉਹ ਸਿਰਫ ਮਸੀਹ ਲੋਕ ਇਸਤੇਮਾਲ ਕਰਦੇ ਸੀ, ਲੇਕਿਨ ਹੁਣ ਗੈਰ ਮਸੀਹੀ ਵੀ ਇਸ ਸ਼ਬਦ ਦਾ ਇਸਤੇਮਾਲ ਕਰ ਰਹੇ ਆ। ਉਹ ਵੀ ਇਹ ਗੱਲ ਕਹਿ ਰਹੇ ਆ ਕਿ ਮੈਂ ਵੀ ਆਪਣੀ ਬੁਲਾਹਟ ਨੂੰ ਖੋਜ ਰਿਹਾ। ਤੁਸੀਂ ਸੁਣਿਆ ਹੋਵੇਗਾ ਜੋ ਉੱਚੇ ਸਰਕਲ ਹੈ, ਜਿੱਥੇ ਲੋਕ ਜ਼ਿਆਦਾ ਪੜ੍ਹ ਲਿਖ ਜਾਂਦੇ ਆ, ਅਗਰ ਉਹਨਾਂ ਨੂੰ ਪੁੱਛੇ ਤਾਂ ਉਹ ਵੀ ਇਹੀ ਕਹਿੰਦੇ ਆ ਕਿ ਮੈਂ ਆਪਣੀ ਬੁਲਾਹਟ ਨੂੰ ਲੱਭ ਰਿਹਾ ਹਾਂ, ਖੋਜ ਰਿਹਾ ਹਾਂ। ਅਗਰ ਤੁਸੀਂ ਆਪਣੀ ਬੁਲਾਹਟ ਨੂੰ ਖੋਜ ਰਹੇ ਹੋ ਤਾਂ ਤੁਹਾਨੂੰ ਉਹ ਵੀ ਖੋਜਣਾ ਪਏਗਾ ਕਿ ਜਿਹਨੇ ਤੈਨੂੰ ਬੁਲਾਇਆ ਹੈ, ਕਿਉਂਕਿ ਅਗਰ ਕਿਸੇ ਨੇ ਬੁਲਾਇਆ ਨਹੀਂ ਤਾਂ ਬੁਲਾਹਟ ਕਾਹਦੀ ਆ? ਹੈਲੋ, ਅਗਰ ਬੁਲਾਹਟ ਹੈਗੀ ਆ ਤਾਂ ਇਹਦਾ ਮਤਲਬ ਕਿ ਬੁਲਾਉਣ ਵਾਲਾ ਵੀ ਹੈ।
ਔਰ ਜਿਹਨੇ ਤੁਹਾਨੂੰ ਬੁਲਾਇਆ ਏ ਉਹ ਤਦ ਹੀ ਤੁਹਾਨੂੰ ਬੁਲਾਏਗਾ ਜਦ ਉਹਨੇ ਤੁਹਾਨੂੰ ਬਣਾਇਆ ਏ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਹੁਣ ਇੱਕ ਲੜਕੀ ਆ, ਏਜਲ ਹੈ, ਇਹ ਕੌਸ਼ਲਿਆ ਜੀ ਦੇ ਕੋਲ ਜਾ ਕੇ ਨਹੀਂ ਕਹਿ ਸਕਦੀ ਕਿ ਤੁਸੀਂ ਮੇਰੀ ਫੀਸ ਦੇ ਪੈਸੇ ਦਿਓ। ਕੌਸ਼ਲਿਆ ਜੀ ਬੋਲਣਗੀ ਕਿ ਜਾ ਭਾਈ ਆਪਣੀ ਮਾਂ ਕੋ ਜਾ ਕੇ ਲੈ। ਇਹ ਲੜਕੀ ਕੌਸ਼ਲਿਆ ਜੀ ਕੋ ਨਹੀਂ ਜਾ ਸਕਦੀ ਕਿਉਂਕਿ ਇਹਨਾਂ ਦੋਨਾਂ ਦੇ ਵਿੱਚ ਕੋਈ ਵੀ ਸੰਬੰਧ ਨਹੀਂ ਹੈ, ਔਰ ਨਾ ਹੀ ਕੌਸ਼ਲਿਆ ਜੀ ਇਸ ਲੜਕੀ ਨੂੰ ਕਹਿ ਸਕਦੇ ਆ ਕਿ ਰੋਟੀ ਬਣਾ। ਲੜਕੀ ਬੋਲੇਗੀ ਕਿਉਂ, ਤੂੰ ਕਿਹੜੀ ਮੇਰੀ ਮਾਂ ਹੈ। ਜੇ ਬੁਲਾਹਟ ਹੈ ਇਹਦਾ ਮਤਲਬ ਕਿ ਬਣਾਉਣ ਵਾਲਾ ਵੀ ਹੈ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਸੋ ਆਤਮਾਵਾਂ ਜਿੱਤਣਾ ਇੱਕ ਬੁਲਾਹਟ ਹੈ। ਔਰ ਅਗਰ ਸਿਰਫ ਸਵਰਗ ਜਾਣ ਦੀ ਗੱਲ ਹੁੰਦੀ ਤਾਂ ਜਿੱਦਣ ਤੁਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਗ੍ਰਹਿਣ ਕੀਤਾ ਸੀਗਾ ਤੁਸੀਂ ਸਵਰਗ ਜਾ ਚੁੱਕੇ ਹੁੰਦੇ। ਪਰਮੇਸ਼ਵਰ ਨੇ ਸਾਨੂੰ ਧਰਤੀ ਤੇ ਰੱਖਿਆ ਹੀ ਇਸ ਵਾਸਤੇ ਆ ਤਾਂ ਕਿ ਅਸੀਂ ਦੂਸਰਿਆਂ ਨੂੰ ਵੀ ਸਵਰਗ ਜਾਣ ਦਾ ਰਸਤਾ ਦਿਖਾ ਸਕੀਏ। ਅਗਰ ਤੁਸੀਂ ਕੋਈ ਨੌਕਰੀ ਕਰ ਰਹੇ ਹੋ ਤਾਂ ਪਰਮੇਸ਼ਵਰ ਨੇ ਤੁਹਾਨੂੰ ਉਹ ਨੌਕਰੀ ਕਿਉਂ ਦਿੱਤੀ ਆ, ਤਾਂ ਕਿ ਉਹ ਸਾਰੇ ਲੋਕ ਸਵਰਗ ਜਾਣ ਵਾਸਤੇ ਤਿਆਰ ਹੋ ਸਕਣ। ਅਗਰ ਤੁਸੀਂ ਕਿਸੇ ਪਿੰਡ ਵਿੱਚ ਰਹਿੰਦੇ ਆ ਤਾਂ ਪਰਮੇਸ਼ਵਰ ਨੇ ਤੁਹਾਨੂੰ ਉਸ ਪਿੰਡ ਵਿੱਚ ਕਿਉਂ ਰੱਖਿਆ ਵਾ, ਤਾਂ ਕਿ ਤੁਹਾਡੇ ਦੁਆਰਾ ਉਹ ਵੀ ਲੋਕ ਸਵਰਗ ਚਲੇ ਜਾਣ। ਔਰ ਅਗਰ ਤੁਸੀਂ ਕਿਸੇ ਸਕੂਲ ਵਿੱਚ ਪੜ੍ਹਦੇ ਹੋ ਤਾਂ ਪਰਮੇਸ਼ਵਰ ਕੀ ਚਾਹੇਗਾ ਕਿ ਸਕੂਲ ਦੇ ਬਾਕੀ ਲੋਕ ਵੀ ਸਵਰਗ ਚਲੇ ਜਾਣ। ਅਗਰ ਤੁਸੀਂ ਕਿਸੇ ਬਿਲਡਿੰਗ ਦੇ ਵਿੱਚ ਰਹਿੰਦੇ ਆ, ਸੁਸਾਇਟੀ ਦੇ ਵਿੱਚ ਰਹਿੰਦੇ ਆ ਜਾਂ ਕਿਸੇ ਵੀ ਗਲੀ ਦੇ ਵਿੱਚ ਰਹਿੰਦੇ ਆ ਤਾਂ ਪਰਮੇਸ਼ਵਰ ਤੁਹਾਡੇ ਕੋਲ ਕੀ ਚਾਹੁੰਦਾ ਵਾ ਕਿ ਉਹ ਵੀ ਲੋਕ ਵੀ ਸਵਰਗ ਚਲੇ ਜਾਣ। ਪਰਮੇਸ਼ਵਰ ਨੇ ਉਹਨਾਂ ਲੋਕਾਂ ਨੂੰ ਸਵਰਗ ਲੈ ਜਾਣ ਵਾਸਤੇ ਕਿਹਨੂੰ ਭੇਜਿਆ ਹੈ, ਮੈਨੂੰ ਔਰ ਤੁਹਾਨੂੰ। ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ। ਬਹੁਤ ਸਾਰੇ ਲੋਕਾਂ ਨੇ ਆਪਣੇ ਜੀਵਨ ਦੇ ਉਦੇਸ਼ਾਂ ਨੂੰ ਦੂਸਰੇ ਤਰਫ ਬਣਾ ਲਿਆ। ਇਸੇ ਕਰਕੇ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਵੀ ਸੈਟੀਸਫੈਕਸ਼ਨ ਨਹੀਂ ਹੈ, ਕੋਈ ਸੰਤੁਸ਼ਟੀ ਨਹੀਂ ਹੈ, ਕਿਉਂਕਿ ਉਹ ਕੰਮ ਕਰ ਰਹੇ ਆ ਜੋ ਉਹਨਾਂ ਨੂੰ ਕਰਨ ਵਾਸਤੇ ਕਿਹਾ ਹੀ ਨਹੀਂ ਗਿਆ। ਹਾਲੇਲੂਇਆ। ਤੋ ਆਤਮਾਵਾਂ ਜਿੱਤਣਾ ਕੀ ਆ? ਆਤਮਾਵਾਂ ਜਿੱਤਣਾ ਬੁਲਾਹਟ ਹੈ। ਕੀ ਆ? ਬੁਲਾਹਟ ਹੈ। ਔਰ ਇਹ ਹਰ ਇੱਕ ਮਸੀਹ ਦੀ ਸੇਵਕਾਈ ਹੈ। ਤੋ ਕਿਹਦੀ ਸੇਵਕਾਈ ਹੈ? ਮੇਰੇ ਕੋਲ 4 ਪੁਆਇੰਟ ਹੈ। ਮੈਂ ਇਹਨਾਂ ਨੂੰ ਪੁਆਇੰਟ ਬੋਲ ਦੇਣਾ ਤਾਂ ਕਿ ਮੈਂ ਜਲਦੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ। ਔਰ ਪਹਿਲਾ ਪੁਆਇੰਟ ਹੈ ਸੋਲ ਵਿਨਿੰਗ, ਔਰ ਦੂਸਰਾ ਪੁਆਇੰਟ ਹੈ ਕਿ ਇਹ ਜ਼ਰੂਰੀ ਕਿਉਂ ਹੈ, ਔਰ ਤੀਸਰਾ ਪੁਆਇੰਟ ਹੈ ਕਿਹੜਾ ਆਤਮਾਵਾਂ ਨੂੰ ਜਿੱਤਣ ਦੇ ਯੋਗ ਹੈ, ਔਰ ਚੌਥਾ ਪੁਆਇੰਟ ਇਹ ਹੈ ਕਿ ਅਸੀਂ ਆਪਣੀ ਆਤਮਾਵਾਂ ਨੂੰ ਜਿੱਤਣ ਵਾਸਤੇ ਕੀ ਕਰੀਏ। ਔਰ ਇਹ 4 ਪੁਆਇੰਟ ਹੈ। ਪਹਿਲਾ ਕੀ ਹੈ? ਪਹਿਲਾ ਪੁਆਇੰਟ ਹੈ ਆਤਮਾ ਜਿੱਤਣਾ ਕੀ ਹੈ, ਆਤਮਾ ਜਿੱਤਣਾ ਕੀ ਹੈ। और दूसरा पॉइंट है कि आत्मा जितना जरूरी क्यों है, और तीसरा है कौन है जो आत्मा जितन दे योग है, और चौथा पॉइंट यह है कि मैं अपनी आत्मावां नूं जितन दे काम नूं सिद्ध किवें करां। प्रेज द लॉर्ड। हो सकदा है कि इह संदेश मैं तुहानूं बार-बार ना दे सकां, तुसीं अपनी चेतना दे विच इस संदेश नूं लैके आना। जिस तरह बचपन दे विच तुहाडी मम्मी ने तुहानूं सिखाया सी कि खाना इस तरह खाओ, लेकिन अज तुहानूं कोई नहीं दस रहा कि खाना किस तरह खाओ। पर अज तुसीं सुबह तो लैके शाम तक मेहनत काहदे वास्ते करदे हो? खाने वास्ते। ਪਹਿਲਾਂ ਤੁਹਾਡੇ ਪਿੱਛੇ ਭੱਜਣਾ ਪੈਂਦਾ ਸੀ ਤੁਹਾਨੂੰ ਖਿਲਾਉਣ ਵਾਸਤੇ, ਲੇਕਿਨ ਹੁਣ ਨਹੀਂ ਭੱਜਣਾ ਪੈਂਦਾ। ਤਾਂ ਇਹ ਨਾ ਹੋਣ ਦਿਓ ਕਿ ਇਹ ਸੰਦੇਸ਼ ਮੈਨੂੰ ਤੁਹਾਨੂੰ ਬਾਰ-ਬਾਰ ਦੇਣਾ ਪਵੇ। ਹੁਣ ਤੁਸੀਂ ਕਾਹਦੇ ਵਾਸਤੇ ਮਿਹਨਤ ਕਰ ਰਹੇ ਹੋ? ਖਾਣੇ ਵਾਸਤੇ। ਉਹੀ ਖਾਣਾ ਜਿਹਦੇ ਵਾਸਤੇ ਤੁਸੀਂ ਦੂਰ ਭੱਜਦੇ ਸੀ, ਲੇਕਿਨ ਹੁਣ ਤੁਸੀਂ ਉਸੇ ਖਾਣੇ ਵਾਸਤੇ ਮਿਹਨਤ ਕਰ ਰਹੇ ਹੋ। ਉਸੇ ਖਾਣੇ ਨੂੰ ਹੁਣ ਤੁਸੀਂ ਆਪਣੇ ਬੱਚਿਆਂ ਨੂੰ ਖਿਲਾਉਣਾ ਚਾਹੁੰਦੇ ਹੋ। ਉਹੀ ਖਾਣਾ ਜਿੱਥੋਂ ਇੱਕ ਦਿਨ ਤੁਸੀਂ ਭੱਜ ਰਹੇ ਸੀ। ਤਾਂ ਇੱਦਾਂ ਨਾ ਹੋਣ ਦਿਓ ਕਿ ਮੈਂ ਜੀਵਨ ਭਰ ਤੁਹਾਨੂੰ ਇਹ ਸੰਦੇਸ਼ ਦਿੰਦਾ ਰਵਾਂ ਕਿ ਆਤਮਾ ਜਿੱਤੋ, ਆਤਮਾ ਜਿੱਤੋ, ਆਤਮਾ ਜਿੱਤੋ। ਤੁਹਾਨੂੰ ਇੱਕ ਵਾਰ ਇਹ ਸਮਝ ਜਾਣਾ ਚਾਹੀਦਾ ਹੈ ਕਿ ਇਹ ਮੇਰਾ ਕੰਮ ਹੈ ਔਰ ਮੈਂ ਇਹਦੇ ਵਾਸਤੇ ਮਿਹਨਤ ਕਰਨੀ ਆ। ਕੱਲ ਕਿਸੇ ਨੇ ਮੇਰੀ ਆਤਮਾ ਜਿੱਤੀ ਔਰ ਮੈਂ ਹੁਣ ਕੀ ਕਰਨਾ ਵਾ ਕਿ ਮੈਂ ਦੂਸਰੇ ਦੀ ਆਤਮਾਵਾਂ ਨੂੰ ਜਿੱਤਣਾ ਹੈ। ਅਸੀਂ ਕਿਸੇ ਤੇ ਵੀ ਹਾਰ ਨਹੀਂ ਮੰਨ ਸਕਦੇ। ਤੁਹਾਨੂੰ ਨਹੀਂ ਪਤਾ ਕਿ ਜਿਹਨੂੰ ਤੁਸੀਂ ਜਿੱਤ ਰਹੇ ਹੋ ਉਹ ਪੂਰੀ ਦੁਨੀਆ ਦੇ ਨਾਲ ਕੀ ਕਰ ਸਕਦਾ ਹੈ। ਪ੍ਰੇਜ਼ ਦ ਲਾਰਡ। ਜਿਸ ਚਰਚ ਵਿੱਚ ਮੈਂ ਜਾਣਾ ਸੀ ਉਹਦੇ ਵਿੱਚ ਲੋਕ ਕਹਿੰਦੇ ਸੀਗੇ ਕਿ ਇੱਕ ਆਦਮੀ ਮਸੀਹ ਨਹੀਂ ਬਣ ਸਕਦਾ, ਉਹ ਸੀ ਮੈਂ। ਉਹ ਮੇਰੇ ਤੋਂ ਡਰ ਕੇ ਭੱਜ ਜਾਂਦੇ ਸੀ। ਉਹਨਾਂ ਨੂੰ ਇਹ ਲੱਗਦਾ ਸੀ ਕਿ ਮੈਂ ਮਸੀਹ ਨਹੀਂ ਬਣ ਸਕਦਾ, ਪਰ ਮੈਂ ਬਣ ਗਿਆ। ਨਾ ਕੇਵਲ ਮੈਂ ਬਣ ਗਿਆ ਬਲਕਿ ਮੈਂ ਲੱਖਾਂ ਲੋਕਾਂ ਨੂੰ ਬਣਾ ਰਿਹਾ। ਪ੍ਰੇਜ਼ ਦ ਲਾਰਡ, ਪ੍ਰੇਜ਼ ਦ ਲਾਰਡ। ਤੁਹਾਨੂੰ ਨਹੀਂ ਪਤਾ ਕਿ ਜਿਹਨੂੰ ਤੁਸੀਂ ਸੁਸਮਾਚਾਰ ਸੁਣਾ ਰਹੇ ਹੋ ਕੱਲ ਨੂੰ ਕੀ ਕਰ ਸਕਦਾ ਏ, ਕਿੰਨੇ ਵੱਡੇ परिणामां ਨੂੰ ਪਾ ਸਕਦਾ ਏ। और परमेश्वर श्योरली ਤੁਹਾਨੂੰ ਕੀ ਦੇਗਾ? ਤੁਹਾਨੂੰ ਇਨਾਮ ਦੇਗਾ। प्रेज द लॉर्ड। तो तैयार है ਤੁਸੀਂ ਸਿੱਖਣ ਵਾਸਤੇ? तो ਸਭ ਤੋਂ ਪਹਿਲਾਂ ਕੀ ਹੈ? व्हाट इज सोल विनिंग? आत्मावां ਨੂੰ ਜਿੱਤਣਾ ਕੀ ਹੈ? और ਆਪਾਂ ਪੜਾਂਗੇ ਕੁਲੂਸੀਆ ਦੀ ਪੁਸਤਕ ਪਹਿਲਾ ਅਧਿਆਇ 13ਵਾਂ ਵਚਨ। ਬਹੁਤ ਜ਼ਰੂਰੀ ਹੈ ਕਿ ਤੁਸੀਂ ਇਹਨੂੰ ਸਮਝੋ। ਇਹ ਵਚਨ ਤੁਹਾਡੀ ਸਹਾਇਤਾ ਕਰੇਗਾ। ਕੁਲੂਸੀਓ 1 ਅਧਿਆਇ ਦੀ 13 ਆਇਤ।
ਉਹ ਹੀ ਸਾਨੂੰ ਹਨੇਰੇ ਦੀ ਸ਼ਕਤੀ ਤੋਂ ਬਚਾ ਕੇ, ਕੌਣ? ਉਹ ਹੀ, ਸਭ ਜਨ ਬੋਲਾਂਗੇ, ਆਪਣੇ ਪੁੱਤਰ ਦੇ ਰਾਜ ਵਿੱਚ ਲੈ ਆਇਆ ਹੈ। ਹੁਣ ਇੱਥੇ ਗੱਲ ਇਹ ਆ ਕਿ ਸਾਨੂੰ ਕਿਹਨੇ ਛੁਡਾਇਆ? ਤਾਂ AMP ਵਰਜਨ ਵਿੱਚ ਕੀ ਲਿਖਿਆ ਵਾ? ਦਾ ਫਾਦਰ, ਪਿਤਾ ਨੇ। AMP ਵਿੱਚ ਕੀ ਲਿਖਿਆ ਕਿ ਪਿਤਾ ਨੇ ਸਾਨੂੰ ਛੁਡਾਇਆ ਔਰ ਆਪਣੇ ਵੱਲ ਖਿੱਚਿਆ। ਪਿਤਾ ਨੇ ਸਾਨੂੰ ਛੁਡਾਇਆ ਔਰ ਆਪਣੇ ਵੱਲ ਖਿੱਚਿਆ। ਸਾਨੂੰ ਅੰਧਕਾਰ ਦੀ ਸ਼ਕਤੀ ਤੋਂ ਔਰ ਉਹਦੀ ਪ੍ਰਭੁਤਾ ਤੋਂ ਛੁਡਾਇਆ। ਬੋਲੀਏ, ਅੰਧਕਾਰ ਦੀ ਸ਼ਕਤੀ ਤੋਂ ਔਰ ਪ੍ਰਭੁਤਾ ਤੋਂ ਛੁਡਾਇਆ। ਤੁਸੀਂ ਸੁਣ ਰਹੇ ਹੋ ਕਿ ਪਿਤਾ ਨੇ ਕੀ ਕੀਤਾ ਕਿ ਉਹਨੇ ਸਾਨੂੰ ਅੰਧਕਾਰ ਦੀ ਸ਼ਕਤੀ ਤੋਂ ਔਰ ਪ੍ਰਭੁਤਾ ਤੋਂ ਛੁਡਾਇਆ। ਯਾਨੀ ਕਿ ਉਹ ਇਨਸਾਨ ਜਿਹੜਾ ਪ੍ਰਭੂ ਯੀਸ਼ੂ ਮਸੀਹ ਨੂੰ ਨਹੀਂ ਜਾਣਦਾ, ਉਹ ਕਿਹਦੇ ਵਸ ਵਿੱਚ ਵਾ? ਉਹ ਅੰਧਕਾਰ ਦੇ ਵਸ ਵਿੱਚ ਹੈ। ਉਹ ਚਾਹ ਕੇ ਵੀ ਸਹੀ ਕੰਮ ਨਹੀਂ ਕਰ ਸਕਦਾ। ਇਹ ਚੀਜ਼ ਤੁਹਾਨੂੰ ਜਵਾਬ ਦੇਗੀ ਕਿ ਲੋਕ ਇੰਨੇ ਦੁਸ਼ਟ ਕਿਉਂ ਹਨ। ਤੁਸੀਂ ਸੋਚਦੇ ਹੋਵੋਗੇ ਕਿ ਇਹ ਇਨਸਾਨ ਇੰਨਾ ਦੁਸ਼ਟ ਕਿਉਂ ਹੈ ਔਰ ਇਹ ਇੰਨੀ ਬੁਰਾਈ ਕਿਉਂ ਕਰ ਸਕਦਾ ਹੈ। ਉਹ ਇਨਸਾਨ ਕਿਹਦੇ ਵਸ ਵਿੱਚ ਵਾ? ਉਹ ਅੰਧਕਾਰ ਦੇ ਵਸ ਵਿੱਚ ਹੈ। ਵਸ਼ੀਕਰਨ, ਤੁਸੀਂ ਸੁਣਿਆ ਹੋਵੇਗਾ ਇਹ ਸ਼ਬਦ। ਅਗਰ ਇੱਕ ਇਨਸਾਨ ਜਦੋਂ ਕਿਸੇ ਦੇ ਵਸ ਵਿੱਚ ਹੁੰਦਾ ਵਾ, ਉਹ ਕਿਹਦੀ ਕਰਦਾ ਵਾ? ਉਹ ਆਪਣੀ ਨਹੀਂ ਕਰਦਾ, ਉਹ ਉਹਦੇ ਕਰਦਾ ਵਾ ਜਿਹਦੇ ਉਹ ਵਸ ਵਿੱਚ ਹੁੰਦਾ ਹੈ। ਤਾਂ ਉਹਨੇ ਕੀ ਕਿਹਾ ਕਿ ਉਹਨੇ ਸਾਨੂੰ ਅੰਧਕਾਰ ਦੀ ਸ਼ਕਤੀ ਤੋਂ, ਉਹਦੀ ਪ੍ਰਭੁਤਾ ਤੋਂ ਛੁਡਾ ਕੇ ਆਤਮਾਵਾਂ ਜਿੱਤਣ ਨੂੰ ਅਸੀਂ ਕੀ ਕਹਿੰਦੇ ਆ ਕਿ ਜਦੋਂ ਅਸੀਂ ਇੱਕ ਆਤਮਾ ਜਿੱਤ ਰਹੇ ਹਾਂ, ਸਮਝ ਲਓ ਕਿ ਅਸੀਂ ਉਹਨੂੰ ਅੰਧਕਾਰ ਦੇ ਵਸ ਵਿੱਚੋਂ, ਅੰਧਕਾਰ ਦੀ ਸ਼ਕਤੀ ਵਿੱਚੋਂ ਛੁਡਾ ਰਹੇ ਹਾਂ। ਤੁਸੀਂ ਕੀ ਕਰ ਰਹੇ ਹੋ? ਤੁਸੀਂ ਉਸ ਇਨਸਾਨ ਨੂੰ ਅੰਧਕਾਰ ਦੇ ਵਸ ਵਿੱਚੋਂ ਛੁਡਾ ਰਹੇ ਹੋ। ਇਹ ਮਜ਼ਾਕ ਨਹੀਂ ਆ ਕਿ ਤੁਸੀਂ ਕਿਸੇ ਇਨਸਾਨ ਦੇ ਕੋਲ ਜਾਓ ਔਰ ਤੁਸੀਂ ਬੋਲੋ ਕਿ ਚਰਚ ਆ ਜਾਓ ਔਰ ਉਹ ਬੰਦਾ ਚਰਚ ਆ ਜਾਏ। ਇੱਦਾਂ ਨਹੀਂ ਆ। ਉਹਦੇ ਪਿੱਛੇ ਇੱਕ ਬਲ ਕੰਮ ਕਰ ਰਿਹਾ, ਉਸ ਇਨਸਾਨ ਨੂੰ ਗਲਤ ਕੰਮਾਂ ਵਿੱਚ ਰੋਕ ਕੇ ਰੱਖਣਾ ਚਾਹੁੰਦਾ ਹੈ। ਸਾਨੂੰ ਉਸ ਬਲ ਨੂੰ ਕੱਟਣਾ ਪਏਗਾ, ਤੋੜਨਾ ਪਏਗਾ, ਤਦ ਉਹ ਆਦਮੀ ਉਸ ਬਲ ਤੋਂ ਛੁੱਟੇਗਾ, ਆਜ਼ਾਦ ਹੋਏਗਾ। ਇਹ ਹੈ ਆਤਮਾਵਾਂ ਜਿੱਤਣਾ। ਤੁਸੀਂ ਕਈ ਵਾਰੀ ਆਪਣੇ ਪੜੋਸੀ ਨੇ ਕਿਹਾ ਹੋਏਗਾ ਕਿ ਆ ਜਾਓ, ਲੇਕਿਨ ਤੁਸੀਂ ਬੋਲਿਆ ਕਿ ਉਹ ਮੇਰੇ ਕਹਿਣ ਤੇ ਨਹੀਂ ਆਇਆ, ਕਿਉਂਕਿ ਉਹ ਕਿਹਦੇ ਵਸ ਵਿੱਚ ਵਾ? ਉਹ ਅੰਧਕਾਰ ਦੇ ਵਸ ਵਿੱਚ ਹੈ। ਅਗਰ ਇਸੇ ਤਰ੍ਹਾਂ ਮੈਂ ਔਰ ਤੁਸੀਂ ਜੋ ਜਾਰੂ ਰੂਪ ਦੇ ਨਾਲ ਪ੍ਰਾਰਥਨਾ ਨਹੀਂ ਕਰਾਂਗੇ ਤਾਂ ਅਸੀਂ ਉਹਨਾਂ ਨੂੰ ਕਦੀ ਵੀ ਛੁਡਾ ਨਹੀਂ ਸਕਦੇ। ਔਰ ਜਿੰਨੀ ਦੇਰ ਤੱਕ ਉਹ ਅੰਧਕਾਰ ਦੇ ਵਸ ਵਿੱਚ ਹੈ, ਉਹ ਦੁਨੀਆ ਵਾਸਤੇ ਕੀ ਆ? ਉਹ ਖਤਰਾ ਹੈ। ਹੈਲੋ, ਇਹ ਕੀ ਆ? ਅਗਰ ਤੁਸੀਂ ਇੱਕ ਪਾਗਲ ਆਦਮੀ ਦੇ ਹੱਥ ਵਿੱਚ ਬੰਬ ਫੜਾ ਦਿਓ ਤਾਂ ਕੀ ਤੁਸੀਂ ਆਰਾਮ ਨਾਲ ਸੋ ਸਕਦੇ ਹੋ? ਉਹ ਕਦੀ ਵੀ ਪਿੰਨ ਨੂੰ ਖਿੱਚ ਸਕਦਾ ਹੈ, ਕਿਉਂਕਿ ਉਹ ਆਦਮੀ ਕੀ ਹੈ? ਉਹ ਪਾਗਲ ਹੈ। ਉਹਦਾ ਆਪਣੇ ਉੱਪਰ ਕੋਈ ਵੀ ਕੰਟਰੋਲ ਨਹੀਂ ਹੈ। ਪਹਿਲਾ ਸਟੈਪ ਜੋ ਤੁਸੀਂ ਸਮਝਣਾ ਵਾ ਕਿ ਉਹਨਾਂ ਲੋਕਾਂ ਨੂੰ ਅੰਧਕਾਰ ਦੇ ਵਸ ਵਿੱਚੋਂ ਛੁਡਾਉਣਾ ਹੈ। ਇਹ ਹੈ ਆਤਮਾਵਾਂ ਨੂੰ ਜਿੱਤਣਾ। ਤੁਹਾਨੂੰ ਨਹੀਂ ਪਤਾ ਕਿ ਜਦੋਂ ਤੁਸੀਂ ਇੱਕ ਆਤਮਾਵਾਂ ਨੂੰ ਜਿੱਤਦੇ ਹੋ, ਤੁਸੀਂ ਦੁਨੀਆ ਵਾਸਤੇ ਕਿੰਨੇ ਫਾਇਦੇ ਦੀ ਗੱਲ ਕੀਤੀ ਆ। ਇੱਕ ਇਨਸਾਨ ਜਿਹਨੂੰ ਸ਼ੈਤਾਨ ਇਸਤੇਮਾਲ ਕਰ ਸਕਦਾ ਸੀ ਬੁਰਾਈ ਨੂੰ ਫੈਲਾਉਣ ਵਾਸਤੇ, ਲੇਕਿਨ ਤੁਸੀਂ ਉਹਨੂੰ ਕੀ ਕੀਤਾ? ਤੁਸੀਂ ਉਹਨੂੰ ਅੰਧਕਾਰ ਦੇ ਵਸ ਵਿੱਚੋਂ ਛੁਡਾ ਲਿਆ। ਇਸ ਲਈ ਇਹ ਇੰਨਾ ਸਨਮਾਨਨੀय ਕੰਮ ਹੈ। ਹਾਲੇਲੂਇਆ। ਤਾਂ ਕੋਈ ਨਹੀਂ ਕਹਿ ਸਕਦਾ ਕਿ ਉਹ ਮੈਂ ਇਹ ਕੰਮ ਨਹੀਂ ਕਰ ਸਕਦਾ। ਸਾਨੂੰ ਇਹ ਕੰਮ ਕਰਨਾ ਪਏਗਾ। ਅਗਰ ਮੈਂ ਔਰ ਤੁਹਾਨੂੰ ਦੁਨੀਆ ਨੂੰ ਸੁਧਾਰਨਾ ਪਏਗਾ ਤਾਂ ਮੈਨੂੰ ਔਰ ਤੁਹਾਨੂੰ ਇਹ ਕੰਮ ਕਰਨਾ ਪਏਗਾ, ਕਿਉਂਕਿ ਜਿੰਨੀ ਦੇਰ ਤੱਕ ਇੱਕ ਇਨਸਾਨ ਪ੍ਰਭੂ ਯੀਸ਼ੂ ਮਸੀਹ ਦੇ ਕੋਲ ਨਹੀਂ ਆਇਆ ਤਾਂ ਉਹ ਕਿਹਦੇ ਵਸ ਵਿੱਚ ਵਾ? ਉਹ ਸ਼ੈਤਾਨ ਦੇ ਵਸ ਵਿੱਚ ਵਾ, ਅੰਧਕਾਰ ਦੇ ਵਸ ਵਿੱਚ ਵਾ। ਇਹ ਬਾਈਬਲ ਵਿੱਚ ਲਿਖਿਆ ਹੋਇਆ ਹੈ, ਯਾਨੀ ਕਿ ਸ਼ੈਤਾਨ ਉਹਨੂੰ ਚਲਾ ਰਿਹਾ ਹੈ। ਇਹੀ ਕਾਰਨ ਹੈ ਕਿ ਉਹ ਸਮੇਂ-ਸਮੇਂ ਤੇ ਗਲਤੀਆਂ ਕਰਦਾ ਹੈ ਔਰ ਉਹ ਇਨਸਾਨ ਕਹਿੰਦਾ ਹੈ ਕਿ ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਕੀ ਹੋ ਰਿਹਾ ਹੈ, ਲੇਕਿਨ ਅਸੀਂ ਜਾਣਦੇ ਹਾਂ, ਸਾਨੂੰ ਪਤਾ ਹੈ ਕਿ ਉਹਦੇ ਨਾਲ ਕੀ ਹੋ ਰਿਹਾ ਵਾ। ਕਿਹਦੇ ਵਸ ਵਿੱਚ ਹੈ? ਉਹ ਅੰਧਕਾਰ ਦੇ ਵਸ ਵਿੱਚ ਆ। ਕਿਹਦੇ ਵਸ ਵਿੱਚ ਹੈ? ਔਰ ਮੇਰਾ ਔਰ ਤੁਹਾਡਾ ਕੀ ਕੰਮ ਹੈ ਕਿ ਉਹਨੂੰ ਅੰਧਕਾਰ ਦੇ ਵਸ ਵਿੱਚੋਂ ਛੁਡਾਉਣਾ। ਹੁਣ ਤੁਸੀਂ ਦੇਖਿਆ ਕਿ ਅਸੀਂ ਕਿੰਨਾ ਵੱਡਾ ਕੰਮ ਕਰ ਰਹੇ ਹਾਂ। ਇਹ ਕਿੰਨਾ ਮਹਾਨ ਕੰਮ ਹੈ। ਇੱਕ ਇਨਸਾਨ ਨੂੰ ਖਾਣਾ ਖਿਲਾਣਾ ਬਹੁਤ ਚੰਗੀ ਗੱਲ ਹੈ, ਲੇਕਿਨ ਖਾਣਾ ਖਿਲਾਉਣ ਤੋਂ ਬਾਅਦ ਇਹੀ ਕਾਰਨ ਹੈ ਕਿ ਸਾਡਾ ਪਹਿਲਾ ਧਿਆਨ ਕਿੱਥੇ ਹੁੰਦਾ ਵਾ? ਸਾਡਾ ਧਿਆਨ ਆਤਮਾਵਾਂ ਨੂੰ ਜਿੱਤਣ ਵਿੱਚ ਹੁੰਦਾ ਵਾ, ਨਾ ਕਿ ਖਾਣੇ ਵੱਲ। ਬਹੁਤ ਸਾਰੇ ਲੋਕ ਕਹਿੰਦੇ ਆ ਕਿ ਹਾਂ ਚਰਚ ਵਿੱਚ ਲੋਕ ਖਾਣਾ ਕਿਉਂ ਨਹੀਂ ਖਿਲਾਉਂਦੇ? ਕਿਉਂਕਿ ਸਾਨੂੰ ਪਤਾ ਵਾ ਕਿ ਖਾਣਾ ਖਿਲਾਉਣ ਨਾਲੋਂ ਜ਼ਰੂਰੀ ਕੀ ਆ ਕਿ ਉਸ ਇਨਸਾਨ ਨੂੰ ਸ਼ੈਤਾਨ ਦੇ ਵਸ ਵਿੱਚੋਂ ਬਾਹਰ ਕੱਢਣਾ। ਅਸੀਂ ਇੱਕ ਵਾਰ ਖਾਣਾ ਖਿਲਾਵਾਂਗੇ, ਦੁਪਹਿਰ ਨੂੰ ਉਹਨੂੰ ਫੇਰ ਭੁੱਖ ਲੱਗ ਜਾਏਗੀ। ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਖਾਣਾ ਨਹੀਂ ਖਿਲਾਉਂਦੇ, ਪਰ ਖਾਣਾ ਖਿਲਾਉਣ ਦੇ ਨਾਲ ਉਹਦੀ ਜ਼ਿਆਦਾ ਮਦਦ ਨਹੀਂ ਹੋਣ ਵਾਲੀ। ਅਗਰ ਅਸੀਂ ਸਵੇਰ ਖਾਣਾ ਖਿਲਾਏਂਗੇ, ਸਵੇਰ ਖਾਣਾ ਖਿਲਾਉਣ ਬਾਅਦ ਸ਼ਾਮ ਨੂੰ ਖਾਣਾ ਖਿਲਾਏਂਗੇ, ਔਰ ਅਗਰ ਅਸੀਂ ਇੱਕ ਦਿਨ ਨਹੀਂ ਖਿਲਾਵਾਂਗੇ ਤਾਂ ਕੀ ਹੋਏਗਾ? ਉਹ ਭੱਜ ਜਾਵੇਗਾ। ਕੰਮ ਆਉਣ ਵਾਲਾ ਵਾ। ਹੈਲੋ,
ਕੰਮ ਆਉਣ ਵਾਲਾ ਵਾ। ਪਰ ਜੇ ਅਸੀਂ ਉਹਨੂੰ ਅੰਧਕਾਰ ਦੇ ਵਸ ਵਿੱਚੋਂ ਛੁਡਾ ਲਿਆ, ਓ ਹਾਲੇਲੂਇਆ, ਤਾਂ ਉਹ ਬਹੁਤ ਵੱਡਾ ਕੰਮ ਹੋ ਜਾਏਗਾ। ਕੀ ਹੋ ਜਾਏਗਾ? ਤਾਂ ਤੁਸੀਂ ਦੇਖਿਆ ਕਿ ਆਤਮਾ ਨੂੰ ਜਿਸ ਤਰ੍ਹਾਂ ਕੀ ਆ ਕਿ ਇੱਕ ਇਨਸਾਨ ਨੂੰ ਅੰਧਕਾਰ ਦੇ ਵਸ ਵਿੱਚੋਂ ਛੁਡਾਉਣਾ, ਹਾਲੇਲੂਇਆ, ਅੰਧਕਾਰ ਦੇ ਵਸ ਵਿੱਚੋਂ ਛੁਡਾਉਣਾ। ਪਰ ਇਹ ਅੱਧਾ ਕੰਮ ਹੈ, ਅਜੇ ਪੂਰਾ ਨਹੀਂ ਹੋਇਆ। ਉਸੇ ਨੇ ਸਾਨੂੰ ਅੰਧਕਾਰ ਦੇ ਵਸ ਵਿੱਚੋਂ ਛੁਡਾ ਕੇ ਆਤਮਾ ਨੂੰ ਜਿੱਤਣ ਦਾ ਪਹਿਲਾ ਕੰਮ ਕੀ ਆ? ਆਤਮਾ ਨੂੰ ਜਿੱਤਣ ਦਾ ਪਹਿਲਾ ਕੰਮ ਕੀ ਆ? ਅੰਧਕਾਰ ਦੇ ਵਸ ਵਿੱਚੋਂ ਛੁਡਾਉਣਾ। ਅਗਰ ਤੁਸੀਂ ਕੋਈ ਗਲਤ ਕੰਮ ਕਰ ਰਹੇ ਹੋ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਅੰਧਕਾਰ ਦੇ ਵਸ ਵਿੱਚੋਂ, ਕਿ ਵਾਕਈ ਯੀਸ਼ੂ ਤੁਹਾਡਾ ਪ੍ਰਭੂ ਹੈ? ਇਹ ਸਵਾਲ ਤੁਹਾਨੂੰ ਆਪਣੇ ਆਪ ਕੋ ਪੁੱਛਣਾ ਪਏਗਾ। ਪ੍ਰੇਜ਼ ਦ ਲਾਰਡ। ਸ਼ੈਤਾਨ ਨੂੰ ਆਪਣੇ ਨਾਲ ਕੁਝ ਵੀ ਨਾ ਕਰਨ ਦਿਓ, ਕੁਝ ਵੀ ਨਾ ਕਰਨ ਦਿਓ। ਸ਼ੈਤਾਨ ਦਾ ਤੁਹਾਡੇ ਅੰਦਰ ਕੁਝ ਵੀ ਨਹੀਂ ਹੈ। ਬੋਲੋ, ਸ਼ੈਤਾਨ ਦਾ ਮੇਰੇ ਅੰਦਰ ਕੁਝ ਵੀ ਨਹੀਂ ਹੈ। ਬੋਲੋ, ਅੰਧਕਾਰ ਦਾ ਮੇਰੇ ਅੰਦਰ ਕੁਝ ਵੀ ਨਹੀਂ ਹੈ। ਇਹੀ ਉਹ ਚੀਜ਼ਾਂ ਜਿਹੜੀਆਂ ਤੁਸੀਂ ਆਪਣੇ ਆਪ ਨਾਲ ਬੋਲਣੀਆਂ। ਮੈਂ ਰੋਜ਼ ਇਹ ਚੀਜ਼ਾਂ ਆਪਣੇ ਆਪ ਨਾਲ ਬੋਲਦਾ ਵਾ, ਔਰ ਪਤਾ ਨਹੀਂ ਕਿੰਨੀ ਵਾਰ ਬੋਲਦਾ ਕਿ ਸ਼ੈਤਾਨ ਦਾ ਮੇਰੇ ਅੰਦਰ ਕੁਝ ਵੀ ਨਹੀਂ ਹੈ, ਅੰਧਕਾਰ ਦਾ ਮੇਰੇ ਅੰਦਰ ਕੁਝ ਵੀ ਨਹੀਂ ਹੈ। ਹਾਲੇਲੂਇਆ, ਹਾਲੇਲੂਇਆ। ਇਹ ਸਾਨੂੰ ਕਿਹਨਾਂ ਨਾਲ ਕਰਨਾ ਵਾ? ਇਹ ਸਾਨੂੰ ਦੂਸਰੇ ਨਾਲ ਕਰਨਾ। ਇਸ ਵਾਸਤੇ ਸਾਨੂੰ ਕੀ ਕਰਨਾ ਪਏਗਾ? ਸਾਨੂੰ ਮਧਿਅਸਥਤਾ ਦੀ ਪ੍ਰਾਰਥਨਾ ਕਰਨੀ ਪਏਗੀ, ਮਧਿਅਸਥਤਾ ਦੀ ਪ੍ਰਾਰਥਨਾ। ਔਰ ਇਹ ਕੋਈ ਮਜ਼ਾਕ ਨਹੀਂ ਹੈ। ਉਸੇ ਨੇ ਸਾਨੂੰ ਅੰਧਕਾਰ ਦੀ ਸ਼ਕਤੀ ਵਿੱਚੋਂ ਕੱਢ ਕੇ ਆਪਣੇ ਪੁੱਤਰ ਦੇ ਰਾਜ ਵਿੱਚ ਲੈ ਕੇ ਆਂਦਾ, ਕਿ ਉਹਨੇ ਸਿਰਫ ਸਾਨੂੰ ਅੰਧਕਾਰ ਦੀ ਸ਼ਕਤੀ ਜੋ ਬਾਹਰ ਨਹੀਂ ਕੱਢਿਆ, ਬਲਕਿ ਆਪਣੇ ਪਰਮੇਸ਼ਵਰ ਦੇ ਪੁੱਤਰ ਦੇ ਰਾਜ ਵਿੱਚ ਅੰਦਰ ਵੀ ਲੈ ਕੇ ਆਇਆ। ਪਹਿਲਾ ਕੰਮ ਉਹਨੇ ਕੀ ਕੀਤਾ? ਕਿ ਸਾਨੂੰ ਛੁਡਾਇਆ। ਦੂਸਰਾ ਕੰਮ ਕੀ ਕੀਤਾ? ਕਿ ਸਾਨੂੰ ਉਹਨੇ ਪ੍ਰਵੇਸ਼ ਕਰਵਾਇਆ। ਪਹਿਲਾ ਕੰਮ ਆਪਾਂ ਕੀ ਕਰਵਾਉਂਦੇ ਆ? ਕਿ ਪਹਿਲਾਂ ਉਹਨਾਂ ਨੂੰ ਅੰਧਕਾਰ ਦੇ ਵਸ ਵਿੱਚੋਂ ਛੁਡਾਉਂਦੇ ਆ, ਔਰ ਦੂਸਰਾ ਪਰਮੇਸ਼ਵਰ ਦੇ ਰਾਜ ਦੇ ਵਿੱਚ ਪ੍ਰਵੇਸ਼ ਕਰਵਾਉਂਦੇ ਆ। ਪਰਮੇਸ਼ਵਰ ਦੇ ਰਾਜ ਵਿੱਚ ਪ੍ਰਵੇਸ਼ ਕਰਾਉਣ ਦਾ ਮਤਲਬ ਕੀ ਹੈ? ਪਰਮੇਸ਼ਵਰ ਦੇ ਰਾਜ ਦੇ ਅੰਦਰ ਪ੍ਰਵੇਸ਼ ਕਰਨ ਦਾ ਮਤਲਬ ਇਹ ਆ ਕਿ ਅਸੀਂ ਆਪਣੀ ਪ੍ਰਾਰਥਨਾ ਦੇ ਦੁਆਰਾ ਉਹਨਾਂ ਦੇ ਅੰਦਰ ਪਰਮੇਸ਼ਵਰ ਦਾ ਸੁਭਾਅ ਵਿਕਸਿਤ ਕਰਦੇ ਆ। ਅਸੀਂ ਕੀ ਕਰਦੇ ਹਾਂ? ਕਿ ਪਰਮੇਸ਼ਵਰ ਦਾ ਪ੍ਰਭਾਵ, ਪਰਮੇਸ਼ਵਰ ਦੀ ਸੱਤਿਆ ਨਿਸ਼ਠਾ ਉਹਨਾਂ ਦੇ ਅੰਦਰ ਵਿਕਸਿਤ ਕਰਦੇ ਹਾਂ ਆਪਣੀਆਂ ਪ੍ਰਾਰਥਨਾਵਾਂ ਦੇ ਦੁਆਰਾ। ਆਈਏ ਆਪਾਂ ਇੱਕ ਹੋਰ ਵਚਨ ਪੜ੍ਹਦੇ ਹਾਂ। ਵਿਵਸਥਾ ਵਿਵਰਣ 6 ਅਧਿਆਇ ਦੀ 23 ਆਇਤ ਆਪਾਂ ਪੜ੍ਹਦੇ ਹਾਂ। ਤਦ ਉਹ ਸਾਨੂੰ ਉੱਥੋਂ ਬਾਹਰ ਕੱਢ ਲਿਆਇਆ ਕਿ ਸਾਨੂੰ ਉਹ ਧਰਤੀ ਦੇਵੇ। ਸਾਨੂੰ ਉਹਨੇ ਉਸ ਚੀਜ਼ ਚੋਂ ਬਾਹਰ ਕੱਢਿਆ। ਕਿਉਂ? ਤਾਂ ਕਿ ਉਹ ਸਾਨੂੰ ਉਸ ਦੇਸ਼ ਵਿੱਚ ਲੈ ਜਾ ਸਕੇ। ਅਸੀਂ ਸਿਰਫ ਉਹਨਾਂ ਨੂੰ ਛੁਡਾ ਨਹੀਂ ਰਹੇ, ਅਸੀਂ ਉਹਨਾਂ ਨੂੰ ਸਥਾਪਿਤ ਵੀ ਕਰਨਾ ਵਾ, ਪਰਮੇਸ਼ਵਰ ਦੇ ਰਾਜ ਵਿੱਚ ਸਥਾਪਿਤ ਕਰਨਾ ਹੈ। ਅਸੀਂ ਇਹ ਸੁਨਿਸ਼ਚਿਤ ਵੀ ਕਰਨਾ ਹੈ ਕਿ ਉਹ ਪਰਮੇਸ਼ਵਰ ਦੇ ਪ੍ਰਭਾਵ ਦੇ ਨੀਚੇ ਆ ਜਾਣ। ਪਹਿਲਾਂ ਉਹ ਕਿਹਦੇ ਵਸ ਵਿੱਚ ਸੀਗੇ? ਉਹ ਅੰਧਕਾਰ ਦੇ ਵਸ ਵਿੱਚ ਸੀਗੇ। ਲੇਕਿਨ ਉਹ ਹੁਣ ਉਹ ਕਿਹਦੇ ਵਸ ਵਿੱਚ ਆ ਜਾਣ? ਹੁਣ ਉਹ ਪਰਮੇਸ਼ਵਰ ਦੇ ਵਸ ਵਿੱਚ ਆ ਜਾਣ। ਹੁਣ ਉਹਨਾਂ ਨੂੰ ਪਰਮੇਸ਼ਵਰ ਚਲਾਏ। ਪਹਿਲਾਂ ਉਹਨਾਂ ਨੂੰ ਕੌਣ ਚਲਾ ਰਿਹਾ ਸੀ? ਸ਼ੈਤਾਨ। ਲੇਕਿਨ ਹੁਣ ਕੌਣ ਚਲਾਏ? ਪਰਮੇਸ਼ਵਰ। ਔਰ ਇਹ ਬਿਨਾਂ ਪ੍ਰਾਰਥਨਾ ਤੋਂ ਨਹੀਂ ਹੋ ਸਕਦਾ। ਔਰ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਉਹ ਪਾਸਟਰ, ਮੇਰਾ ਪਤੀ ਗਲਤ ਆਦਤਾਂ ਵਿੱਚ ਫਸਿਆ ਪਿਆ ਵਾ, ਤੁਸੀਂ ਪ੍ਰਾਰਥਨਾ ਕਰੋ ਕਿ ਉਹ ਗਲਤ ਆਦਤਾਂ ਨੂੰ ਛੱਡ ਦੇ। ਉਹ ਨਹੀਂ ਬਦਲ ਸਕਦਾ। ਤੁਹਾਨੂੰ ਉਹਦੇ ਵਾਸਤੇ ਪ੍ਰਾਰਥਨਾ ਕਰਨੀ ਪਏਗੀ। ਤੁਹਾਨੂੰ ਪ੍ਰਾਰਥਨਾ ਕਰਨੀ ਪਏਗੀ ਕਿ ਪਰਮੇਸ਼ਵਰ ਉਹਦਾ ਸੁਭਾਅ ਬਦਲ ਜਾਵੇ ਔਰ ਉਹਦੇ ਅੰਦਰ ਪਰਮੇਸ਼ਰ ਦਾ ਸੁਭਾਅ ਵਿਕਸਿਤ ਹੋ ਜਾਵੇ। ਜਦ ਉਹਦੇ ਅੰਦਰ ਪਰਮੇਸ਼ਰ ਦਾ ਸੁਭਾਅ ਵਿਕਸਿਤ ਹੋ ਜਾਏਗਾ ਤਾਂ ਉਹ ਆਪਣੇ ਆਪ ਸਹੀ ਕੰਮ ਕਰੇਗਾ। ਅਗਰ ਤੁਹਾਡੇ ਬੱਚੇ ਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਤਾਂ ਤੁਸੀਂ ਉਹਨੂੰ ਕਿੱਥੇ ਭੇਜਦੇ ਹੋ? ਅੰਗਰੇਜ਼ੀ ਦੇ ਕੋਚਿੰਗ ਸੈਂਟਰ ਦੇ ਵਿੱਚ, ਤਾਂ ਕਿ ਉਹ ਅੰਗਰੇਜ਼ੀ ਸਿੱਖੇ। ਫਿਰ ਉਹ ਗਲਤ ਅੰਗਰੇਜ਼ੀ ਬੋਲੇਗਾ? ਹੈਲੋ, ਅਗਰ ਸਹੀ ਅੰਗਰੇਜ਼ੀ ਬੋਲਣਾ ਸਿੱਖ ਗਿਆ ਤਾਂ ਕੀ ਉਹ ਗਲਤ ਬੋਲੇਗਾ? ਇਸੇ ਤਰ੍ਹਾਂ ਜਦ ਉਹਦੇ ਅੰਦਰ ਪਰਮੇਸ਼ਰ ਦਾ ਸੁਭਾਅ ਵਿਕਸਿਤ ਹੋ ਜਾਏਗਾ ਕਿ ਉਹ ਇਨਸਾਨ ਗਲਤ ਕੰਮ ਕਰੇਗਾ। ਔਰ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ, ਔਰ ਬਹੁਤ ਸਾਰੇ ਲੋਕ ਇਹ ਦੁਆਵਾਂ ਕਰਦੇ ਆ ਕਿ ਮੇਰਾ ਪਤੀ ਸੁਧਰ ਜਾਏ, ਲੇਕਿਨ ਪਤੀ ਸੁਧਰਦਾ ਨਹੀਂ ਹੈ। ਅਗਰ ਐਦਾ ਪ੍ਰਾਰਥਨਾ ਦਾ ਸੁਧਰ ਜਾਣ ਤਾਂ ਸਭ ਸੁਧਰ ਜਾਣ। ਅਗਰ ਬੱਚੇ ਐਦਾ ਸੁਧਰ ਜਾਣ ਤਾਂ ਸਾਰੇ ਬੱਚੇ ਸੁਧਰ ਜਾਣ। ਤੁਸੀਂ ਪ੍ਰਾਰਥਨਾ ਕਿਸ ਤਰ੍ਹਾਂ ਕਰਨੀ ਆ? ਕਿ ਉਹਨਾਂ ਦੇ ਅੰਦਰ ਵਿਕਸਿਤ ਹੋ ਜਾਏ ਪਰਮੇਸ਼ਰ ਦਾ ਸੁਭਾਅ। ਕੀ ਵਿਕਸਿਤ ਹੋ ਜਾਏ? ਪਰਮੇਸ਼ਵਰ ਦਾ ਸੁਭਾਅ। ਪਰਮੇਸ਼ਵਰ ਦਾ ਸੁਭਾਅ, ਪਰਮੇਸ਼ਵਰ ਦੀ ਸੱਤਿਆ ਨਿਸ਼ਠਾ। ਆਤਮਾ ਜਿੱਤਣ ਦਾ ਮਤਲਬ ਕੀ ਆ? ਕਿ ਅਸੀਂ ਉਹਨਾਂ ਨੂੰ ਪਰਮੇਸ਼ਵਰ ਦੇ ਰਾਜ ਵਿੱਚ ਸਥਾਪਿਤ ਕਰਨਾ, ਤਾਂ ਕਿ ਮਸੀਹ ਉਹਨਾਂ ਦੇ ਅੰਦਰ ਵਿਕਸਿਤ ਹੋ ਜਾਏ। ਪ੍ਰੇਜ਼ ਦ ਲਾਰਡ। ਪਹਿਲਾ ਸਟੈਪ ਕੀ ਆ ਆਤਮਾਵਾਂ ਜਿੱਤਣ ਦੇ ਵਿੱਚ? 2 ਕੁਰਿੰਥੀਆਂ 5 ਅਧਿਆਇ ਦਾ 17 ਵਚਨ 'ਚ ਲਿਖਿਆ, ਜੇਕਰ ਕੋਈ ਮਸੀਹ ਵਿੱਚ ਹੈ ਤਾਂ ਨਵੀਂ ਸ੍ਰਿਸ਼ਟੀ ਹੈ, ਪੁਰਾਣੀਆਂ ਗੱਲਾਂ ਬੀਤ ਗਈਆਂ ਔਰ ਸਾਰੀਆਂ ਗੱਲਾਂ ਨਵੀਆਂ ਹੋ ਗਈਆਂ। ਪਰ ਇਹ ਕੀ ਆ? ਇਹ ਇੱਕ ਸ਼ੁਰੂਆਤ ਹੈ।
ਜੇ ਕੋਈ ਮਸੀਹ ਵਿੱਚ ਹੈ ਤਾਂ ਨਵੀਂ ਸ੍ਰਿਸ਼ਟੀ ਆ, ਪੁਰਾਣੀਆਂ ਗੱਲਾਂ ਬੀਤ ਗਈਆਂ, ਹੋਰ ਦੇਖੋ ਸਭ ਕੁਝ ਨਵਾਂ ਹੋ ਗਿਆ। ਔਰ ਇਹ ਇੱਕ ਸ਼ੁਰੂਆਤ ਹੈ। ਜਦੋਂ ਅਸੀਂ ਉਹਨੂੰ ਛੁਡਾ ਲਿਆ ਔਰ ਉਹ ਮਸੀਹ ਵਿੱਚ ਆ ਗਿਆ, ਸਾਰੀਆਂ ਗੱਲਾਂ ਨਵੀਆਂ ਹੋ ਗਈਆਂ। ਲੇਕਿਨ ਅਜੇ ਕੰਮ ਪੂਰਾ ਨਹੀਂ ਹੋਇਆ, ਅਜੇ ਇਹ ਸ਼ੁਰੂਆਤ ਹੈ। ਕੰਮ ਪੂਰਾ ਕਦੋਂ ਹੋਏਗਾ? ਕੁਲੂਸੀਓ 1:27 ਵਿੱਚ ਆਪਾਂ ਪੜਾਂਗੇ। ਕੁਲੂਸੀਓ 1:27। ਔਰ ਪਹਿਲਾ ਸਟੈਪ ਕੀ ਆ? ਮਸੀਹ ਜੋ ਮਹਿਮਾ ਦੀ ਆਸ਼ਾ ਹੈ ਉਹ ਤੁਹਾਡੇ ਵਿੱਚ ਰਹਿੰਦਾ ਹੈ। ਮਸੀਹ ਤੁਹਾਡੇ ਵਿੱਚ, ਕਿਹਦੇ ਵਿੱਚ? ਤੁਹਾਡੇ ਵਿੱਚ। ਤੁਸੀਂ ਬੋਲਾਂਗੇ ਮਸੀਹ ਮੇਰੇ ਵਿੱਚ, ਤੁਸੀਂ ਬੋਲੋਗੇ ਮਸੀਹ ਮੇਰੇ ਵਿੱਚ, ਮਸੀਹ ਮੇਰੇ ਵਿੱਚ। ਮੇਰੇ ਵਿੱਚ ਮਸੀਹ ਦਾ ਮਤਲਬ ਕੀ ਆ? ਕਿ ਹੁਣ ਮਸੀਹ ਮੈਨੂੰ ਚਲਾਉਂਦਾ ਏ। ਪ੍ਰੇਜ਼ ਦਾ ਲਾਰਡ। ਹੁਣ ਤੁਸੀਂ ਕਿਹਦੇ ਵਸ ਵਿੱਚੋਂ? ਹੁਣ ਤੁਸੀਂ ਮਸੀਹ ਦੇ ਵਸ ਵਿੱਚੋਂ। ਪ੍ਰੇਜ਼ ਦਾ ਲਾਰਡ। ਪਹਿਲਾਂ ਤੁਸੀਂ ਕਿਹਦੇ ਵਸ ਵਿੱਚ ਸੀਗੇ? ਅੰਧਕਾਰ ਦੇ ਵਸ ਵਿੱਚ ਸੀਗੇ। ਲੇਕਿਨ ਹੁਣ ਕਿਹਦੇ ਵਸ ਵਿੱਚੋਂ? ਹੁਣ ਤੁਸੀਂ ਮਸੀਹ ਦੇ ਵਸ ਵਿੱਚੋਂ। ਪ੍ਰੇਜ਼ ਦਾ ਲਾਰਡ। ਹਾਲੇਲੂਇਆ। ਸੁਣ ਰਹੇ ਹੋ ਤੁਸੀਂ? ਇਹਨੂੰ ਅਸੀਂ ਕੀ ਕਹਿ ਰਹੇ ਹਾਂ? ਇਹਨੂੰ ਅਸੀਂ ਕਹਿ ਰਹੇ ਹਾਂ ਆਤਮਾਵਾਂ ਨੂੰ ਜਿੱਤਣਾ, ਉਹਨੂੰ ਅੰਧਕਾਰ ਵਿੱਚੋਂ ਛੁਡਾ ਕੇ ਉਹਦੇ ਅੰਦਰ ਕੀ ਵਿਕਸਿਤ ਕਰਨਾ ਹੈ? ਪਰਮੇਸ਼ਵਰ ਦਾ ਸੁਭਾਅ। ਤਾਂ ਪਹਿਲਾਂ ਕੇਸ ਵਿੱਚ ਵੀ ਤੁਸੀਂ ਪ੍ਰਾਰਥਨਾ ਕਰਨੀ ਆ ਕਿ ਉਹ ਮੈਂ ਸ਼ੈਤਾਨ ਦੇ ਸਾਰੇ ਉਹ ਸੁਸਮਾਚਾਰ ਸੁਣੇਗਾ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਲੇਕਿਨ ਜਦੋਂ ਉਹਨੇ ਸੁਸਮਾਚਾਰ ਸੁਣ ਲਿਆ ਉਸ ਤੋਂ ਬਾਅਦ ਵੀ ਤੁਹਾਡੀਆਂ ਪ੍ਰਾਰਥਨਾ ਖਤਮ ਨਹੀਂ ਹੋਈਆਂ। ਲੇਕਿਨ ਹੁਣ ਤੁਹਾਡੀ ਪ੍ਰਾਰਥਨਾ ਬਦਲ ਚੁੱਕੀ ਆ ਕਿਉਂਕਿ ਮਸੀਹ ਉਹਦੇ ਅੰਦਰ ਵਿਕਸਿਤ ਹੁੰਦਾ ਜਾ ਰਿਹਾ ਹੈ। ਪ੍ਰੇਜ਼ ਦਾ ਲਾਰਡ। ਇਹ ਪਰਮੇਸ਼ਰ ਦੇ ਸੁਭਾਅ ਦੇ ਵਿੱਚ ਵਾਧਾ ਜਾ ਰਿਹਾ ਹੈ। ਹਾਲੇਲੂਇਆ। ਉਹਦੀਆਂ ਸਮਝ ਦੀਆਂ ਅੱਖਾਂ ਖੁੱਲਦੀਆਂ ਜਾ ਰਹੀਆਂ ਹੈ। ਪ੍ਰੇਜ਼ ਦਾ ਲਾਰਡ। ਹਾਲੇਲੂਇਆ। ਪ੍ਰੇਜ਼ ਦਾ ਲਾਰਡ। ਸੋਚ ਕੇ ਦੇਖੋ, ਅਗਰ ਤੁਸੀਂ ਇਸ ਤਰ੍ਹਾਂ ਦੀ ਪ੍ਰਾਰਥਨਾ ਕੀਤੀਆਂ ਹੁੰਦੀਆਂ ਤਾਂ ਜਿਨ੍ਹਾਂ ਪਰੇਸ਼ਾਨੀਆਂ ਤੋਂ ਤੁਸੀਂ ਗੁਜ਼ਰੇ ਹੋ ਤੁਸੀਂ ਉਹਨਾਂ ਤੋਂ ਨਹੀਂ ਗੁਜ਼ਰੇ ਹੁੰਦੇ। ਪ੍ਰੇਜ਼ ਦਾ ਲਾਰਡ। ਜਦੋਂ ਮੇਰੀ ਸ਼ਾਦੀ ਹੋਈ ਸੀ ਔਰ ਮੇਰੀ ਪਤਨੀ ਕਾਫੀ ਬਿਮਾਰ ਰਹਿੰਦੀ ਸੀ ਔਰ ਮੈਂ ਉਹਦੇ ਵਾਸਤੇ ਪ੍ਰਾਰਥਨਾ ਕਰਦਾ ਹੁੰਦਾ ਸੀ। ਇਵਨ ਕਿ ਮੈਂ ਪਹਿਲਾਂ ਹੀ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਉਹਦੇ ਅੰਦਰ ਮਸੀਹ ਦਾ ਸੁਭਾਅ ਵਿਕਸਿਤ ਹੁੰਦਾ ਜਾਏ। ਉਹਨੂੰ ਉਹਦੀ ਚੰਗਿਆਈ ਦੀ ਸਮਝ ਆ ਰਹੀ ਸੀ ਔਰ ਸ਼ਾਦੀ ਤੋਂ ਬਾਅਦ ਉਹਦੀ ਬਿਮਾਰੀ ਤੇ ਮੇਰਾ ਕੋਈ ਵੀ ਪੈਸਾ ਨਹੀਂ ਲੱਗਿਆ। ਲੇਕਿਨ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੂੰ ਇਸ ਗੱਲ ਬਾਰੇ ਨਹੀਂ ਪਤਾ ਔਰ ਕਈ ਲੋਕ ਪੂਰੀ ਜ਼ਿੰਦਗੀ ਇਸੇ ਗੱਲ ਤੇ ਸੰਘਰਸ਼ ਕਰਦੇ ਰਹਿੰਦੇ ਆ। ਉਹ ਇੱਕ ਬਿਮਾਰੀ ਵਿੱਚੋਂ ਨਿਕਲਦੇ ਆ ਦੂਸਰੀ ਬਿਮਾਰੀ ਵਿੱਚ ਔਰ ਦੂਸਰੀ ਬਿਮਾਰੀ ਵਿੱਚੋਂ ਨਿਕਲਦੇ ਆ ਤੀਸਰੀ ਬਿਮਾਰੀ ਦੇ ਵਿੱਚ। ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਨੇ ਉਸ ਇਨਸਾਨ ਦੇ ਅੰਦਰ ਕੀ ਪੈਦਾ ਕਰਨੀ ਆ। ਸਮਝ। ਅਗਰ ਤੁਹਾਡੇ ਘਰ ਵਿੱਚ ਕੋਈ ਬਿਮਾਰ ਹੈ ਤਾਂ ਤੁਹਾਨੂੰ ਉਹਦੀ ਸਮਝ ਵਿਕਸਿਤ ਕਰਨੀ ਪਏਗੀ ਕਿ ਮਸੀਹ ਉਹਦੇ ਅੰਦਰ ਹੈ ਔਰ ਚੰਗਿਆਈ ਦੀ ਸਾਮਰਥ ਉਹਦੇ ਅੰਦਰ ਹੈ। ਅਗਰ ਕਿਸੇ ਇਨਸਾਨ ਨੂੰ ਇਹ ਸਮਝ ਆ ਜਾਏ ਕਿ ਮਸੀਹ ਦੇ ਉਹਦੇ ਅੰਦਰ ਹੋਣ ਦਾ ਮਤਲਬ ਕੀ ਆ, ਇਹੀ ਕਾਰਨ ਹੈ ਕਿ ਤੁਸੀਂ ਮੈਨੂੰ ਬਿਮਾਰ ਨਹੀਂ ਕਰ ਸਕਦੇ ਕਿਉਂਕਿ ਮੈਂ ਬਿਮਾਰ ਹੋ ਹੀ ਨਹੀਂ ਸਕਦਾ ਕਿਉਂਕਿ ਮੈਨੂੰ ਪਤਾ ਹੈ ਕਿ ਮਸੀਹ ਮੇਰੇ ਅੰਦਰ ਰਹਿੰਦਾ ਹੈ। ਮੈਂ ਮਸੀਹ ਦੇ ਨਿਯੰਤਰਣ ਵਿੱਚ ਹਾਂ। ਕਿਹਦੇ ਨਿਯੰਤਰਣ ਵਿੱਚ ਆ? ਮੈਂ ਮਸੀਹ ਦੇ ਨਿਯੰਤਰਣ ਵਿੱਚ ਆ ਔਰ ਮੈਨੂੰ ਪਤਾ ਹੈ ਕਿ ਮੈਂ ਗਲਤ ਰਾਸਤੇ ਵਿੱਚ ਨਹੀਂ ਜਾ ਸਕਦਾ। ਪਰਮੇਸ਼ਰ ਨੇ ਮੇਰੀ ਸਹਾਇਤਾ ਕੀਤੀ ਆ। ਮੈਂ ਕਦੀ ਗਲਤ ਰਾਸਤੇ ਤੇ ਗਿਆ ਹੀ ਨਹੀਂ। ਜੋ ਗਲਤੀਆਂ ਲੋਕ ਕਰਦੇ ਸੀ ਉਹ ਗਲਤੀਆਂ ਮੇਰੇ ਕੋਲ ਹੋਈਆਂ ਹੀ ਨਹੀਂ। ਮੈਂ ਵੀ ਜਵਾਨ ਸੀ ਔਰ ਮੇਰੀ ਵੀ ਸ਼ਾਦੀ ਨਹੀਂ ਹੋਈ ਸੀ ਪਰ ਮੇਰੇ ਕੋਲੋਂ ਉਹ ਗਲਤੀਆਂ ਨਹੀਂ ਹੋਈਆਂ ਜਿਹੜੀਆਂ ਦੂਜੇ ਲੋਕ ਕਰਦੇ ਸੀ। ਕਿਉਂ? ਕਿਉਂਕਿ ਮੈਂ ਕਿਹਦੇ ਵਿੱਚ ਸੀ? ਮਸੀਹ ਮੇਰੇ ਅੰਦਰ ਸੀ। ਪ੍ਰੇਜ਼ ਦਾ ਲਾਰਡ। ਮਸੀਹ ਮੈਨੂੰ ਚਲਾ ਰਿਹਾ ਸੀ। ਪ੍ਰੇਜ਼ ਦਾ ਲਾਰਡ। ਹਾਲੇਲੂਇਆ। ਤਾਂ ਪਹਿਲਾ ਸਟੈਪ ਤੁਹਾਨੂੰ ਸਮਝ ਆ ਗਿਆ ਕਿ ਪਹਿਲਾ ਸਟੈਪ ਕੀ ਆ? ਕਿ ਅੰਧਕਾਰ ਵਿੱਚੋਂ ਛੁਡਾ ਕੇ ਪਰਮੇਸ਼ਵਰ ਦੇ ਰਾਜ ਵਿੱਚ ਲੈ ਕੇ ਆਣਾ, ਮਸੀਹ ਦੇ ਸੁਭਾਅ ਦੇ ਵਿੱਚ ਲੈ ਕੇ ਆਣਾ, ਉਹਨਾਂ ਦੇ ਅੰਦਰ ਮਸੀਹ ਦਾ ਸੁਭਾਅ ਪੈਦਾ ਕਰਨਾ, ਮਸੀਹ ਨੂੰ ਪਰਿਪੱਕਵ ਕਰਨਾ। ਹਾਲੇਲੂਇਆ। ਦੂਸਰਾ ਇਹ ਆ ਕਿ ਇਹ ਜ਼ਰੂਰੀ ਕਿਉਂ ਹੈ? ਯੀਸ਼ੂ ਮਸੀਹ ਨੇ ਕਿਹਾ ਇਹ ਜ਼ਰੂਰੀ ਹੈ। ਅਗਰ ਹੁਣ ਆਪਾਂ ਕਿਸੇ ਕੋਲੋਂ ਪੁੱਛੀਏ ਕਿ ਮਾਸਕ ਜ਼ਰੂਰੀ ਕਿਉਂ ਹੈ ਤਾਂ ਆਪਾਂ ਕੀ ਕਵਾਂਗੇ? ਸਰਕਾਰ ਨੇ ਕਿਹਾ ਭਾਈ। ਜਦ ਕਿ ਮਾਸਕ ਲਗਾਉਣਾ ਕੀ ਆ? ਗਲਤ ਹੈ। ਵਿਗਿਆਨਿਕ ਰੂਪ ਦੇ ਨਾਲ, ਚਿਕਿਤਸੀ ਰੂਪ ਦੇ ਨਾਲ ਮਾਸਕ ਲਗਾਉਣਾ ਕੀ ਹੈ? ਗਲਤ ਹੈ। ਪਰ ਫਿਰ ਵੀ ਮਾਸਕ ਕਿਉਂ ਲਗਾਉਣਾ ਪੈਂਦਾ? ਕਿਹਨੇ ਕਿਹਾ ਹੈ? ਸਰਕਾਰ ਨੇ ਕਿਹਾ ਹੈ। ਜਦ ਕਿ ਉਹ ਕੀ ਆ? ਗਲਤ ਹੈ। ਪ੍ਰੇਜ਼ ਦਾ ਲਾਰਡ। ਤਾਂ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਆਤਮਾ ਨੂੰ ਜਿੱਤਣਾ ਜ਼ਰੂਰੀ ਕਿਉਂ ਹੈ? ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਹੈ। ਪ੍ਰੇਜ਼ ਦਾ ਲਾਰਡ। ਕਿਹਨੇ ਕਿਹਾ? ਕਿਹਨੇ ਕਿਹਾ? ਯੀਸ਼ੂ ਮਸੀਹ ਨੇ। ਕਿਉਂਕਿ ਯੀਸ਼ੂ ਮਸੀਹ ਗਲਤ ਨਹੀਂ ਕਹਿੰਦਾ। ਮੱਤੀ 28 ਅਧਿਆਇ ਦਾ 19ਵਾਂ ਵਚਨ। ਮੱਤੀ 28 ਅਧਿਆਇ 19ਵਾਂ ਵਚਨ। ਮਸੀਹ ਗਲਤ ਨਹੀਂ ਕਹਿੰਦਾ। ਲਿਖਿਆ, ਇਸ ਲਈ ਤੁਸੀਂ ਜਾਓ ਔਰ ਸਾਰੇ ਜਾਤੀਆਂ ਦੇ ਲੋਕਾਂ ਨੂੰ ਚੇਲਾ ਬਣਾਓ। ਉਹਨੇ ਕੀ ਕਿਹਾ? ਕਿ ਸਾਰੇ ਜਾਤੀਆਂ ਦੇ ਲੋਕਾਂ ਨੂੰ ਚੇਲਾ ਬਣਾਓ, ਉਹਨਾਂ ਨੂੰ ਸੁਸਮਾਚਾਰ ਸੁਣਾਓ, ਉਹਨਾਂ ਨੂੰ ਯੀਸ਼ੂ ਦੇ ਬਾਰੇ ਦੱਸੋ ਔਰ ਪਿਤਾ, ਪੁੱਤਰ, ਪਵਿੱਤਰ ਆਤਮਾ ਦੇ ਨਾਮ 'ਚ ਬਪਤਿਸਮਾ ਦਿਓ। ਪ੍ਰੇਜ਼ ਦਾ ਲਾਰਡ। ਹਾਲੇਲੂਇਆ।
ਇਹ ਸਾਨੂੰ ਕਰਨ ਵਾਸਤੇ ਕਿਹਨੇ ਕਿਹਾ ਵਾ? ਬੋਲੀਏ, ਇਹ ਸਾਨੂੰ ਯੀਸ਼ੂ ਮਸੀਹ ਨੇ ਕਿਹਾ ਹੈ। ਆਪਣੇ ਪੜੋਸੀ ਨੂੰ ਕਹੋ ਕਿ ਆਤਮਾਵਾਂ ਜਿੱਤਣ ਨੂੰ ਯੀਸ਼ੂ ਮਸੀਹ ਨੇ ਕਿਹਾ ਹੈ। ਤਾਂ ਜ਼ਰੂਰੀ ਕਿਉਂ ਹੈ? ਕਿਉਂਕਿ ਇਹ ਕਿਹਨੇ ਕਿਹਾ ਹੈ? ਯੀਸ਼ੂ ਨੇ ਕਿਹਾ ਹੈ। ਅਗਲਾ ਵਚਨ ਪੜ੍ਹ ਸਕਦੇ ਹਾਂ ਆਪਾਂ, दानियल ਦੀ ਪੁਸਤਕ 12ਵਾਂ ਅਧਿਆਇ ਔਰ 3ਰਾ ਵਚਨ ਲਿਖਿਆ, ਉਸ ਸਮੇਂ ਬੁੱਧੀਮਾਨ ਆਗੂ ਉਜਲੇ ਆਕਾਸ਼ ਦੀ ਤਰ੍ਹਾਂ ਚਮਕਣਗੇ ਅਤੇ ਉਹ ਸਭ ਜਿਨ੍ਹਾਂ ਨੇ ਬਹੁਤਿਆਂ ਲੋਕਾਂ ਨੂੰ ਭਲੇ ਕੰਮ ਕਰਨੇ ਸਿਖਾਏ ਹਨ ਹਮੇਸ਼ਾ ਦੇ ਲਈ ਤਾਰਿਆਂ ਵਾਂਗ ਚਮਕਣਗੇ। ਜੋ ਬਹੁਤਿਆਂ ਨੂੰ ਕੀ ਬਣਾਉਂਦੇ ਆ? ਸਤਿਆਨਿਸ਼ਟ। ਸਤਿਆਨਿਸ਼ਟ ਮੀਨਸ ਉਹਨਾਂ ਦੇ ਅੰਦਰ ਕੀ ਪੈਦਾ ਕਰਦੇ ਆ? ਪਰਮੇਸ਼ਵਰ ਦਾ ਸੁਭਾਅ। ਪਰਮੇਸ਼ਵਰ ਦਾ ਸੁਭਾਅ। ਔਰ ਉਹ ਕੀ ਦੱਸ ਰਿਹਾ ਹੈ ਕਿ ਜੋ ਆਤਮਾਵਾਂ ਜਿੱਤਣਗੇ ਉਹ ਹਮੇਸ਼ਾ ਲਈ ਚਮਕਣਗੇ। ਉਹਨਾਂ ਦਾ ਨਾਮ ਸਵਰਨ ਅਕਸ਼ਰਾਂ ਵਿੱਚ ਲਿਖਿਆ ਜਾਏਗਾ। ਕਿਹਦੇ ਵਿੱਚ ਲਿਖਿਆ ਜਾਏਗਾ? ਸਵਰਨ ਅਕਸ਼ਰਾਂ ਵਿੱਚ। ਔਰ ਜੋ ਬਹੁਤਿਆਂ ਨੂੰ ਸਤਿਆਨਿਸ਼ਟ ਬਣਾਉਂਦੇ ਆ, ਧਰਮੀ ਬਣਾਉਂਦੇ ਆ, ਉਹ ਹਮੇਸ਼ਾ ਤਾਰਿਆਂ ਵਾਂਗ ਚਮਕਣਗੇ। ਇਹ ਨਹੀਂ ਹੈ ਕਿ ਤੁਸੀਂ ਤਾਰਾ ਬਣ ਜਾਓਗੇ, ਤੁਸੀਂ ਤਾਰੇ ਬਣ ਕੇ ਚਮਕਣਗੇ। ਨਹੀਂ, ਤੁਸੀਂ ਤਾਰਿਆਂ ਦੇ ਵਾਂਗ, ਤਾਰਿਆਂ ਦੇ ਸਮਾਨ ਚਮਕੋਗੇ। ਥੈਂਕ ਯੂ ਜੀਸਸ। ਜਦੋਂ ਅਸੀਂ ਸਵਰਗ ਵਿੱਚ ਹੋਵਾਂਗੇ ਤਾਂ ਸਾਨੂੰ ਲਾਈਟ ਦੀ, ਪ੍ਰਕਾਸ਼ ਦੀ ਜ਼ਰੂਰਤ ਨਹੀਂ ਹੋਏਗੀ, ਕਿਉਂਕਿ ਲਾਈਟ, ਪ੍ਰਕਾਸ਼ ਸਾਡੇ ਅੰਦਰੋਂ ਨਿਕਲ ਰਿਹਾ ਹੋਏਗਾ। ਕਾਸ਼ ਤੁਸੀਂ ਸਮਝ ਸਕਦੇ ਕਿ ਇਹਦਾ ਮਤਲਬ ਕੀ ਆ। ਬਹੁਤ ਸਮਾਂ ਲੱਗ ਜਾਏਗਾ, ਮੈਂ ਅਜੇ ਨਹੀਂ ਦੱਸ ਸਕਦਾ, ਕਿਉਂਕਿ ਇਹ ਬਹੁਤ ਹੈਵੀ ਸਕ੍ਰਿਪਚਰ ਹੈ। ਅਸੀਂ ਕਿਹਦੇ ਵਾਂਗ ਹੋਵਾਂਗੇ? ਅਸੀਂ ਤਾਰਿਆਂ ਦੇ ਵਾਂਗ ਹੋਵਾਂਗੇ, ਕਿਉਂਕਿ ਤਾਰਿਆਂ ਦੀ ਰੋਸ਼ਨੀ ਬਹੁਤ ਜ਼ਿਆਦਾ ਹੁੰਦੀ ਆ। ਲੇਕਿਨ ਕੀ ਆ ਕਿ ਤਾਰੇ ਬਹੁਤ ਦੂਰ ਹੁੰਦੇ ਆ। ਸਵਰਗ ਵਿੱਚ ਸਾਨੂੰ ਲਾਈਟ ਜਲਾਉਣ ਦੀ ਜ਼ਰੂਰਤ ਨਹੀਂ ਹੈ। ਸਵਰਗ ਵਿੱਚ ਸਾਨੂੰ ਕਿਤੇ ਵੀ ਬਲਬ ਨੂੰ ਫਿੱਟ ਕਰਨ ਦੀ ਜ਼ਰੂਰਤ ਨਹੀਂ ਹੈ। ਖੁਦ ਸਾਡੇ ਅੰਦਰੋਂ ਪ੍ਰਕਾਸ਼ ਨਿਕਲ ਰਿਹਾ ਹੋਏਗਾ। ਇਹਦਾ ਇਹ ਮਤਲਬ ਹੈ ਸਰਵ ਦਾ ਤਾਰਿਆਂ ਦੇ ਸਮਾਨ ਅਸੀਂ ਪ੍ਰਕਾਸ਼ਮਾਨ ਹੋਵਾਂਗੇ। ਔਰ ਜਿੰਨੀਆਂ ਜ਼ਿਆਦਾ ਤੁਸੀਂ ਆਤਮਾਵਾਂ ਜਿੱਤੋਗੇ ਉਨਾ ਜ਼ਿਆਦਾ ਪ੍ਰਕਾਸ਼ ਤੁਹਾਡੇ ਅੰਦਰੋਂ ਨਿਕਲ ਰਿਹਾ ਹੋਏਗਾ। ਪ੍ਰੇਜ਼ ਦਾ ਲਾਰਡ। ਤੇ ਤੁਸੀਂ ਡਿਸਾਈਡ ਕਰੋਗੇ ਕਿ ਤੁਸੀਂ ਕਿੰਨੇ ਵਾਟ ਦੇ ਬਲਬ ਹੋ, 0 ਵਾਟ ਦੇ, 10 ਵਾਟ ਦੇ, 100 ਵਾਟ ਦੇ ਜਾਂ 1000 ਵਾਟ ਦੇ। ਇਹ ਕਿਤੇ ਡਿਪੈਂਡ ਹੈ, ਇਹ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਕਿੰਨੀਆਂ ਆਤਮਾਵਾਂ ਨੂੰ ਜਿੱਤ ਰਹੇ ਹੋ। ਮੈਨੂੰ ਪਤਾ ਮੈਂ ਕੀ ਕਹਿ ਰਿਹਾ, ਕਿਉਂਕਿ ਜੋ ਬਹੁਤੇ ਨੂੰ ਧਰਮੀ ਬਣਾਉਂਦੇ ਆ ਉਹ ਸਰਵ ਦਾ ਸਦਾ ਤਾਰੇ ਦੇ ਸਮਾਨ ਚਮਕਣਗੇ ਜਾਂ ਤਾਰਾ ਬਣ ਜਾਣਗੇ। ਤਾਰਿਆਂ ਦੇ ਸਮਾਨ ਜਾਂ ਤਾਰਾ ਬਣ ਜਾਓਗੇ। ਤਾਂ ਮੰਮੀ ਨੇ ਤੁਹਾਡੇ ਨਾਲ ਝੂਠ ਬੋਲਿਆ ਕਿ ਬੇਟਾ ਜਦੋਂ ਤੁਸੀਂ ਮਰੋਗੇ ਤਾਂ ਤਾਰੇ ਬਣ ਜਾਓਗੇ, ਤਾਰੇ ਨਹੀਂ ਬਣੋਗੇ। ਪਰ ਮੰਮੀ ਬੋਲ ਰਹੀ ਆ ਦੇਖੋ ਤੁਹਾਡਾ ਪਾਪਾ ਤਾਰਾ ਬਣ ਗਿਆ। ਨਹੀਂ, ਇਦਾਂ ਨਹੀਂ ਹੈ। ਅਸੀਂ ਤਾਰਿਆਂ ਦੇ ਸਮਾਨ ਚਮਕਾਂਗੇ। ਤੁਸੀਂ ਉਹਨਾਂ ਗੱਲਾਂ 'ਤੇ ਯਕੀਨ ਨਹੀਂ ਕਰਨਾ, ਉਹ ਸਾਰੀਆਂ ਕਹਾਣੀਆਂ ਹੈ। ਕਹਾਣੀਆਂ ਕੀ ਆ? ਇੱਕ ਸੀ ਰਾਜਾ, ਇੱਕ ਸੀ ਰਾਣੀ, ਦੋਨੋਂ ਮਰ ਗਏ, ਖਤਮ ਕਹਾਣੀ। ਪਰ ਮੈਂ ਔਰ ਤੁਸੀਂ ਤਾਰਾ ਨਹੀਂ ਬਣਨ ਵਾਲੇ। ਸਮਝ ਗਏ ਤੁਸੀਂ ਕਿਹਦੇ ਸਮਾਨ ਬਣੋਗੇ? ਤਾਰਿਆਂ ਵਾਂਗ। ਔਰ ਕਿੰਨਾ ਪ੍ਰਕਾਸ਼ ਚਮਕਣਗੇ ਇਹ ਤੁਹਾਡੇ 'ਤੇ ਡਿਪੈਂਡ ਵਾ ਕਿ ਤੁਸੀਂ ਕਿੰਨੀਆਂ ਆਤਮਾਵਾਂ ਨੂੰ ਜਿੱਤਿਆ ਹੈ। ਪ੍ਰੇਜ਼ ਦਾ ਲਾਰਡ। ਕੁਝ ਲੋਕ ਘੱਟ ਚਮਕਣਗੇ ਔਰ ਕੁਝ ਲੋਕ ਜ਼ਿਆਦਾ ਚਮਕਣਗੇ। ਹੁਣ ਤੁਹਾਡੇ 'ਤੇ ਡਿਪੈਂਡ ਵਾ ਕਿ ਤੁਸੀਂ ਜ਼ਿਆਦਾ ਚਮਕਣਾ ਚਾਹੁੰਦੇ ਆ ਕਿ ਘੱਟ ਚਮਕਣਾ ਚਾਹੁੰਦੇ ਆ। ਔਰ ਅਗਰ ਤੁਸੀਂ ਜ਼ਿਆਦਾ ਚਮਕਣਾ ਚਾਹੁੰਦੇ ਆ ਤਾਂ ਤੁਹਾਨੂੰ ਆਤਮਾਵਾਂ ਜ਼ਿਆਦਾ ਜਿੱਤਣੀਆਂ ਪੈਣਗੀਆਂ। ਹੁਣ ਤੁਸੀਂ ਕਹਿੰਦੇ ਆ ਕਿ ਅਸੀਂ ਸਿਰਫ ਇੱਕ ਆਤਮਾ ਨੂੰ ਲੈ ਪਾਏ ਆ, ਲੇਕਿਨ ਕੋਈ ਨਹੀਂ, ਇੱਕ ਆ ਗਈ ਆ, ਹੁਣ ਦੂਜੀ ਨੂੰ ਵੀ ਲਿਆਉਣ ਦੀ ਤਿਆਰੀ ਕਰੋ। ਔਰ ਇਹ ਤੁਹਾਡੇ 'ਤੇ ਡਿਪੈਂਡ ਹੈ ਕਿ ਤੁਸੀਂ ਕਿੰਨਾ ਚਮਕਣਾ ਚਾਹੁੰਦੇ ਹੋ। ਹਾਲੇਲੂਇਆ। ਅਗਲਾ ਵਚਨ ਹੈ ਯਹੋਨਾ 3:16 ਲਿਖਿਆ, ਕਿਉਂਕਿ ਪਰਮੇਸ਼ਵਰ ਨੇ ਜਗਤ ਨਾਲ ਅਜਿਹਾ ਪ੍ਰੇਮ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਉੱਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ। ਕਿ ਅਗਰ ਅਸੀਂ ਆਤਮਾਵਾਂ ਨਹੀਂ ਬਚਾਵਾਂਗੇ ਤਾਂ ਲੋਕ ਕੀ ਹੋ ਜਾਣਗੇ? ਨਾਸ਼ ਹੋ ਜਾਣਗੇ। ਤੁਸੀਂ ਕਿਸੇ ਨੂੰ ਵੀ ਨਰਕ ਜਾਣਾ ਨਹੀਂ ਦੇਖਣਾ ਚਾਹੋਗੇ, ਕਿਉਂਕਿ ਨਰਕ ਬਹੁਤ ਬੁਰੀ ਜਗ੍ਹਾ ਹੈ। ਕਿਸੇ ਨੂੰ ਇਹ ਨਾ ਦੱਸਣ ਦਿਓ ਕਿ ਨਰਕ ਨਹੀਂ ਹੈ। ਨਰਕ ਵਾਸਤਵਿਕ ਵਿੱਚ ਹੈ ਔਰ ਨਰਕ ਬਹੁਤ ਬੁਰੀ ਜਗ੍ਹਾ ਹੈ। ਔਰ ਸਵਰਗ ਵਿੱਚ ਅਪਸਰਾਵਾਂ ਨਹੀਂ ਨੱਚਦੀਆਂ। ਬਹੁਤ ਸਾਰੇ ਲੋਕ ਕਹਿੰਦੇ ਆ ਆਪਾਂ ਸਵਰਗ ਜਾਵਾਂਗੇ, ਉੱਥੇ ਅਪਸਰਾਵਾਂ ਨੱਚਦੀਆਂ ਹੋਣਗੀਆਂ। ਜਿੱਦਾਂ ਸਵਰਗ ਨਹੀਂ ਹੋ ਗਿਆ ਉਹ ਮੁੰਬਈ ਦਾ ਕੋਠਾ ਹੋ ਗਿਆ। ਸੋਚ ਕੇ ਦੇਖੋ ਕਿ ਤੁਹਾਨੂੰ ਕਿਸ ਠਰਕੀ ਨੇ ਇਹ ਸਵਰਗ ਬਾਰੇ ਦੱਸਿਆ। ਉੱਥੇ ਅਪਸਰਾਵਾਂ ਨੱਚਣਗੀਆਂ ਜੀ। ਇਹ ਠਰਕੀ ਆ, ਠਰਕੀਆਂ ਦਾ ਸਵਰਗ ਹੈ। ਪਰਮੇਸ਼ਵਰ ਦੇ ਸਵਰਗ ਦੇ ਵਿੱਚ ਅਪਸਰਾਵਾਂ ਨਹੀਂ ਨੱਚਦੀਆਂ। ਇਹ ਸਹੀ ਹੈ। ਸੋਚ ਕੇ ਦੇਖੋ ਕਿ ਜਿਹੜੇ ਕਹਿੰਦੇ ਆ ਕਿ ਸਵਰਗ ਵਿੱਚ ਅਪਸਰਾਵਾਂ ਨੱਚਦੀਆਂ, ਉਹ ਭਾਈ ਤੁਹਾਡਾ ਥੱਲੇ ਨਚਾ ਕੇ ਮਨ ਨਹੀਂ ਭਰਿਆ ਕਿ ਤੁਸੀਂ ਸਵਰਗ ਵਿੱਚ ਵੀ ਅਪਸਰਾਵਾਂ ਨੂੰ ਨਚਾ ਰਹੇ ਹੋ।
ਬਹੁਤ ਸਾਰੇ ਧਰਮਾਂ ਵਿੱਚ ਇਹ ਗੱਲ ਸਿਖਾਈ ਜਾਂਦੀ ਆ, ਸਵਰਗ ਵਿੱਚ ਅਪਸਰਾਵਾਂ ਨੱਚਦੀਆਂ ਵਾ। ਔਰ ਬਹੁਤ ਸਾਰੇ ਲੋਕ ਕੀ ਕਰਦੇ ਆ, ਸੁਸਾਈਡ ਕਰ ਲੈਂਦੇ ਆ, ਸੁਸਾਈਡ ਬੰਬ ਲਗਾ ਕੇ ਆਪਣੇ ਆਪ ਨੂੰ ਖਤਮ ਕਰ ਦਿੰਦੇ ਆ। ਉਹਨਾਂ ਨੂੰ ਦੱਸਿਆ ਜਾਂਦਾ ਵਾ ਭਾਈ ਕਿ ਤੁਸੀਂ ਅਗਰ ਇਦਾਂ ਮਰੋਗੇ ਤਾਂ ਤੁਹਾਨੂੰ ਜੰਨਤ ਨਸੀਬ ਹੋਏਗੀ, ਕਿ ਅੱਲਾਹ ਤੁਹਾਨੂੰ ਜੰਨਤ ਦੇਗਾ ਜੀ, ਸਵਰਗ ਵਿੱਚ ਤੁਹਾਨੂੰ ਅਪਸਰਾਵਾਂ ਮਿਲਣਗੀਆਂ। ਇਹ ਸਭ ਬਕਵਾਸ ਹੈ। मैं उन्होंने बुराई नहीं कर रहा, लेकिन मैं सच बता रहा वा, मैं बिल्कुल सच बोल रहा वा, क्योंकि कुरान दे विच भी यही लिखिया। उन्होंने उन्होंने लोगों को बेवकूफ़ बनाने वास्ते हूरां दा स्वर्ग दिखाता। काहदा स्वर्ग दिखाता? हूरां दा स्वर्ग। स्वर्ग विच कौन रहेगा? मैं और तुसी। हालेलुया, हालेलुया। स्वर्ग विच कौन चमकेगा? मैं और तुसी चमकणगे। कदों चमकांगे? जदों असीं रूहां नूं बचावांगे। बचावांगे कि मार डालांगे। कई जगह सिखाया जाता वा कि तुसी जिन्ने मारोगे उन्ना तुहानूं वड्डा उहदा मिलेगा। कईयां नूं उल्टी शिक्षा दी जाती है। किसी भी धर्म विच आ जाओ, हर धर्म तुहानूं की सिखांदा वा? प्रेम करो। पहला सिखांदे आ प्रेम करो, प्रेम करो, प्रेम करो। फिर अपने धर्म नूं बचाउण वास्ते दूजे दे धर्म नूं की करो? दूजे नूं की करो? मार डालो। ਇਹ ਕੀ बेवकूफ़ी आ? पहला की बोलिया प्रेम करो, फिर धर्म नूं बचाउण वास्ते दूजे नूं की करो? मार डालो। ਇਹ ਕਿਹੜਾ ਧਰਮ ਹੈ ਭਾਈ? ਇਹ ਕਿਹੜਾ ਧਰਮ ਹੈ ਭਾਈ? ਕਈ ਕਹਿੰਦੇ ਲਓ ਜੀ ਅਸੀਂ ਵੈਜੀਟੇਰੀਅਨ, ਅਸੀਂ ਮਾंस ਖਾਂਦੇ ਆ, ਤੁਹਾਨੂੰ ਮਾਰ ਦਿਓ। ਭਾਈ ਇਹ ਕਿੱਦਾਂ ਹੋ ਸਕਦਾ? ਹੁਣ ਤੁਸੀਂ ਕਹਿੰਦੇ ਲਓ ਜੀ ਉਹ ਮਾंस ਖਾਂਦਾ ਵਾ, ਉਹਨੂੰ ਮਾਰ ਦਿਓ। ਉਹ ਭਾਈ ਇਹ ਕਿੱਦਾਂ ਦਾ ਪ੍ਰੇਮ ਹੈ ਕਿ ਜਿਹੜਾ ਤੁਹਾਨੂੰ ਕਹਿੰਦਾ ਵਾ ਕਿ ਉਹਨੂੰ ਮਾਰ ਦਿਓ? ਅਗਰ ਅਸੀਂ ਕਿਸੇ ਨੂੰ ਪ੍ਰੇਮ ਕਰਦੇ ਹਾਂ ਤਾਂ ਪ੍ਰੇਮ ਦੇ ਵਿੱਚ ਬਚਾਇਆ ਜਾਂਦਾ ਵਾ, ਪ੍ਰੇਮ ਦੇ ਵਿੱਚ ਮਾਰਿਆ ਨਹੀਂ ਜਾਂਦਾ। ਪ੍ਰੇਮ ਦੇ ਵਿੱਚ ਮਾਰਿਆ ਜਾਂਦਾ ਵਾ ਜਾਂ ਬਚਾਇਆ ਜਾਂਦਾ ਵਾ। परमेश्वर ने जगत नाल की किया? परमेश्वर ने जगत नाल ऐदा दा प्रेम किया ताकि जो कोई विश्वास करे उहदा नाश ना होवे। और असी नहीं चाहते कि कोई मरे, किसी का भी नाश होवे। असी नहीं कहने कि ओह साडा दुश्मन मर जाए यीशु दे नाम दे विच। नहीं, ये प्रार्थना नहीं सुनी जाती, क्योंकि साडा प्रभु यीशु नहीं चाहता कि वह मर जाए। सुनते हो तुसी? अगर तुसी कहोगे कि प्रभु मैं उन्होंने मरन जा रहा, मेरी सहायता कर, प्रभु बोलेगा इधर आ, पहला मैं तेरी टंगा तोड़दा। हालेलुया। तुसी समझ रहे हो? ये धर्म नहीं है। असी बचाउण वास्ते हाँ, असी मारन वास्ते नहीं हाँ। याद रहेगा तुहानूं? अगर सारे एक दूजे नूं मारन लगन तो कौन बचेगा भाई? सारे नूं ये लगदा वा उन्हें साडे धर्म के खिलाफ बोलिया, उन्होंने मार दो। जिन्ना मसीहियत के खिलाफ, मसीहियत के खिलाफ बोलिया जाता वा, उन्ना किसी के खिलाफ नहीं बोलिया जाता। असी किसी नूं मारिया? असी किसी नूं मारदा नहीं है। असी प्रार्थना करते हैं और उन्होंने बचा लैंदे आ। इस तो पता लगता वा कि सचमुच असी किहनूं जानते हैं, असी परमेश्वर नूं जानते हैं और असी सही कर रहे हैं, क्योंकि असी किसी नूं मारना नहीं चाहते। असी तो अपने शत्रुओं वास्ते भी प्रार्थना कर रहे हैं, क्योंकि बाइबल कहती है कि परमेश्वर ने जगत नाल अज इहो जिहा प्रेम किया कि उन्हें अपना इकलौता पुत्र दे दिता ताकि जो भी कोई उत्ते विश्वास करे वो नाश ना होवे। पहले तीमुथियुस 2 अध्याय 1 और 4 वचन लिखिया। सब तो पहली मेरी ये बेनती है कि सब लोगों के लिए अरदासां, प्रार्थनावां, मिन्नतां अते बेनतियां कीतियां जाण। आत्मावां नूं बचाउणा की है प्राथमिकता। वो प्रार्थना क्यों कर रहा वा? परमेश्वर ने सानू क्यों किया वा प्रार्थना करने वास्ते? ताकि असी प्रार्थनावां करके आत्मावां नूं जित सकीए। दूसरा वचन लिखिया, खास करके राजियां अते अधिकारियों के लिए प्रार्थनावां करो कि वो अमन चैन वाला जीवन परमेश्वर तो पूरी तरह नाल डरदे हुए अते आदर नाल गुजारन। हालेलुया। अगला वचन पढ़ांगे कि यह साडे परमेश्वर नूं भाउंदा है और पसंद भी है। इसदा मतलब कि प्रार्थना करना साडे परमेश्वर नूं भाउंदा भी है और पसंद भी है। हालेलुया। कुछ लोग अपने परमेश्वर अगे प्रार्थना करते हैं कि साडा परमेश्वर इहनूं भस्म कर दे, और मैं सोचदा यार ये किहड़ा परमेश्वर है जिहड़ा भस्म कर देगा। असी भस्म करने वाली प्रार्थना नहीं करते। असी किहड़ी प्रार्थना कर रहे हैं? असी बचाउण वाली प्रार्थना कर रहे हैं। असी बचाउण वास्ते प्रार्थना कर रहे हैं। चौथा वचन पढ़ांगे। लिखिया, जो चाहुंदा है कि सब मनुख बचाए जाण अते सत नूं भी जानन। हालेलुया। साडा परमेश्वर की चाहुंदा है कि हर एक इंसान, चाहे वह किसी भी जाति का धर्म का क्यों ना होवे, वो बचाया जाए और वह सच्चाई नूं जाने। हालेलुया। ये किहदी इच्छा है? ये परमेश्वर की इच्छा है। इसलिए असी की जितते हैं? असी आत्मावां नूं जितते हैं।
ਹੁਣ ਤੀਸਰਾ ਪੁਆਇੰਟ ਕਿਹੜਾ ਵਾ? ਤੀਸਰਾ ਪੁਆਇੰਟ ਹੈ ਕਿ ਕੌਣ ਆਤਮਾਵਾਂ ਜਿੱਤ ਸਕਦਾ ਹੈ। ਹਾਲੇਲੂਇਆ। ਅੱਗੇ ਵਚਨ ਪੜਾਂਗੇ। ਅਫਸੀਆਂ ਦੀ ਪੁਸਤਕ 2 ਅਧਿਆਇ 10ਵਾਂ ਵਚਨ। ਲਿਖਿਆ, ਅਸੀਂ ਪਰਮੇਸ਼ਵਰ ਦੀ ਰਚਨਾ ਹਾਂ। ਕਿਹਦੀ ਰਚਨਾ ਹੈ? ਸਭ ਜਨ ਬੋਲਾਂਗੇ, ਅਸੀਂ ਪਰਮੇਸ਼ਵਰ ਦੀ ਰਚਨਾ ਹਾਂ, ਮੈਂ ਉਹਦੇ ਦੁਆਰਾ ਬਣਾਇਆ ਗਿਆ ਹਾਂ। ਆਪਣੇ ਹੱਥਾਂ ਨੂੰ ਉਠਾਵਾਂਗੇ ਔਰ ਖੁਸ਼ ਹੋ ਕੇ ਬੋਲਾਂਗੇ ਕਿ ਮੈਂ ਪਰਮੇਸ਼ਵਰ ਦਾ ਬਣਾਇਆ ਗਿਆ ਵਾ। ਕਿਹਦਾ ਬਣਾਇਆ ਗਿਆ ਵਾ? ਮੈਂ ਪਰਮੇਸ਼ਵਰ ਦਾ ਬਣਾਇਆ ਗਿਆ ਵਾ। ਪ੍ਰੇਜ਼ ਦਾ ਲਾਰਡ। ਐਮ.ਐਫ. ਹੁਸੈਨ ਦੀ ਪੇਂਟਿੰਗ ਵਿਕ ਜਾਂਦੀ ਆ। ਕਿਉਂ? ਕਿਉਂਕਿ ਉਹ ਐਮ.ਐਫ. ਹੁਸੈਨ ਨੇ ਬਣਾਈ ਆ। ਲੇਕਿਨ ਮੈਨੂੰ ਕਿਹਨੇ ਬਣਾਇਆ ਵਾ? ਪਰਮੇਸ਼ਵਰ ਨੇ। ਹਾਲੇਲੂਇਆ। ਦੁਨੀਆ ਸਾਨੂੰ ਕਹਿੰਦੀ ਆ ਤੁਸੀਂ ਬੜੇ ਮੋਟੇ ਹੋ, ਤੁਹਾਡੀ ਨੱਕ ਬੜੀ ਟੇਢੀ ਆ, ਤੁਸੀਂ ਕਿੱਦਾਂ ਦੇ ਹੋ। ਲੇਕਿਨ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਪਰਮੇਸ਼ਰ ਨੇ ਬਣਾਇਆ। ਹਾਲੇਲੂਇਆ। ਤੁਸੀਂ ਮੇਰੇ ਸਰੀਰ ਨੂੰ ਨਾ ਦੇਖੋ, ਕਿਉਂਕਿ ਜਿੱਦਣ ਮੈਂ ਅਸਲ ਵਿੱਚ ਦਿਖਾਈ ਦਊਂਗਾ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਮੇਰੇ ਅੰਦਰੋਂ ਕਿੰਨਾ ਪ੍ਰਕਾਸ਼ ਨਿਕਲ ਰਿਹਾ ਹੈ। ਹਾਲੇਲੂਇਆ। ਇਹ ਜੋ ਸਾਡਾ ਬਾਹਰੀ ਰੰਗ ਰੂਪ ਹੈ, ਇਹ ਸਾਡੇ ਖਾਣ ਪੀਣ 'ਤੇ ਡਿਪੈਂਡ ਕਰਦਾ। ਹਾਲੇਲੂਇਆ। ਜੇ ਆਪਾਂ ਕਾਲੇ ਹਾਂ, ਇਹਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਪਰਮੇਸ਼ਰ ਨੇ ਕਾਲਾ ਬਣਾਇਆ। ਬਹੁਤ ਸਾਰੇ ਕਹਿੰਦੇ ਆ ਪਰਮੇਸ਼ਰ ਨੇ ਕਾਲਾ ਬਣਾਇਆ, ਪਰਮੇਸ਼ਰ ਨੇ ਗੋਰਾ ਬਣਾਇਆ। ਭਾਈ, ਕਾਲੇ ਗੋਰੇ ਪਰਮੇਸ਼ਰ ਨੇ ਬਣਾਏ। ਇਹ ਸਾਰਾ ਖਾਣ ਪੀਣ ਦਾ ਚੱਕਰ ਹੈ। ਹਾਲੇਲੂਇਆ। ਕਿਉਂਕਿ ਇਹ ਕਾਲਾ ਰੰਗ ਹੁੰਦਾ ਹੀ ਨਹੀਂ ਹੈ। ਕਾਲਾ ਰੰਗ ਪਰਮੇਸ਼ਰ ਨੇ ਬਣਾਇਆ ਨਹੀਂ ਹੈ। ਅਗਰ ਤੁਸੀਂ ਸਾਇੰਸ ਨੂੰ ਪੜ੍ਹੋਗੇ ਤਾਂ ਸਾਇੰਸ ਵਿੱਚ ਕਾਲਾ ਰੰਗ ਹੁੰਦਾ ਹੀ ਨਹੀਂ ਹੈ। ਕਾਲੇ ਰੰਗ ਨੂੰ ਸਾਇੰਸ ਵਿੱਚ ਕੀ ਕਹਿੰਦੇ ਆ? ਰੰਗੋਂ ਕੀ ਅਨੁਪਸਥਿਤੀ। ਤਾਂ ਤੁਸੀਂ ਬੋਲ ਸਕਦੇ ਹੋ ਕਿ ਮੈਨੂੰ ਪਰਮੇਸ਼ਰ ਨੇ ਬਣਾਇਆ। ਮੈਂ ਪਰਮੇਸ਼ਰ ਦਾ ਬਣਾਇਆ ਹੋਇਆ। ਮੈਂ ਪਰਮੇਸ਼ਰ ਦਾ ਬਣਾਇਆ ਹੋਇਆ। ਤੁਸੀਂ ਆਪਣੇ ਆਪ ਨੂੰ ਸ਼ਾਹਰੁਖ ਖਾਨ ਤੋਂ ਘੱਟ ਨਹੀਂ ਸਮਝ ਸਕਦੇ, ਕੈਟਰੀਨਾ ਕੈਫ ਤੋਂ ਘੱਟ ਨਹੀਂ ਸਮਝ ਸਕਦੇ, ਕਿਉਂਕਿ ਤੁਹਾਨੂੰ ਵੀ ਉਸ ਪਰਮੇਸ਼ਰ ਨੇ ਬਣਾਇਆ। ਹਾਲੇਲੂਇਆ। ਔਰ ਅਸੀਂ ਵੀ ਉਨੇ ਸੁੰਦਰ ਹੈ। ਸਮਝ ਗਏ ਤੁਸੀਂ? ਹਾਲੇਲੂਇਆ। ਕੌਣ ਡਿਸਾਈਡ ਕਰੇਗਾ ਕਿ ਅਸੀਂ ਸੁੰਦਰ ਹੈ? ਪ੍ਰਭੂ। ਕਿਉਂਕਿ ਪ੍ਰਭੂ ਨੇ ਕਊਆਂ ਨੂੰ ਬਣਾਇਆ, ਔਰ ਪ੍ਰਭੂ ਨੇ ਚਮਗਾਦੜ ਨੂੰ ਬਣਾਇਆ, ਔਰ ਪ੍ਰਭੂ ਨੂੰ ਸਾਰੇ ਸੁੰਦਰ ਲੱਗਦੇ ਆ। ਤੁਹਾਨੂੰ ਬੁਰਾ ਲੱਗ ਸਕਦਾ, ਲੇਕਿਨ ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ, ਪਰਮੇਸ਼ਰ ਨੇ ਸਭ ਕੁਝ ਬਣਾਇਆ ਔਰ ਪਰਮੇਸ਼ਰ ਨੇ ਕੀ ਬੋਲਿਆ? ਸਭ ਅੱਛਾ ਹੈ, ਨਾ ਕਿ ਕੁਝ ਅੱਛਾ ਹੈ। ਅਗਰ ਜਾਨਵਰ ਅੱਛੇ ਆ, ਮੈਂ ਔਰ ਤੁਸੀਂ ਕਿੰਨੇ ਅੱਛੇ ਹੋ ਸਕਦੇ ਹਾਂ। ਜਦੋਂ ਪਰਮੇਸ਼ਰ ਨੇ ਸਭ ਕੁਝ ਬਣਾਇਆ, ਉਹਨੇ ਚਮਗਾਦੜ ਬਣਾਇਆ, ਉਹਨੇ ਉੱਲੂ ਬਣਾਇਆ, ਉਹਨੇ ਸਭ ਕੁਝ ਬਣਾਉਣ ਤੋਂ ਬਾਅਦ ਕੀ ਬੋਲਿਆ? ਕਿ ਸਭ ਕੁਝ ਅੱਛਾ ਹੈ। ਅਗਰ ਜਾਨਵਰ ਅੱਛੇ ਆ ਔਰ ਤਾਂ ਮੈਂ ਔਰ ਤੁਸੀਂ ਕਿੰਨੇ ਅੱਛੇ ਆ। ਉਹ ਕਈ ਕਹਿੰਦੇ ਆ ਉਹ ਕੁੱਤਾ ਕਿੰਨਾ ਅੱਛਾ ਹੈ। ਹਾਂ, ਕੁੱਤਾ ਅੱਛਾ ਹੈ, ਲੇਕਿਨ ਤੁਹਾਡੇ ਤੋਂ ਅੱਛਾ ਨਹੀਂ ਹੈ। ਤੁਸੀਂ ਬੋਲ ਸਕਦੇ ਹੋ ਕਿ ਮੈਨੂੰ ਪਰਮੇਸ਼ਰ ਨੇ ਬਣਾਇਆ। ਤੁਸੀਂ ਬੋਲ ਸਕਦੇ ਹੋ ਕਿ ਮੈਨੂੰ ਪਰਮੇਸ਼ਰ ਨੇ ਬਣਾਇਆ। ਤੁਸੀਂ ਆਪਣਾ ਸੀਨਾ ਚੌੜਾ ਕਰਕੇ ਕਹਿ ਸਕਦੇ ਆ ਕਿ ਹਾਂ, ਮੈਨੂੰ ਪਰਮੇਸ਼ਰ ਨੇ ਬਣਾਇਆ, ਮੈਨੂੰ ਪਰਮੇਸ਼ਰ ਨੇ ਬਣਾਇਆ। ਔਰ ਵਚਨ ਕੀ ਕਹਿੰਦਾ? ਕਿਉਂਕਿ ਅਸੀਂ ਉਹਦੇ ਬਣਾਏ ਹੋਏ ਹਾਂ ਉਹਦੇ ਭਲੇ ਕੰਮਾਂ ਵਾਸਤੇ। ਉਹ ਕੰਮ ਜਿਹੜੇ ਉਹਨੇ ਸਾਡੇ ਤੋਂ ਪਹਿਲਾਂ ਹੀ ਸਾਡੇ ਕਰਨ ਵਾਸਤੇ ਠਹਿਰਾਏ ਹਨ। ਹਾਲੇਲੂਇਆ। ਇਹਦਾ ਮਤਲਬ ਕਿ ਆਤਮਾਵਾਂ ਨੂੰ ਜਿੱਤਣ ਦਾ ਕੰਮ ਪਰਮੇਸ਼ਰ ਨੇ ਸਾਡੇ ਵਾਸਤੇ ਪਹਿਲਾਂ ਤੋਂ ਤਿਆਰ ਕਿਉਂ ਕੀਤਾ? ਮੇਰੇ ਵਾਸਤੇ ਔਰ ਤੁਹਾਡੇ ਵਾਸਤੇ। ਕਿਉਂਕਿ ਅਸੀਂ ਦੇਖ ਲਿਆ ਹੈ ਇਹ ਭਲਾ ਕੰਮ ਹੈ। ਕਿਸੇ ਨੂੰ ਮੌਤ ਤੋਂ ਬਚਾਉਣਾ ਅੱਛਾ ਕੰਮ ਹੈ ਕਿ ਬੁਰਾ ਕੰਮ ਹੈ? ਔਰ ਪਰਮੇਸ਼ਰ ਨੇ ਇਹ ਕੰਮ ਕਿਹਨੂੰ ਦਿੱਤਾ? ਮੈਨੂੰ ਔਰ ਤੁਹਾਨੂੰ। ਔਰ ਤੁਸੀਂ ਕਦੀ ਵੀ ਇਹ ਗੱਲ ਨਾ ਕਹੀਓ ਕਿ ਮੈਂ ਕੁਝ ਪੜ੍ਹਿਆ ਲਿਖਿਆ ਨਹੀਂ ਹਾਂ, ਮੇਰੇ ਕੋਲ ਇਹ ਕੰਮ ਨਹੀਂ ਹੋ ਸਕਦਾ। ਤੁਸੀਂ ਕਰ ਸਕਦੇ ਹੋ, ਤੁਹਾਡੇ ਕੋਲ ਹੋ ਸਕਦਾ ਹੈ। ਬਹੁਤ ਸਾਰੇ ਲੋਕ ਇੱਦਾਂ ਦੇ ਆ ਜਿਨ੍ਹਾਂ ਤੱਕ ਅਸੀਂ ਨਹੀਂ ਪਹੁੰਚ ਸਕਦੇ, ਲੇਕਿਨ ਤੁਸੀਂ ਪਹੁੰਚ ਸਕਦੇ ਹੋ। ਬਹੁਤ ਲੋਕ ਆ ਜਿਹੜੇ ਝਾੜੂ ਲਗਾਉਂਦੇ ਆ, ਉਹ ਝਾੜੂ ਲਗਾਉਣ ਵਾਲਾ ਦਾ ਗਰੁੱਪ ਵਾ। ਮੈਂ ਉਹਨਾਂ ਤੱਕ ਨਹੀਂ ਪਹੁੰਚ ਸਕਦਾ, ਲੇਕਿਨ ਤੁਸੀਂ ਉਹਨਾਂ ਤੱਕ ਪਹੁੰਚ ਸਕਦੇ ਹੋ। ਉਹ ਸੁਬਾਹ 4 ਵਜੇ ਉੱਠ ਕੇ ਝਾੜੂ ਲਗਾਉਂਦੇ ਆ, ਔਰ ਮੈਂ ਸ਼ਾਇਦ ਸੁਬਾਹ 4 ਵਜੇ ਉੱਠ ਕੇ ਕੁਝ ਹੋਰ ਕੰਮ ਕਰ ਰਿਹਾ। ਉਹ 4 ਵਜੇ ਤੋਂ ਲੈ ਕੇ 12 ਵਜੇ ਤੱਕ ਕੰਮ ਕਰਦੇ ਆ, ਉਸ ਤੋਂ ਬਾਅਦ ਘਰ ਚਲ ਜਾਂਦੇ ਆ, ਔਰ ਮੈਂ ਉਹਨਾਂ ਤੱਕ ਕਦੀ ਨਹੀਂ ਪਹੁੰਚ ਸਕਦਾ। ਔਰ ਜਿਹੜੇ ਸਬਜ਼ੀ ਵੇਚਦੇ ਆ 5 ਵਜੇ ਉੱਠਦੇ ਆ, ਮੈਂ ਉਹਨਾਂ ਤੱਕ ਕਦੀ ਨਹੀਂ ਪਹੁੰਚ ਸਕਦਾ, ਲੇਕਿਨ ਤੁਸੀਂ ਉਹਨਾਂ ਤੱਕ ਪਹੁੰਚ ਸਕਦੇ ਹੋ। ਸੋਚ ਕੇ ਦੇਖੋ, ਅਗਰ ਮੈਂ ਉਹਨਾਂ ਤੱਕ ਪਹੁੰਚੂੰਗਾ ਤਾਂ ਕਿੰਨੇ ਲੋਕਾਂ ਤੱਕ ਪਹੁੰਚੂੰਗਾ? ਮੈਨੂੰ ਸਿਰਫ ਹਿੰਦੀ ਆਉਂਦੀ ਆ, ਅੰਗਰੇਜ਼ੀ ਆਉਂਦੀ ਆ, ਮਰਾਠੀ ਆਉਂਦੀ ਆ। ਹੁਣ ਤੇਲਗੂ ਨੂੰ ਜਾਣਨ ਵਾਲਾ, ਤਮਿਲ ਨੂੰ ਜਾਣਨ ਵਾਲਾ ਆਦਮੀ ਮੇਰੀ ਨਹੀਂ ਸੁਣੇਗਾ, ਕਿਉਂਕਿ ਮੈਨੂੰ ਉਹਦੀ ਭਾਸ਼ਾ ਨਹੀਂ ਆਉਂਦੀ। ਇਸ ਕਰਕੇ ਅਸੀਂ ਸਾਰੇ ਜ਼ਰੂਰੀ ਹਾਂ, ਅਸੀਂ ਸਭ ਜਣ ਜ਼ਰੂਰੀ ਹਾਂ। ਇਸ ਕਰਕੇ ਤੁਸੀਂ ਆਤਮਾਵਾਂ ਨੂੰ ਜਿੱਤਣ ਦੇ ਲਾਇਕ ਹੋ। ਤੁਸੀਂ ਆਤਮਾਵਾਂ ਜਿੱਤੋਗੇ।
ਪਰਮੇਸ਼ਰ ਨੇ ਸਾਨੂੰ ਬਣਾਇਆ ਵਾ ਤਾਂ ਕਿ ਅਸੀਂ ਭਲੇ ਕੰਮ ਕਰੀਏ ਔਰ ਲੋਕਾਂ ਨੂੰ ਅੰਧਕਾਰ ਦੇ ਵਸ ਵਿੱਚੋਂ ਛੁਡਾਈਏ। ਹਾਲੇਲੂਇਆ। ਪਹਿਲਾ ਪਤਰਸ 2 ਅਧਿਆਇ ਉਹਦੀ 9 ਆਇਤ ਲਿਖਿਆ, ਪਰ ਤੁਸੀਂ ਚੁਣਿਆ ਹੋਇਆ ਵੰਸ਼, ਰਾਜਸੀ ਪੁਰੋਹਿਤਾਂ ਦਾ ਦਲ, ਪਵਿੱਤਰ ਕੌਮ ਅਤੇ ਪਰਮੇਸ਼ਵਰ ਦੇ ਆਪਣੇ ਲੋਕ ਹੋ। ਹਾਲੇਲੂਇਆ। ਦੇਖੋ ਪਰਮੇਸ਼ਵਰ ਨੇ ਸਾਨੂੰ ਕਿੱਡੇ ਵੱਡੇ ਵੱਡੇ ਅਹੁਦੇ ਦਿੱਤੇ ਆ। ਲੋਕ ਕਿਹੜੀਆਂ ਉਪਾਧੀਆਂ ਦਿੰਦੇ ਆ? ਉਲਟਾ ਵੱਧ ਚੱਲਣ। ਲੇਕਿਨ ਪਰਮੇਸ਼ਵਰ ਸਾਨੂੰ ਕਿਹੜੀਆਂ ਉਪਾਧੀਆਂ ਦਿੰਦਾ ਵਾ? ਚੁਣਿਆ ਹੋਇਆ ਵੰਸ਼, ਰਾਜਸੀ ਪੁਰੋਹਿਤਾਂ ਦਾ ਦਲ, ਪਵਿੱਤਰ ਕੌਮ। ਹਾਲੇਲੂਇਆ। ਲਿਖਿਆ, ਜਿਸ ਨੇ ਤੁਹਾਨੂੰ ਹਨੇਰੇ ਵਿੱਚੋਂ ਆਪਣੇ ਅਦਭੁਤ ਚਾਨਣ ਵਿੱਚ ਸੱਦਿਆ ਹੈ। ਦੇਖੋ ਪਰਮੇਸ਼ਰ ਨੇ ਸਾਨੂੰ ਕਿੱਥੋਂ ਸੱਦਿਆ? ਹਨੇਰੇ ਵਿੱਚੋਂ। ਕਿਹਦੇ ਵਿੱਚ? ਆਪਣੇ ਚਾਨਣ ਦੇ ਵਿੱਚ। ਹਾਲੇਲੂਇਆ। ਅਸੀਂ ਵੀ ਲੋਕਾਂ ਨੂੰ ਕਿੱਥੋਂ ਲਿਆ ਰਹੇ ਹਾਂ? ਅਸੀਂ ਵੀ ਲੋਕਾਂ ਨੂੰ ਅੰਧਕਾਰ ਦੇ ਵਿੱਚੋਂ ਲਿਆ ਕੇ ਜੋਤੀ ਵਿੱਚ ਲਿਆ ਰਹੇ ਹਾਂ। ਕਿਉਂ? ਕਿਉਂਕਿ ਅਸੀਂ ਵੀ ਪ੍ਰਭੂ ਦੀ ਤਰ੍ਹਾਂ ਵਾ, ਅਸੀਂ ਵੀ ਪਰਮੇਸ਼ਰ ਦੀ ਤਰ੍ਹਾਂ ਵਾ। ਅਸੀਂ ਉਹਦੇ ਕੰਮਾਂ ਨੂੰ ਕਰ ਰਹੇ ਹਾਂ, ਅਸੀਂ ਉਹਦੇ ਗੁਣਾਂ ਦਾ ਪ੍ਰਚਾਰ ਕਰ ਰਹੇ ਹਾਂ, ਅਸੀਂ ਉਹਦੇ ਗੁਣਾਂ ਨੂੰ ਦਿਖਾ ਰਹੇ ਹਾਂ। ਕਿਉਂ? ਕਿਉਂਕਿ ਸਾਡੇ ਅੰਦਰ ਕਿਹਦੇ ਗੁਣ ਵਾ? ਸਾਡੇ ਅੰਦਰ ਪਰਮੇਸ਼ਰ ਦੇ ਗੁਣ ਵਾ। ਹਾਲੇਲੂਇਆ। ਜਿਸ ਤਰ੍ਹਾਂ ਸਾਡੇ ਸਵਰਗੀ ਪਿਤਾ ਨੇ ਸਾਨੂੰ ਅੰਧਕਾਰ ਦੇ ਵਿੱਚ ਜੋਤੀ ਵਿੱਚ ਲੈ ਕੇ ਆਂਦਾ, ਉਸੇ ਤਰ੍ਹਾਂ ਅਸੀਂ ਵੀ ਲੋਕਾਂ ਨੂੰ ਅੰਧਕਾਰ ਦੇ ਵਿੱਚੋਂ ਜੋਤੀ ਵੱਲ ਲਿਆ ਰਹੇ ਹਾਂ। ਪ੍ਰੇਜ਼ ਦ ਲਾਰਡ। ਔਰ ਇਹ ਕੰਮ ਕਿਹਦਾ ਵਾ? ਸਾਡੇ ਸਾਰਿਆਂ ਦਾ। ਸਿਰਫ ਪਾਸਟਰ ਦਾ ਕੰਮ ਨਹੀਂ ਆ, ਸਿਰਫ ਲੀਡਰ ਦਾ ਕੰਮ ਨਹੀਂ ਆ, ਇਹ ਕੰਮ ਸਾਡੇ ਸਾਰਿਆਂ ਦਾ ਕੰਮ ਹੈ। ਹਾਲੇਲੂਇਆ। ਇਹੀ ਕਾਰਨ ਹੈ ਕਿ ਤੁਸੀਂ ਖਾਲੀ ਨਹੀਂ ਬੈਠ ਸਕਦੇ। ਤੁਹਾਨੂੰ ਸਮਾਂ ਕੱਢਣਾ ਪਏਗਾ ਲੋਕਾਂ ਨੂੰ ਪਰਮੇਸ਼ਰ ਦੇ ਵਚਨ ਨੂੰ ਸੁਣਾਉਣ ਵਾਸਤੇ, ਲੋਕਾਂ ਨੂੰ ਪ੍ਰਭੂ ਵਿੱਚ ਲਿਆਉਣ ਵਾਸਤੇ। ਤੁਹਾਨੂੰ ਨਹੀਂ ਪਤਾ ਤੁਸੀਂ ਕਿਹਦੀ ਜ਼ਿੰਦਗੀ ਬਦਲ ਸਕਦੇ ਹੋ। ਕੱਲ੍ਹ ਰਾਤੀ ਹੀ ਮੈਨੂੰ ਇੱਕ ਫੋਨ ਆਇਆ ਸੀਗਾ। ਤੁਹਾਨੂੰ ਪਤਾ ਕਿ ਅਸੀਂ ਇੱਕ ਸੁਸਾਈਡ ਪ੍ਰੀਵੈਂਸ਼ਨ ਦੇ ਉੱਪਰ ਕੰਮ ਕਰ ਰਹੇ ਹਾਂ। ਕੱਲ੍ਹ ਰਾਤ ਮੈਨੂੰ ਇੱਕ ਲੜਕੇ ਦਾ ਫੋਨ ਆਇਆ ਔਰ ਉਹਨੇ ਬੋਲਿਆ ਕਿ ਸਰ ਮੈਂ ਪਾਸਟਰ ਆਈਜ਼ੈਕ ਅਗਰਵਾਲ ਜੀ ਨਾਲ ਗੱਲ ਕਰਨੀ ਆ। ਮੈਨੂੰ ਪੁੱਛਿਆ ਹਾਂਜੀ ਬੋਲੋ, ਤੁਸੀਂ ਕੀ ਦੱਸਣਾ ਚਾਹੁੰਦੇ ਹੋ? ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ, ਮੈਂ ਉਹਨਾਂ ਨਾਲ ਹੀ ਗੱਲ ਕਰਨੀ ਆ। ਫਿਰ ਉਸ ਮੁੰਡੇ ਨੇ ਦੱਸਿਆ ਕਿ ਉਹਨਾਂ ਨੇ ਮੇਰੀ ਜ਼ਿੰਦਗੀ ਬਚਾਈ ਆ। 3 ਸਾਲ ਪਹਿਲਾਂ ਜਦੋਂ ਮੈਂ 9th ਸਟੈਂਡਰਡ ਵਿੱਚ ਸੀਗਾ, ਉਹ ਮੇਰੇ ਸਕੂਲ ਆਏ ਲੈਕਚਰ ਦੇਣ ਵਾਸਤੇ ਔਰ ਉਹਨਾਂ ਨੇ ਸਾਨੂੰ ਸੁਸਾਈਡ ਪ੍ਰੋਵੀਜ਼ਨ ਦੇ ਬਾਰੇ ਸਿਖਾਇਆ ਔਰ ਉਹਨਾਂ ਨੇ ਮੇਰੀ ਜ਼ਿੰਦਗੀ ਨੂੰ ਬਦਲ ਦਿੱਤਾ। ਔਰ ਫਿਰ ਉਹਨੇ ਦੱਸਿਆ ਕਿ ਪਿਛਲੇ ਮਹੀਨੇ ਮੇਰਾ ਬ੍ਰੇਕਅਪ ਹੋਇਆ ਔਰ ਮੈਂ 2 ਨਵੰਬਰ ਨੂੰ ਇਹ ਡਿਸਾਈਡ ਕੀਤਾ ਕਿ ਮੈਂ ਆਤਮ ਹੱਤਿਆ ਕਰ ਲਵਾਂ। ਲੇਕਿਨ ਸਰ ਜੋ 3 ਸਾਲ ਪਹਿਲਾਂ ਦੱਸ ਕੇ ਗਏ ਸੀਗੇ ਉਹ ਮੇਰੇ ਦਿਮਾਗ ਦੇ ਵਿੱਚ ਘੁੰਮ ਰਿਹਾ ਸੀ ਔਰ ਸਰ ਨੇ ਦੱਸਿਆ ਸੀਗਾ ਕਿ ਅਗਰ ਤੁਸੀਂ ਇਹ ਲੈਕਚਰ ਅਟੈਂਡ ਕੀਤਾ ਤਾਂ ਤੁਸੀਂ ਮਰੋਗੇ ਨਹੀਂ। ਔਰ ਉਸ ਤੋਂ ਬਾਅਦ ਮੈਂ ਕਿਸੇ ਨੂੰ ਲੱਭਣਾ ਸ਼ੁਰੂ ਕੀਤਾ ਕਿ ਜਿਹੜਾ ਮੈਨੂੰ ਬਚਾ ਲਵੇ ਔਰ ਅੱਜ ਮੈਂ ਜ਼ਿੰਦਾ ਹਾਂ ਉਸ ਸਰ ਦੀ ਖਾਤਰ। ਅਗਰ ਉਹਨਾਂ ਨੇ ਮੈਨੂੰ ਨਹੀਂ ਦੱਸਿਆ ਹੁੰਦਾ ਕਿ ਬਚਣਾ ਸੰਭਵ ਹੈ ਤਾਂ ਸ਼ਾਇਦ ਅੱਜ ਮੈਂ ਨਾ ਬਚ ਸਕਦਾ। ਹਾਲੇਲੂਇਆ। ਖੁਦਾਵੰਦ ਦੀ ਤਾਰੀਫ ਕਰਾਂਗੇ ਤਾਲੀਆਂ ਦੇ ਨਾਲ। ਤੁਹਾਨੂੰ ਨਹੀਂ ਪਤਾ ਤੁਸੀਂ ਕੀ ਕਰ ਰਹੇ ਹੋ। ਤੁਹਾਨੂੰ ਨਹੀਂ ਪਤਾ ਤਾਂ ਕਿ ਤੁਸੀਂ ਕਿੰਨੀਆਂ ਦੀਆਂ ਜ਼ਿੰਦਗੀਆਂ ਬਚਾ ਰਹੇ ਹੋ, ਕਿੰਨੀਆਂ ਨੂੰ ਤੁਸੀਂ ਹਨੇਰੇ ਵਿੱਚੋਂ ਕੱਢ ਰਹੇ ਹੋ, ਕਿੰਨੀਆਂ ਨੂੰ ਤੁਸੀਂ ਬਿਮਾਰੀ ਵਿੱਚੋਂ ਕੱਢ ਰਹੇ ਹੋ, ਕਿੰਨੀਆਂ ਨੂੰ ਤੁਸੀਂ ਗਰੀਬੀ ਵਿੱਚੋਂ ਕੱਢ ਰਹੇ ਹੋ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਇਹ ਸਭ ਤੋਂ ਸਨਮਾਨਨੀय ਕੰਮ ਹੈ, ਸਭ ਤੋਂ ਆਦਰਨੀय ਕੰਮ ਹੈ। ਔਰ ਆਖਰੀ ਕੰਮ ਇਹ ਆ ਕਿ ਆਪਣੀ ਸੋਲ ਵਿਨਿੰਗ ਦੇ ਕੰਮ ਨੂੰ ਸਿੱਧ ਕਿੱਦਾਂ ਕਰਨਾ, ਪਰਫੈਕਟ ਕਿੱਦਾਂ ਕਰਨਾ। ਉਹਦੇ ਵਿੱਚ 7 ਕਦਮ ਹੈ, ਤੁਸੀਂ ਜਲਦੀ ਨੋਟ ਕਰ ਸਕਦੇ ਹੋ। ਪਹਿਲਾ ਕੰਮ ਕੀ ਆ ਕਿ ਆਤਮਾ ਦੇ ਨਾਲ ਭਰੇ ਰਹੋ। ਪਹਿਲਾ ਕੰਮ ਕੀ ਆ ਕਿ ਆਤਮਾ ਦੇ ਨਾਲ ਭਰੇ ਰਹੋ। ਉਹਨਾਂ 4 ਕੰਮਾਂ ਵਿੱਚੋਂ ਪਹਿਲਾ ਕੰਮ ਕੀ ਸੀਗਾ ਕਿ ਅੰਧਕਾਰ ਦੇ ਵਸ ਵਿੱਚੋਂ ਛੁਡਾਉਣਾ। ਆਪਣੇ ਚੌਥੇ ਪੁਆਇੰਟ ਦੇ ਵਿੱਚੋਂ ਆ ਕਿ ਅਸੀਂ ਆਤਮਾਵਾਂ ਨੂੰ ਜਿੱਤਣ ਵਾਸਤੇ ਆਪਣੇ ਕੰਮ ਨੂੰ ਕਿੱਦਾਂ ਪਰਫੈਕਟ ਕਰੀਏ। ਜਦੋਂ ਤੁਸੀਂ ਸ਼ੁਰੂ ਤੋਂ ਰੋਟੀ ਬਣਾਉਣੀ ਸੀ ਤਾਂ ਰੋਟੀ ਕਿਸ ਤਰ੍ਹਾਂ ਦੀ ਬਣਦੀ ਸੀ, ਲੇਕਿਨ ਉਸ ਤੋਂ ਬਾਅਦ ਕੀ ਹੋਇਆ? ਤੁਸੀਂ ਆਪਣੇ ਆਪ ਨੂੰ ਪਰਫੈਕਟ ਕੀਤਾ। ਉਸ ਤੋਂ ਬਾਅਦ ਕੀ ਹੋਇਆ? ਰੋਟੀ ਤੁਸੀਂ ਬਣਾਉਣੀ ਸੀ, ਨਕਸ਼ਾ ਬਣਦਾ ਸੀ, ਲੇਕਿਨ ਹੌਲੀ ਗੋਲ ਬਣਨੀ ਸ਼ੁਰੂ ਹੋਈ। ਇਸੇ ਤਰ੍ਹਾਂ ਹੁਣ ਅਸੀਂ ਆਤਮਾ ਦੇ ਬਚਾਉਣ ਦੇ ਕੰਮ ਨੂੰ ਸਿੱਖਿਆ। ਹੁਣ ਅਸੀਂ ਕੀ ਕਰ ਰਹੇ ਹਾਂ? ਅਸੀਂ ਉਹਨੂੰ ਪਰਫੈਕਟ ਕਰ ਰਹੇ ਹਾਂ। ਪਰਫੈਕਟ ਕਰਨ ਦੇ ਵਿੱਚ ਕਦਮ ਦੇ ਵਿੱਚ ਕਿੰਨੇ ਕਦਮ ਹੈ? 7 ਕਦਮ। ਔਰ ਪਹਿਲਾ ਕਦਮ ਕੀ ਆ? ਆਤਮਾ ਨਾਲ ਭਰੇ ਰਹੋ। ਕਿਹਦੇ ਨਾਲ ਭਰੇ ਰਹੋ? ਆਤਮਾ ਨਾਲ ਭਰੇ ਰਹੋ। ਕਿਸ ਤਰ੍ਹਾਂ ਉਸ ਲੜਕੇ ਨੂੰ ਮੇਰੀ 3 ਸਾਲ ਪਹਿਲਾਂ ਦੀ ਗੱਲ ਚੇਤੇ ਰਹੀ, ਕਿਉਂਕਿ ਉਹ ਗੱਲ ਮੈਂ ਕਿੱਦਾਂ ਕਹੀ ਸੀਗੀ? ਮੈਂ ਆਤਮਾ ਨਾਲ ਭਰ ਕੇ ਉਹਨੂੰ ਇਹ ਗੱਲ ਕਹੀ ਸੀਗੀ। ਜਦੋਂ ਤੁਸੀਂ ਆਤਮਾ ਨਾਲ ਭਰ ਕੇ ਗੱਲ ਕਰਦੇ ਹੋ ਤਾਂ ਇਨਸਾਨ ਨੂੰ ਤੁਹਾਡੀ ਗੱਲ ਕਦੇ ਵੀ ਭੁੱਲੇਗੀ ਨਹੀਂ। ਤੁਹਾਨੂੰ ਬਾਰ-ਬਾਰ ਮੇਰੀ ਆਵਾਜ਼ ਆਪਣੇ ਕੰਨਾਂ ਵਿੱਚ ਸੁਣਾਈ ਪੈਂਦੀ ਹੋਏਗੀ। ਇੱਦਾਂ ਤੁਹਾਡੇ ਨਾਲ ਕਦੀ ਹੋਇਆ? ਅਗਰ ਤੁਸੀਂ ਬਿਮਾਰ ਹੁੰਦੇ ਹੋਵੋਗੇ ਤਾਂ ਤੁਹਾਨੂੰ ਮੇਰੀ ਆਵਾਜ਼ ਸੁਣਾਈ ਦੇਗੀ ਕਿ ਨਹੀਂ, ਪਾਸਟਰ ਨੇ ਕਿਹਾ ਸੀਗਾ ਕਿ ਤੁਸੀਂ ਕਦੀ ਬਿਮਾਰ ਨਹੀਂ ਪੈ ਸਕਦੇ।
ਤੁਹਾਨੂੰ ਮੇਰੀ ਆਵਾਜ਼ ਸੁਣਾਈ ਦਿੰਦੀ ਹੋਏਗੀ। ਮੇਰੀ ਆਵਾਜ਼ ਕਿਉਂ ਸੁਣਦੀ ਆ? ਕਿਉਂਕਿ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ, ਮੈਂ ਆਤਮਾ ਦੇ ਨਾਲ ਭਰ ਕੇ ਤੁਹਾਡੇ ਨਾਲ ਗੱਲ ਕਰ ਰਿਹਾ ਸੀ। ਕਿਉਂਕਿ ਮੈਂ ਜੋ ਤੁਹਾਡੇ ਨਾਲ ਗੱਲਾਂ ਕੀਤੀਆਂ ਉਹ ਤੁਹਾਡੇ ਦਿਮਾਗ ਦੇ ਨਾਲ ਨਹੀਂ ਕੀਤੀਆਂ, ਮੈਂ ਉਹ ਗੱਲਾਂ ਤੁਹਾਡੀ ਆਤਮਾ ਦੇ ਨਾਲ ਕੀਤੀਆਂ। ਪ੍ਰੇਜ਼ ਦਾ ਲਾਰਡ। ਔਰ ਜਦੋਂ ਤੁਸੀਂ ਆਤਮਾ ਨੂੰ ਜਿੱਤ ਰਹੇ ਹੋ, ਤੁਸੀਂ ਆਤਮਾ ਨੂੰ ਕਿੱਦਾਂ ਜਿੱਤ ਰਹੇ ਹੋ? ਤੁਸੀਂ ਆਤਮਾ ਨੂੰ ਆਤਮਾ ਨਾਲ ਭਰ ਕੇ ਜਿੱਤ ਰਹੇ ਹੋ। ਦੂਸਰਾ ਹੈ ਸੰਦੇਸ਼ ਨੂੰ ਸਮਝੋ। ਕੀ ਕਰੋ? ਸੰਦੇਸ਼ ਨੂੰ ਸਮਝੋ। ਇਹ ਨਾ ਕਹੋ ਕਿ ਤੁਹਾਨੂੰ ਸਮਝ ਨਹੀਂ ਆ ਰਿਹਾ, ਸਮਝੋ ਕਿ ਅਸੀਂ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਦੂਸਰਾ ਹੈ ਸੰਦੇਸ਼ ਨੂੰ ਸਮਝੋ। ਔਰ ਤੀਸਰਾ ਕੀ ਆ? ਤੀਸਰਾ ਹੈ ਸੰਦੇਸ਼ ਨੂੰ ਸਮਝਾਓ। ਪਹਿਲਾ ਕੀ ਆ? ਆਤਮਾ ਨਾਲ ਭਰੇ ਰਹੋ। ਦੂਸਰਾ ਕੀ ਆ? ਸੰਦੇਸ਼ ਨੂੰ ਸਮਝੋ। ਔਰ ਤੀਸਰਾ ਕੀ ਆ? ਸੰਦੇਸ਼ ਨੂੰ ਸਮਝਾਓ। ਅਗਰ ਤੁਸੀਂ ਸਮਝਾਓਗੇ ਨਹੀਂ ਤਾਂ ਆਦਮੀ ਕਦੇ ਨਹੀਂ ਸਮਝੇਗਾ। ਅਗਰ ਤੁਸੀਂ ਨਹੀਂ ਸਮਝੋਗੇ ਤਾਂ ਤੁਸੀਂ ਸਮਝਾ ਵੀ ਨਹੀਂ ਪਾਓਗੇ। ਪ੍ਰੇਜ਼ ਦਾ ਲਾਰਡ। ਤੁਹਾਨੂੰ ਮਿਹਨਤ ਕਰਨੀ ਪਏਗੀ। ਤੁਹਾਨੂੰ ਸਿਰਫ ਸੰਡੇ ਦਾ ਚਰਚ ਕਾਫੀ ਨਹੀਂ ਹੋਏਗਾ, ਤੁਹਾਨੂੰ ਫਾਊਂਡੇਸ਼ਨ ਕਲਾਸਿਸ ਲਗਾਉਣੀਆਂ ਪੈਣਗੀਆਂ। ਸਿਰਫ ਸੰਡੇ ਦਾ ਚਰਚ ਕਾਫੀ ਨਹੀਂ ਹੋਏਗਾ, ਤੁਹਾਨੂੰ ਬੁੱਧਵਾਰ ਦਾ ਚਰਚ ਵੀ ਦੇਖਣਾ ਪਏਗਾ। ਉਹ ਵੀ ਕਾਫੀ ਨਹੀਂ ਹੋਏਗਾ, ਤੁਹਾਨੂੰ ਰੋਜ਼ ਆਪਣੀ ਰਪਸੋਡੀ ਪੜ੍ਹਨੀ ਪਏਗੀ। ਉਹ ਵੀ ਕਾਫੀ ਨਹੀਂ ਹੋਏਗਾ, ਤੁਹਾਨੂੰ ਕਿੱਥੇ ਜਾਣਾ ਪਏਗਾ? ਤੁਹਾਨੂੰ ਆਪਣੇ ਸੈਲ ਸਿਸਟਮ ਦੇ ਵਿੱਚ ਜਾਣਾ ਪਏਗਾ। ਪ੍ਰੇਜ਼ ਦਾ ਲਾਰਡ। ਤਾਂ ਕਿ ਤੁਸੀਂ ਕੀ ਕਰੋ? ਵਚਨ ਨੂੰ ਸਮਝ ਲਵੋ। ਕੀ ਕਰੋ? ਵਚਨ ਨੂੰ ਸਮਝ ਲਵੋ। ਤੀਸਰਾ ਕੀ ਆ? ਵਚਨ ਨੂੰ ਸਮਝਾਓ। ਔਰ ਚੌਥਾ ਕੀ ਆ? ਉਹਨਾਂ ਨੂੰ ਉਦਾਰ ਵਿੱਚ ਲੈ ਕੇ ਆਓ। ਕਿੱਥੇ ਲੈ ਕੇ ਆਓ? ਉਹਨਾਂ ਨੂੰ ਉਦਾਰ ਵਿੱਚ ਲੈ ਕੇ ਆਓ। ਕਿਉਂਕਿ ਆਪਾਂ ਉਦਾਰ ਦੀ ਪ੍ਰਾਰਥਨਾ ਕਰਦੇ ਹਾਂ ਨਾ, ਪ੍ਰਾਰਥਨਾ ਕਰਦੇ ਹਾਂ ਅਸੀਂ, ਉਦਾਰ ਦੀ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਯੀਸ਼ੂ ਮਸੀਹ ਨੂੰ ਮੈਂ ਆਪਣਾ ਉਦਾਰ ਕਰਤਾ ਸਵੀਕਾਰ ਕਰਦਾ। ਉਹ ਵਾਸਤਵਿਕਤਾ ਸੰਗ੍ਰਹਿ ਦੇ 76ਵੇਂ ਪੇਜ ਤੇ ਆ। ਤੁਸੀਂ ਕੀ ਕਰਦੇ ਹੋ? ਤੁਸੀਂ ਉਹਨਾਂ ਨੂੰ ਕਿੱਥੇ ਲੈ ਕੇ ਜਾਂਦੇ ਹੋ? ਤੁਸੀਂ ਉਹਨਾਂ ਨੂੰ ਉਦਾਰ ਦੇ ਖੇਤਰ ਵਿੱਚ ਲੈ ਕੇ ਜਾਂਦੇ ਆ। ਚੌਥਾ ਪੁਆਇੰਟ ਹੈ। ਔਰ ਪੰਜਵਾਂ ਇਹ ਹੈ ਕਿ ਉਹਨਾਂ ਨੂੰ ਪਰਿਵਾਰ ਦੇ ਬਾਰੇ ਦੱਸੋ। ਕਿਹੜਾ ਪਰਿਵਾਰ? ਚਰਚ ਦਾ ਪਰਿਵਾਰ। ਤੁਸੀਂ ਉਹਨਾਂ ਨੂੰ ਦੱਸੋ ਕਿ ਇਹ ਲੀਡਰ ਵਾ, ਇਹ ਕੁਆਇਰ ਹੈ, ਇੱਥੇ ਇਸ ਜਗ੍ਹਾ 'ਤੇ ਆਹ ਕੰਮ ਹੁੰਦਾ ਵਾ, ਇਸ ਜਗ੍ਹਾ 'ਤੇ ਆਹ ਕੰਮ ਹੁੰਦਾ ਵਾ। ਉਹਨਾਂ ਨੂੰ ਪਰਿਵਾਰ ਦੇ ਬਾਰੇ ਦੱਸੋ। ਉਹਨਾਂ ਨੂੰ ਕਿਸੇ ਲੀਡਰ ਨਾਲ ਆ ਕੇ ਮਿਲਵਾਓ। ਉਹਨਾਂ ਨੂੰ ਪਰਿਵਾਰ ਦੇ ਵਿੱਚ ਇੰਟਰੋਡਿਊਸ ਕਰਾਓ। ਔਰ ਉਹਨਾਂ ਨੂੰ ਬੋਲੋ ਕਿ ਭਾਈ ਮੈਂ ਆਤਮਾ ਜਿੱਤ ਕੇ ਲੈ ਕੇ ਆਇਆ ਵਾ, ਤੁਸੀਂ ਇਹਨਾਂ ਨਾਲ ਗੱਲਬਾਤ ਕਰੋ। ਹੈਲੋ, ਅੱਛਾ ਕਿੰਨਿਆਂ ਦੀ ਭਾਬੀ ਆਈ ਆ? ਤੁਹਾਡੇ ਖਾਨਦਾਨ ਦੇ ਵਿੱਚ ਭਾਬੀ ਆਈ ਆ ਨਾ, ਤੁਸੀਂ ਜਾਣਦੇ ਆ ਨਾ। ਜਦੋਂ ਤੁਹਾਡੇ ਘਰ ਵਿੱਚ ਭਾਬੀ ਆਈ ਆ, ਭਾਬੀ ਤੁਹਾਨੂੰ ਮਿਲਣ ਆਈ ਆ ਕਿ ਤੁਸੀਂ ਭਾਬੀ ਨੂੰ ਮਿਲਣ ਗਏ ਆ? ਤੁਸੀਂ ਮਿਲਣ ਗਏ ਆ ਕਿ ਚਲੋ ਭਾਈ ਭਾਬੀ ਆਈ ਆ, ਅਸੀਂ ਉਹਨੂੰ ਮਿਲ ਕੇ ਆਈਏ। ਇਸੇ ਤਰ੍ਹਾਂ ਜਦੋਂ ਨਵਾਂ ਆਦਮੀ ਆਂਦਾ ਵਾ, ਤੁਸੀਂ ਉਹਨੂੰ ਜਾ ਕੇ ਮਿਲਿਆ ਕਰੋ। ਇੱਦਾਂ ਨਹੀਂ ਹੈ ਕਿ ਤੁਸੀਂ ਪੁਰਾਣਾ ਦਾ ਹੱਥ ਫੜ ਕੇ ਚਰਚ ਤੋਂ ਨਿਕਲ ਜਾਓ। ਤੁਸੀਂ ਸਮਝ ਰਹੇ ਹੋ ਕਿ ਤੁਸੀਂ ਨਵੇਂ ਦਾ ਸਵਾਗਤ ਕਰਨਾ ਵਾ, ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਇਹ ਤੁਹਾਡਾ ਘਰ ਵਾ, ਇਹ ਉਹਨਾਂ ਦਾ ਘਰ ਵਾ। ਨਹੀਂ ਤਾਂ ਕੀ ਹੋਏਗਾ? ਉਹ ਬਾਹਰ ਤੋਂ ਆਏ ਆ, ਦੂਰ ਤੋਂ ਆਏ ਆ, ਉਹ ਬਾਹਰੋਂ ਹੀ ਦੌੜ ਜਾਣਗੇ, ਉਹ ਬਾਹਰੋਂ ਹੀ ਚਲੇ ਜਾਣਗੇ। ਉਹ ਦੇਖਣਗੇ ਕਿ ਯਾਰ ਇੱਥੇ ਤਾਂ ਕੋਈ ਗੱਲ ਹੀ ਨਹੀਂ ਕਰਦਾ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਖਾਣ ਬਾਰੇ ਪੁੱਛਣਾ ਵਾ, ਰੋਟੀ ਕਾ ਚਾਵਲ ਹੈ, ਦਾਲ ਹੈ। ਨਹੀਂ, ਤੁਸੀਂ ਉਹਨਾਂ ਨੂੰ ਵੈਸੇ ਵੀ ਪੁੱਛ ਸਕਦੇ ਹੋ ਕੀ ਹਾਲ ਚਾਲ ਹੈ ਭਾਈ। ਤੁਸੀਂ ਉਹਨਾਂ ਨਾਲ ਗੱਲਬਾਤ ਕਰੋ, ਉਹਨਾਂ ਨੂੰ ਪੁੱਛੋ, ਤਾਂ ਕਿ ਤੁਸੀਂ ਉਹਨਾਂ ਵਾਸਤੇ ਦੁਆ ਕਰ ਸਕੋ, ਤੁਸੀਂ ਉਹਨਾਂ ਵਾਸਤੇ ਪ੍ਰਾਰਥਨਾ ਕਰ ਸਕੋ। 6ਵਾਂ ਪੁਆਇੰਟ ਹੈ ਕਿ ਉਹਨਾਂ ਨੂੰ ਅੱਗੇ ਵਧਾਉਣ ਵਾਲੇ ਸਟਰਕਚਰ ਦੇ ਵਿੱਚ ਰੱਖੋ। ਕਿੱਥੇ ਰੱਖੋ? ਅੱਗੇ ਵਧਾਉਣ ਵਾਲੇ ਸਟਰਕਚਰ ਦੇ ਵਿੱਚ ਰੱਖੋ। ਉਹਨਾਂ ਨੂੰ ਵਿਕਾਸ ਦੇ ਸਟਰਕਚਰ ਵਿੱਚ ਰੱਖੋ। ਔਰ ਉਹਨਾਂ ਵਿੱਚ ਪਹਿਲਾ ਕੀ ਹੈ? ਫਾਊਂਡੇਸ਼ਨ ਸਕੂਲ। ਔਰ ਦੂਸਰਾ ਕੀ ਹੈ? ਬੈਪਟਿਜ਼ਮ। ਤੀਸਰਾ ਕੀ ਹੈ? ਸੈਲ ਸਟਰਕਚਰ। ਉਹਨੂੰ ਇਹਨਾਂ ਸਾਰੇ ਸਟਰਕਚਰ ਵਿੱਚ ਰੱਖੋ ਕਿ ਉਨਕਾ ਕਿਆ ਹੋ ਸਕੇ? ਵਿਕਾਸ। ਕੀ ਹੋ ਸਕੇ? ਵਿਕਾਸ। ਉਹਨੂੰ ਸਿਰਫ ਅੰਧਕਾਰ ਵਿੱਚੋਂ ਛੁਡਾਉਣਾ ਕਾਫੀ ਨਹੀਂ ਹੈ, ਅਜੇ ਉਹਨਾਂ ਉੱਪਰ ਮਿਹਨਤ ਕਰਨੀ ਹੈ, ਤਾਂ ਕਿ ਇਹਨਾਂ ਦੇ ਅੰਦਰ ਪਰਮੇਸ਼ਰ ਦਾ ਸੁਭਾਅ ਬਣਨਾ ਸ਼ੁਰੂ ਹੋ ਜਾਏ। ਇਹਨਾਂ ਦੇ ਅੰਦਰ ਪਰਮੇਸ਼ਰ ਦਾ ਸੁਭਾਅ ਬਣਨਾ ਬਾਕੀ ਹੈ। ਅਗਰ ਅਸੀਂ ਉਹਨਾਂ ਨੂੰ ਵਿੱਚ ਛੱਡ ਦਿੱਤਾ ਤਾਂ ਕੀ ਹੋਏਗਾ? ਉਹ ਵਾਪਸ ਚਲੇ ਜਾਣਗੇ ਔਰ ਫਿਰ ਤੋਂ ਕਿਹਦੇ ਵਸ ਵਿੱਚ ਆ ਜਾਣਗੇ? ਸ਼ੈਤਾਨ ਦੇ ਵਸ ਵਿੱਚ ਆ ਜਾਣਗੇ ਔਰ ਪਹਿਲੇ ਨਾਲੋਂ ਜ਼ਿਆਦਾ ਖਤਰਨਾਕ ਹੋ ਜਾਣਗੇ। ਆਪਾਂ ਉਹਨਾਂ ਨੂੰ ਰਸਤੇ ਵਿੱਚ ਲਿਆ ਕੇ ਛੱਡ ਨਹੀਂ ਸਕਦੇ। ਪ੍ਰੇਜ਼ ਦਾ ਲਾਰਡ। ਔਰ 7ਵਾਂ ਪੁਆਇੰਟ ਕੀ ਆ ਕਿ ਉਹਨਾਂ ਨੂੰ ਲੀਡਰ ਬਣਾਈਏ। ਕੀ ਬਣਾਈਏ? ਉਹਨਾਂ ਨੂੰ ਲੀਡਰ ਬਣਾਈਏ। ਤੁਹਾਡੇ ਸੈੱਲ ਵਿੱਚ ਮੈਂਬਰ ਨਹੀਂ ਹੋਣੇ ਚਾਹੀਦੇ, ਤੁਹਾਡੇ ਸੈੱਲ ਵਿੱਚ ਕੀ ਹੋਣੀ ਚਾਹੀਦੀ ਹੈ? ਲੀਡਰ। ਪ੍ਰੇਜ਼ ਦਾ ਲਾਰਡ। ਜਦੋਂ ਇੱਕ ਇਨਸਾਨ ਲੀਡਰ ਬਣ ਜਾਂਦਾ ਵਾ ਤਾਂ ਉਹਦੇ ਪਿੱਛੇ ਮੁੜਨ ਦਾ ਰਸਤਾ, ਉਹਦੇ ਪਿੱਛੇ ਜਾਣ ਦਾ ਰਾਸਤਾ ਬੰਦ ਹੋ ਜਾਂਦਾ। ਪ੍ਰਭੂ ਯੀਸ਼ੂ ਮਸੀਹ ਜਿਨ੍ਹਾਂ ਨੂੰ ਵੀ ਮਿਲੇ ਉਹਨਾਂ ਸਾਰਿਆਂ ਨੂੰ ਕੀ ਬਣਾਤਾ? ਲੀਡਰ। ਯੀਸ਼ੂ ਮਸੀਹ ਦੇ 12 ਦੇ 12 ਚੇਲੇ ਕੀ ਬਣ ਗਏ? ਲੀਡਰ। ਯੀਸ਼ੂ ਮਸੀਹ ਨੇ ਕਿਸੇ ਨੂੰ ਵੀ ਮੈਂਬਰ ਨਹੀਂ ਛੱਡਿਆ। ਇਸ ਕਰਕੇ ਤੁਸੀਂ ਵੀ ਜਿਹਨੂੰ ਚੁਣੋ, ਜਿਹਨੂੰ ਬਚਾਵੋ, ਉਹਨੂੰ ਕੀ ਬਣਾਓ? ਲੀਡਰ। ਪਹਿਲਾਂ ਤੁਸੀਂ ਵੀ ਕੀ ਬਣਦੇ ਹੋ? ਲੀਡਰ। ਤਾਂ ਕਿ ਤੁਸੀਂ ਲੀਡਰ ਕਿਉਂ ਬਣੇ? ਕਿਉਂਕਿ ਪਰਮੇਸ਼ਰ ਚਾਹੁੰਦਾ ਹੈ। ਕਈ ਲੋਕ ਕਹਿੰਦੇ ਆ ਨਹੀਂ ਮੈਨੂੰ ਮੈਂਬਰ ਹੀ ਛੱਡ ਦਿਓ ਭਾਈ, ਮੈਂ ਮੈਂਬਰ ਹੀ ਠੀਕ ਹੈ। ਨਹੀਂ, ਤੁਹਾਨੂੰ ਲੀਡਰ ਬਣਨਾ ਪਏਗਾ। ਕਈ ਲੋਕ ਕਹਿੰਦੇ ਆ ਨਹੀਂ ਭਾਈ ਬਹੁਤ ਕੰਮ ਹੈ। ਨਾ ਭਾਈ, ਲੀਡਰ ਤਾਂ ਤੁਹਾਨੂੰ ਬਣਨਾ ਹੀ ਪਏਗਾ। ਹਾਲੇਲੂਇਆ। ਲੀਡਰ ਤਾਂ ਤੁਹਾਨੂੰ ਬਣਨਾ ਹੀ ਪੈਣਾ। ਕਿਉਂ? ਕਿਉਂਕਿ ਤੁਸੀਂ ਪੂਰੀ ਤਰ੍ਹਾਂ ਅੰਧਕਾਰ ਦੇ ਵਿੱਚੋਂ ਨਿਕਲ ਕੇ ਪਰਮੇਸ਼ਵਰ ਦੇ ਰਾਜ ਵਿੱਚ ਆ ਜਾਓ। ਹਾਲੇਲੂਇਆ।
ਆਪਣੇ ਹੱਥਾਂ ਨੂੰ ਉਠਾਵਾਂਗੇ ਔਰ ਗੈਰ ਭਾਸ਼ਾ ਵਿੱਚ ਪ੍ਰਾਰਥਨਾ ਕਰਾਂਗੇ। ਸਭ ਜਨ ਗੈਰ ਭਾਸ਼ਾ ਬੋਲਾਂਗੇ, ਗੈਰ ਭਾਸ਼ਾ ਵਿੱਚ ਪ੍ਰਾਰਥਨਾ ਕਰਾਂਗੇ ਔਰ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਇਹਨਾਂ ਵਚਨਾਂ ਵਾਸਤੇ। ਔਰ ਤੁਸੀਂ ਵੀ ਆਤਮਾ ਜਿੱਤ ਰਹੇ ਹੋ, ਪਰਮੇਸ਼ਰ ਦਾ ਧੰਨਵਾਦ ਕਰਾਂਗੇ ਇਸ ਵਚਨ ਦੇ ਵਾਸਤੇ। ਔਰ ਤੁਸੀਂ ਵੀ ਆਤਮਾਵਾਂ ਜਿੱਤ ਰਹੇ ਹੋ। ਰੀਖਾਮਾ ਸੋਕਰੋਬੋ ਖੋਂਦਰੋਬੋ ਲੀਗਰੋ ਮੰਦਾਰਬਾ ਲੋਗੋ ਮਾਜ਼ਰਬਾ। ਪਰਮੇਸ਼ਰ ਦਾ ਧੰਨਵਾਦ ਕਰਾਂਗੇ ਉਹਨਾਂ ਚੀਜ਼ਾਂ ਵਾਸਤੇ ਜੋ ਚੀਜ਼ਾਂ ਤੁਸੀਂ ਸਿੱਖੀਆਂ ਔਰ ਤੁਸੀਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰ ਰਹੇ ਹੋ। ਪਰਮੇਸ਼ਰ ਦਾ ਧੰਨਵਾਦ ਕਰਾਂਗੇ, ਆਪਣੇ ਦਿਲ ਤੋਂ ਖੁਦਾਵੰਦ ਦਾ ਧੰਨਵਾਦ ਕਰਾਂਗੇ। ਪਰਮੇਸ਼ਰ ਯੀਸ਼ੂ ਮਸੀਹ ਦੀ ਤਾਰੀਫ ਕਰਾਂਗੇ ਜ਼ੋਰ ਨਾਲ ਤਾਲੀ ਵਜਾਉਂਦੇ ਹੋਏ। ਥੈਂਕ ਯੂ ਜੀਸਸ। ਅਗਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਅਸੀਂ ਤੁਹਾਡਾ ਸਵਾਗਤ ਕਰਨਾ ਚਾਹਾਂਗੇ। ਤੁਸੀਂ ਖੜੇ ਹੋ ਸਕਦੇ ਹੋ, ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਔਰ ਜੋ ਸਾਡਾ ਪ੍ਰੋਗਰਾਮ ਦੇਖ ਰਹੇ ਆ ਪਹਿਲੀ ਵਾਰ, ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਤੁਸੀਂ ਸਭ ਜਨ ਖੜੇ ਹੋ ਸਕਦੇ ਹੋ ਔਰ ਜ਼ੋਰ ਨਾਲ ਤਾੜੀਆਂ ਨਾਲ ਸਵਾਗਤ ਕਰਾਂਗੇ ਜੋ ਲੋਕ ਨਵੇਂ ਆਏ ਆ। ਔਰ ਇੱਕ ਵਾਰ ਮੈਂ ਪ੍ਰਾਰਥਨਾ ਕਰਨਾ ਚਾਹੂँਗਾ ਤੁਹਾਡੇ ਸਾਰਿਆਂ ਵਾਸਤੇ। ਤੁਸੀਂ ਇਸ ਪ੍ਰਾਰਥਨਾ ਨੂੰ ਮੇਰੇ ਪਿੱਛੇ ਬੋਲ ਸਕਦੇ ਹੋ। ਪਿਆਰੇ ਪਿਤਾ ਪਰਮੇਸ਼ਰ, ਮੈਂ ਤੁਹਾਡੇ ਕੋਲ ਆਨਾ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਤੁਹਾਡਾ ਵਚਨ ਕਹਿੰਦਾ ਕਿ ਜੋ ਯੀਸ਼ੂ ਮਸੀਹ ਦਾ ਨਾਮ ਲਏਗਾ ਉਹ ਉਧਾਰ ਪਾਏਗਾ। ਔਰ ਮੈਂ ਵਿਸ਼ਵਾਸ ਕਰਦਾ ਪ੍ਰਭੂ ਯੀਸ਼ੂ ਮਸੀਹ ਜਿਉਂਦੇ ਪਰਮੇਸ਼ਰ ਦਾ ਜਿਉਂਦਾ ਪੁੱਤਰ ਹੈ। ਔਰ ਅੱਜ ਮੈਂ ਪ੍ਰਭੂ ਯੀਸ਼ੂ ਮਸੀਹ ਨੂੰ ਆਮੰਤਰਿਤ ਕਰਦਾ ਵਾਂ ਮੈਂ ਆਪਣੇ ਜੀਵਨ ਦੇ ਵਿੱਚ ਮੇਰਾ ਪ੍ਰਭੂ ਹੋਣ ਵਾਸਤੇ ਔਰ ਮੇਰਾ ਸਵਾਮੀ ਹੋਣ ਵਾਸਤੇ। ਔਰ ਮੈਂ ਵਿਸ਼ਵਾਸ ਕਰਦਾ ਵਾਂ ਕਿ ਉਹ ਮੇਰੇ ਵਾਸਤੇ ਮਾਰਿਆ ਗਿਆ, ਗਾੜਿਆ ਗਿਆ ਔਰ ਤੀਸਰੇ ਦਿਨ ਪਰਮੇਸ਼ਵਰ ਨੇ ਉਹਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ। ਅੱਜ ਮੈਂ ਵਿਸ਼ਵਾਸ ਦੇ ਦੁਆਰਾ ਆਪਣੇ ਅੰਦਰ ਪਰਮੇਸ਼ਵਰ ਦੇ ਜੀਵਨ ਨੂੰ ਗ੍ਰਹਿਣ ਕਰਦਾ। ਅੱਜ ਤੋਂ ਮੈਂ ਬਚ ਗਿਆ ਔਰ ਅੱਜ ਤੋਂ ਮੈਂ ਪਰਮੇਸ਼ਵਰ ਦੀ ਸੰਤਾਨ ਹੈ। ਪਿਤਾ ਪਰਮੇਸ਼ਵਰ, ਮੈਂ ਤੁਹਾਡਾ ਧੰਨਵਾਦ ਕਰਦਾ ਮੈਨੂੰ ਬਚਾਉਣ ਵਾਸਤੇ ਯੀਸ਼ੂ ਮਸੀਹ ਦੇ ਨਾਮ ਵਿੱਚ, ਆਮੀਨ। ਔਰ ਸਾਰੇ ਜ਼ੋਰ ਨਾਲ ਤਾੜੀਆਂ ਮਾਰਾਂਗੇ ਇਹਨਾਂ ਵਾਸਤੇ। ਔਰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪਰਮੇਸ਼ਵਰ ਦੇ ਰਾਜ ਵਿੱਚ, ਤਾਂ ਕਿ ਤੁਸੀਂ ਵੀ ਅੰਧਕਾਰ ਵਿੱਚੋਂ ਛੁਡਾ ਕੇ ਪਰਮੇਸ਼ਵਰ ਦੇ ਰਾਜ ਵਿੱਚ ਆ ਚੁੱਕੇ ਹੋ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਔਰ ਮੈਂ ਪ੍ਰਾਰਥਨਾ ਕਰੂੰਗਾ ਤੁਹਾਡੇ ਸਾਰਿਆਂ ਵਾਸਤੇ। ਪਿਤਾ ਪਰਮੇਸ਼ਵਰ, ਜਿਨ੍ਹਾਂ ਬੱਚੇ ਨੇ ਵੀ ਅੱਜ ਤੈਨੂੰ ਆਪਣਾ ਮੁਕਤੀਦਾਤਾ ਸਵੀਕਾਰ ਕੀਤਾ ਵਾ, ਪ੍ਰਭੂ ਜੀ ਮੈਂ ਇਹਨਾਂ ਦੇ ਜੀਵਨਾਂ ਵਿੱਚ ਯੀਸ਼ੂ ਮਸੀਹ ਤੁਹਾਡੇ ਨਾਮ ਨੂੰ ਬੋਲਦਾ ਵਾ ਔਰ ਸ਼ੈਤਾਨ ਦਾ ਅੱਜ ਤੋਂ ਬਾਅਦ ਇਹਨਾਂ ਦੇ ਉੱਪਰ ਕੋਈ ਵੀ ਅਧਿਕਾਰ ਨਹੀਂ ਹੈ। ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਉਹ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ। ਮੈਂ ਇਹਨਾਂ ਨੂੰ ਆਸ਼ੀਸ਼ ਦਿੰਦਾ ਵਾ ਤੁਹਾਡੇ ਆਤਮਾ ਦੇ ਦੁਆਰਾ, ਤੁਹਾਡੀ ਬੁੱਧੀ ਦੇ ਦੁਆਰਾ, ਤੁਹਾਡੀ ਸਮਝ ਦੇ ਦੁਆਰਾ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਔਰ ਇਹ ਸਭ ਜਨ ਆਸ਼ੀਸ਼ਿਤ ਹੈ। ਇਸ ਪ੍ਰਾਰਥਨਾ ਨੂੰ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ। ਪ੍ਰੇਜ਼ ਦ ਲਾਰਡ। ਇਸ ਸਮੇਂ ਆਪਣੀ ਪੇਂਟ, ਆਪਣਾ ਦਸਵੰਧ, ਆਪਣੀ ਪਾਰਟਨਰਸ਼ਿਪ ਦੇਣ ਦਾ ਮੈਂ ਵਿਸ਼ਵਾਸ ਕਰਦਾ ਕਿ ਤੁਸੀਂ ਸਾਰੇ ਤਿਆਰ ਹੋ ਆਪਣੇ ਪੇਂਟ ਨੂੰ, ਆਪਣੇ ਦਸਵੰਧਾਂ ਨੂੰ ਦੇਣ ਵਾਸਤੇ। ਔਰ ਜੋ ਸਕਰੀਨ ਤੇ ਡਿਟੇਲ ਆ ਰਹੀ ਆ ਤੁਸੀਂ ਉਸ ਡਿਟੇਲ ਨੂੰ ਦੇਖ ਸਕਦੇ ਹੋ। ਅਸੀਂ ਆਪਣੀ ਕੁਆਰ ਦਾ ਸਵਾਗਤ ਕਰਦੇ ਹਾਂ, ਉਹ ਤੁਹਾਡੀ ਹੈਲਪ ਕਰੇਗੀ ਤੁਹਾਨੂੰ ਤੁਹਾਡੀ ਪੇਂਟ ਦੇਣ ਵਾਸਤੇ। ਥੈਂਕ ਯੂ ਵੈਰੀ ਮਚ। हालेलुया, क्योंकि वो जीवित है। मैं कल का सामना कर सकता हूँ, मेरा सारा डर चला गया है, क्योंकि मैं जानता हूँ मेरा भविष्य उसके हाथ में और जीवन जीने के योग्य है। क्योंकि वह जीवित है, मैं कल का सामना कर सकता हूँ, क्योंकि वह जीवित है।
ਧੰਨਵਾਦ ਕਰਦੇ ਮੇਰੇ ਪਿਤਾ ਪਰਮੇਸ਼ਵਰ ਤੁਹਾਡੀ ਦਇਆ ਵਾਸਤੇ, ਕਰਨਾ ਵਾਸਤੇ ਧੰਨਵਾਦ ਕਰਦੇ ਹਾਂ। ਔਰ ਇਸ ਪਿੰਡ ਨੂੰ ਲਿਆਉਣ ਵਾਸਤੇ, ਬੁੱਧੀ ਦੇਣ ਵਾਸਤੇ, ਅਨੁਗ੍ਰਹਿ ਦੇਣ ਵਾਸਤੇ, ਵਿਸ਼ਵਾਸ ਦੇਣ ਵਾਸਤੇ ਧੰਨਵਾਦ ਕਰਦੇ ਮੇਰੇ ਪਿਤਾ ਪਰਮੇਸ਼ਵਰ। ਧੰਨਵਾਦ ਕਰਦੇ ਹਾਂ ਜਿਸ ਤਰ੍ਹਾਂ ਅਸੀਂ ਤੁਹਾਡੇ ਵਚਨਾਂ ਦੇ ਅਨੁਸਾਰ ਦਿੱਤਾ ਪ੍ਰਭੂ, ਤੁਹਾਡੇ ਵਚਨਾਂ ਦੇ ਅਨੁਸਾਰ ਅਸੀਂ ਵਧੀ ਫਸਲ ਗ੍ਰਹਿਣ ਕਰਦੇ ਯੀਸ਼ੂ ਮਸੀਹ ਨਾਮ ਦੇ ਵਿੱਚ। ਧੰਨਵਾਦ ਕਰਦੇ ਹਾਂ, ਧੰਨਵਾਦ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਅਸੀਂ ਇਹਨਾਂ ਭੇਟੇ ਦੇ ਉੱਪਰ ਤੁਹਾਡੀ ਆਸ਼ੀਸ਼ਾਂ ਦਾ ਆਹਵਾਨ ਕਰਦੇ ਹਾਂ, ਬੜੋਤਰੀ ਦੇ ਨਿਯਮ ਨੂੰ ਬੋਲਦੇ ਹਾਂ ਤੁਹਾਡੇ ਰਾਜ ਦੇ ਵਿਸਤਾਰ ਵਾਸਤੇ। ਯੀਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਹਾਂ, ਆਮੈਨ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਕੁਛ ਅਨਾਉਂਸਮੈਂਟ ਹੈ, ਧਿਆਨ ਨਾਲ ਸੁਣੋ। ਸਭ ਤੋਂ ਪਹਿਲਾ ਔਰ ਸਭ ਤੋਂ ਇੰਪੋਰਟੈਂਟ ਅਨਾਉਂਸਮੈਂਟ ਹੈ, ਸਾਡੇ ਲੀਡਰਸ਼ਿਪ ਦਾ ਕੋਰਸ ਚੱਲ ਰਿਹਾ। ਦੂਸਰਾ, ਤੁਸੀਂ ਬਹੁਤ ਸਾਰੇ ਲੋਕਾਂ ਨੇ ਐਨਰੋਲ ਕੀਤਾ ਵਾ, ਤਾਂ ਅਗਰ ਤੁਸੀਂ ਪਹਿਲੇ ਦਿਨ ਆਏ ਆ ਤਾਂ ਕੀ ਬਣ ਜਾਓ ਲੀਡਰ। ਇਹ ਨਾ ਕਹੋ ਕਿ ਮੈਂ ਲੀਡਰ ਨਹੀਂ ਬਣੂੰਗਾ, ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀਊਂਗਾ। ਤਾਂ ਜਦੋਂ ਅਸੀਂ ਕਹਿੰਦੇ ਹਾਂ ਕਿ ਲੀਡਰ ਬਣ ਜਾਓ ਤਾਂ ਲੀਡਰ ਬਣ ਜਾਓ, ਜੋ ਕਿਹਾ ਜਾਏ ਉਹਨੂੰ ਕਰੋ, ਤੁਹਾਡੀ ਭਲਾਈ ਵਾਸਤੇ ਆ। ਅਗਰ ਮੈਂ ਲੀਡਰ ਨਹੀਂ ਬਣਦਾ ਤਾਂ ਮੈਂ ਤੁਹਾਡੀ ਸਹਾਇਤਾ ਨਹੀਂ ਕਰ ਸਕਦਾ। ਇੱਕ ਵਾਰੀ ਮੈਂ ਵੀ ਜਦੋਂ ਚਰਚ ਵਿੱਚ ਆ, ਮੈਨੂੰ ਕਿਹਾ ਗਿਆ ਕਿ ਲੀਡਰ ਬਣ ਜਾਓ। ਮੈਂ ਕਿਹਾ ਹਾਂ ਠੀਕ ਹੈ। ਮੈਂ ਦੇਖਦਾ ਮੈਂ ਕਿੱਥੋਂ ਤੱਕ ਪਹੁੰਚਿਆ। ਅਸੀਂ ਵੱਧਦੇ ਇੱਥੋਂ ਤੱਕ ਪਹੁੰਚ ਗਏ, ਔਰ ਅਸੀਂ ਅਜੇ ਵੀ ਹੁਣ ਰੁਕੇ ਨਹੀਂ ਆ, ਅਸੀਂ ਅੱਗੇ ਵੱਧ ਰਹੇ ਹਾਂ। ਸੋ ਤੁਹਾਨੂੰ ਵੀ ਨਹੀਂ ਪਤਾ ਕਿ ਤੁਸੀਂ ਲੀਡਰ ਬਣੋਗੇ ਤਾਂ ਕਿੱਥੋਂ ਤੱਕ ਪਹੁੰਚੋਗੇ। ਪਹਿਲੇ ਲੀਡਰ ਬਣਨ ਦੀ ਕੋਸ਼ਿਸ਼ ਤਾਂ ਕਰੋ, ਹਿੰਮਤ ਤਾਂ ਕਰੋ ਕਿ ਮੈਂ ਲੀਡਰ ਬਣ ਸਕਦਾ। ਉਹ ਲੀਡਰ ਦਾ ਮਤਲਬ ਇਹ ਨਹੀਂ ਹੈ ਕਿ ਕੰਮ ਕਰਨਾ। ਲੀਡਰ ਦਾ ਮਤਲਬ ਹੈ ਵਚਨ ਨੂੰ ਸਿੱਖਣਾ। ਲੀਡਰ ਉਹ ਨਹੀਂ ਹੈ ਜੋ ਕੰਮ ਕਰਦਾ, ਲੀਡਰ ਉਹ ਹੈ ਜੋ ਵਚਨ ਜਾਣਦਾ ਔਰ ਵਚਨ ਨੂੰ ਕੰਮ ਵਿੱਚ ਲੈ ਕੇ ਆਉਂਦਾ। ਹਾਲੇਲੂਇਆ, ਹਾਲੇਲੂਇਆ। ਕਿਹਨਾਂ ਨੂੰ ਮੇਰੀ ਗੱਲ ਸਮਝ ਆ ਰਹੀ ਹੈ? ਤਾਂ ਕੀ ਬਣੋ ਲੀਡਰ। ਪ੍ਰੋਜੈਕਟ 5000, ਜਿੱਥੇ ਅਸੀਂ ਕਿਹਾ ਵਾ ਕਿ 5000 ਲੋਕ ਹਰ ਸਮੇਂ, ਹਰ ਮਹੀਨੇ 5000 ਦੇ ਨਾਲ, ਕਿਉਂਕਿ ਲੜਾਈ ਵਿੱਚ ਕੀ ਲੱਗ ਰਿਹਾ? ਪੈਸਾ। ਇਹਨਾਂ ਚੀਜ਼ਾਂ 'ਚ ਪੈਸਾ ਲੱਗਦਾ, ਰਸੋੜੀ ਛੱਪਣ ਵਿੱਚ ਪੈਸਾ ਲੱਗਦਾ ਵਾ, ਆਨਲਾਈਨ ਚਰਚ ਵਿੱਚ ਪੈਸਾ ਲੱਗਦਾ, TV ਸਟੇਸ਼ਨ ਸਾਡਾ 24 ਘੰਟੇ ਵਾਲਾ, ਉਹ 'ਚ ਪੈਸਾ ਲੱਗਦਾ। ਇਹ ਉੱਪਰੋਂ ਨਹੀਂ ਆਉਂਦਾ, ਅਸੀਂ ਵੀ ਕਮਾਉਂਦੇ ਹਾਂ, ਲਗਾਉਂਦੇ ਹਾਂ। ਤੁਸੀਂ ਵੀ ਕਰੋ, ਸਾਡੇ ਨਾਲ ਪੈਸਾ ਲਗਾਓ। ਪ੍ਰੇਜ਼ ਦ ਲਾਰਡ, ਹਾਲੇਲੂਇਆ, ਹਾਲੇਲੂਇਆ। ਪ੍ਰੇਇੰਗ ਪਾਰਟਨਰ, ਅਸੀਂ ਚਾਹੁੰਦੇ ਹਾਂ 5000 ਲੋਕ ਸਾਡੇ ਨਾਲ ਪ੍ਰਾਰਥਨਾ ਕਰੀਏ। ਫਿਰ ਅਸੀਂ ਕਿਹਾ 5000 ਸੋਲ ਵਿਨਿੰਗ। ਉਸ ਤੋਂ ਬਾਅਦ ਆਲ ਇੰਡੀਆ ਲੀਡਰ ਟ੍ਰੇਨਿੰਗ ਆ 24, 25, 26 ਫਰਵਰੀ ਨੂੰ। ਆਪਣਾ ਸਮੇਂ ਨਿਕਾਲੋ, ਮੁੰਬਈ ਤੋਂ ਬਾਹਰ ਵਾਲੇ ਟ੍ਰੇਨ ਬੁੱਕ ਕਰੋ ਔਰ ਸ਼ੁਰੂ ਕਰੋ। ਮਿਡਵੀਕ ਸਰਵਿਸ ਬਹੁਤ ਜ਼ਰੂਰੀ ਆ, ਜੋ ਹੁੰਦੀ ਆ ਬੁੱਧਵਾਰ, ਮਿਡਵੀਕ ਸਰਵਿਸ। ਇਸ ਸਰਵਿਸ ਤੋਂ ਇਲਾਵਾ 3 ਸਰਵਿਸ ਹੋਰ ਹੁੰਦੀ ਆ। ਇੱਕ ਸਾਲ ਦੀ ਸਰਵਿਸ ਹੈ, ਇੱਕ ਮਿਡਵੀਕ ਹੈ, ਔਰ ਤੀਸਰਾ ਪ੍ਰੇਜ਼ ਫਰਾਈਡੇ। ਇਹ ਤਿੰਨੋਂ ਇੰਪੋਰਟੈਂਟ ਹੈ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਇਸ ਸਮੇਂ ਅਸੀਂ ਖੜੇ ਹੋਵਾਂਗੇ, ਪਰਮੇਸ਼ਰ ਦਾ ਧੰਨਵਾਦ ਕਰਾਂਗੇ, ਆਪਣੇ ਹੱਥਾਂ ਨੂੰ ਉੱਪਰ ਉਠਾਵਾਂਗੇ। ਮੈਂ ਪਰਮੇਸ਼ਰ ਪ੍ਰਾਰਥਨਾ ਕਰਦਾ ਤੁਹਾਡੇ ਬੱਚਿਆਂ ਵਾਸਤੇ, ਸਾਰੇ ਸ਼ੈਤਾਨਾਂ ਨੂੰ ਜੀਵਨ 'ਚ ਮੈਂ ਭਜਾਉਣਾ ਯੀਸ਼ੂ ਮਸੀਹ ਨਾਮ ਦੇ ਵਿੱਚ। ਔਰ ਸ਼ੈਤਾਨ ਜੋ ਲੋਕਾਂ ਨੂੰ ਕਰਜ਼ਾ ਲੈਣ ਵਾਸਤੇ ਉਕਸਾਉਂਦੇ ਆ, ਮੈਂ ਕਰਜ਼ੇ ਵਾਲੀ ਆਤਮਾ ਨੂੰ ਡਾਂਟਦਾ ਯੀਸ਼ੂ ਮਸੀਹ ਨਾਮ ਦੇ ਵਿੱਚ। ਉਹ ਸ਼ੈਤਾਨ ਜੇ ਇਹਨਾਂ ਦੇ ਪੈਸੇ ਨੂੰ ਅੱਗੇ ਵਧਣ ਤੋਂ ਰੋਕਦੇ ਆ, ਮੈਂ ਯੀਸ਼ੂ ਮਸੀਹ ਨਾਮ ਦੇ ਵਿੱਚ ਉਹਨਾਂ ਸ਼ੈਤਾਨਾਂ ਨੂੰ ਕੱਟਦਾ। ਮੈਂ ਇਹਨਾਂ ਦੇ ਜੀਵਨ 'ਚ ਸਮਰਿੱਧੀ ਬੋਲਦਾ ਯੀਸ਼ੂ ਮਸੀਹ ਨਾਮ ਦੇ ਵਿੱਚ। ਹਾਂ ਪ੍ਰਭੂ, ਸਹੀ ਜਗ੍ਹਾ 'ਤੇ ਸਹੀ ਲੋਕ ਇਹਨਾਂ ਨੂੰ ਯਾਦ ਕਰਨਗੇ। ਹਾਂ ਪ੍ਰਭੂ, ਤੁਹਾਡਾ ਧੰਨਵਾਦ ਕਰਦੇ ਆ, ਤੁਹਾਡਾ ਧੰਨਵਾਦ ਕਰਦੇ ਆ। ਤੁਹਾਡੇ ਆਤਮਾ ਦੁਆਰਾ ਅੱਗੇ ਵੱਧ ਰਹੇ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਵਚਨ ਇਹਨਾਂ ਦੇ ਅੰਦਰ ਪ੍ਰਣਾਮ ਪੈਦਾ ਕਰ ਰਹੇ ਯੀਸ਼ੂ ਮਸੀਹ ਨਾਮ ਦੇ ਵਿੱਚ। ਇਹ ਵੱਡੇ ਕੰਮਾਂ ਨੂੰ ਕਰ ਰਹੇ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਉਹ ਪ੍ਰਭੂ ਤੇਰਾ ਧੰਨਵਾਦ ਕਰਦੇ, ਤੇਰਾ ਧੰਨਵਾਦ ਕਰਦੇ। ਔਰ ਇਸ ਪ੍ਰਾਰਥਨਾ ਨੂੰ ਯੀਸ਼ੂ ਮਸੀਹ ਨਾਮ ਵਿੱਚ ਮੰਗਦੇ ਹਾਂ, ਆਮੈਨ। ਪ੍ਰੇਜ਼ ਦ ਲਾਰਡ। ਪਰਮ ਪਿਤਾ ਦਾ ਪ੍ਰੇਮ, ਯੀਸ਼ੂ ਮਸੀਹ ਦਾ ਅਨੁਗ੍ਰਹਿ ਔਰ ਪਵਿੱਤਰ ਆਤਮਾ ਦੀ ਸਹਿਭਾਗਿਤਾ ਸਾਡੇ ਨਾਲ ਹਮੇਸ਼ਾ ਵਾਸਤੇ ਬਣੇ ਰਹੇਗੀ। ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਨਿਸ਼ਚੈ ਭਲਾਈ ਔਰ ਕਰੁਣਾ ਸਦਾ ਮੇਰੇ ਜੀਵਨ 'ਚ ਨਿਵਾਸ ਕਰੇਗੀ, ਔਰ ਮੈਂ ਹਮੇਸ਼ਾ ਵਾਸਤੇ ਪਰਮੇਸ਼ਰ ਦੇ ਘਰ ਵਿੱਚ ਨਿਵਾਸ ਕਰਦਾ ਰਹੂੰਗਾ। ਯੀਸ਼ੂ ਮਸੀਹ ਦੇ ਨਾਮ ਦੇ ਵਿੱਚ, ਆਮੈਨ। ਥੈਂਕ ਯੂ। ਆਨੰਦ ਮਨਾਓ। ਵਚਨ ਕੀ ਕਰਦਾ? ਕੰਮ ਕਰਦਾ। Subscribe to our channel, hit the bell icon, like, comment and share. Thank you and God bless you.